ਚਾਹੇ ਸਾਡੀਆਂ ਜਾਨਾਂ भी चलियां जान, ਅਸੀਂ ਇੱਥੇ ਖਾਲਿਸਤਾਨ नहीं बनन देंगे और ਅਸੀਂ ਇੱਥੇ ਪੰਨੂ ਵਰਗੇ ਗੱਦਾਰਾਂ ਦੀਆਂ ਅਸੀਂ ਇੱਥੇ ਨੀਤੀਆਂ ਕਾਮਯਾਬ नहीं ਹੋਣ ਦੇਣੀਆਂ। ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ ਅੱਤਵਾਦੀ ਹੈ, ਜਥੇਦਾਰ ਨਾਲ ਕੋ ਅੱਤਵਾਦੀ ਹੈ ਉਹ। ਤੁਸੀਂ ਪੰਜਾਬ ਦੇ ਪ੍ਰਧਾਨ ਹੋ? ਮੈਂ ਰਾਸ਼ਟਰੀ ਪ੍ਰਧਾਨ ਹਾਂ ਜੀ। ਰਾਸ਼ਟਰੀ ਪ੍ਰਧਾਨ। ਤੁਹਾਨੂੰ ਕਿੰਨੇ ਬੰਦਿਆਂ ਨੇ ਚੁਣਿਆ? ਸਾਡੀ 11 ਸਟੇਟਾਂ 'ਚ ਟੀਮ ਚੱਲ ਰਹੀ ਹੈ ਜੀ। 11 ਸ਼ਹਿਰਾਂ 'ਚ ਸਾਡੀ ਨੀਅਰ ਅਬਾਊਟ ਗਿਣਤੀ ਕਿੰਨੀ ਹੋ? ਸਾਡੀ 40-50,000 ਬੰਦਾ ਹੈਗਾ ਜੀ। 40-50,000 ਬੰਦੇ ਨੇ ਤੁਹਾਨੂੰ ਪ੍ਰਧਾਨ ਚੁਣਿਆ, ਜਿਹਦੇ ਕਰਕੇ ਅਸੀਂ ਤੁਹਾਨੂੰ ਅਹੁਦਾ ਪ੍ਰਧਾਨ ਕਹਿੰਦੇ ਆ। ਅਸੀਂ ਸੇਵਾਦਾਰ ਹਾਂ ਜੀ, ਪ੍ਰਧਾਨ ਨਾ ਕਹੋ। ਅਸੀਂ ਮੈਂ ਸੇਵਾ ਅਹੁਦਾ ਤਾਂ ਹੁੰਦਾ ਨਹੀਂ, ਮੈਂ ਸੇਵਾਦਾਰ ਹਾਂ, ਪ੍ਰਧਾਨ ਨਹੀਂ ਹੈਗਾ। ਅਸੀਂ ਸੇਵਾਦਾਰ ਮੰਨ ਲਿਆ ਜੀ, ਸੇਵਾਦਾਰ ਮੰਨ ਲਿਆ। ਤੁਹਾਨੂੰ 40-50,000 ਬੰਦੇ ਨੇ ਸੇਵਾਦਾਰ ਲਾਇਆ। ਤੁਹਾਨੂੰ ਯਾਦ ਹੋਣਾ ਚੱਬੇ ਦੀ ਧਰਤੀ ਦੇ ਉੱਤੇ ਸਰਬੱਤ ਖਾਲਸਾ ਹੋਇਆ ਸੀ, ਉੱਥੇ 7 ਲੱਖ ਬੰਦੇ ਦਾ ਇਕੱਠ ਸੀਗਾ। ਉਸ 7 ਲੱਖ ਬੰਦੇ ਨੇ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਕਹੇ। ਅਸੀਂ ਸ਼ਬਦ ਤਾਂ ਵਰਤਿਆ ਕਿ 7 ਲੱਖ ਬੰਦੇ ਨੇ ਉੱਥੇ। ਮੇਰੀ ਬੇਨਤੀ ਤਾਂ ਪੂਰੀ ਹੋ ਜਾਣ ਦਿਓ ਸਰ। 7 ਲੱਖ ਬੰਦੇ ਨੇ ਇੱਕ ਬੰਦੇ ਨੂੰ ਅਹੁਦਾ ਦਿੱਤਾ ਤੇ ਉਸ ਅਹੁਦੇ ਦਾ ਅਹੁਦਾ ਹੀ ਬੋਲਿਆ ਮੈਂ। ਜਥੇਦਾਰ ਨੂੰ ਅਹੁਦਾ ਉਹਨਾਂ ਨੇ ਦਿੱਤਾ ਨਾ, ਮੈਂ ਜਥੇਦਾਰ ਬੋਲਤਾ। ਸਾਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ, ਪ੍ਰਧਾਨ ਮੰਤਰੀ ਸਾਹਿਬ ਸਾਨੂੰ ਆਗਿਆ ਦੇ ਦੇਣ, ਮੈਂ ਖੁਦ ਜਲਾਦ ਬਣਨ ਲਈ ਵੀ ਤਿਆਰ ਹਾਂ। ਮੈਂ ਇਹਨਾਂ ਅੱਤਵਾਦੀਆਂ ਨੂੰ ਜਿਹੜੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਖਤਰਾ ਕਰਨ ਦੀਆਂ ਗੱਲਾਂ ਕਰਦੇ ਹਨ, ਨੌਜਵਾਨਾਂ ਨੂੰ ਭੜਕਾ ਰਹੇ ਹਨ, ਅੱਤਵਾਦ ਵੱਲ ਪ੍ਰੇਰਿਤ ਕਰ ਰਹੇ ਹਨ, ਮੈਂ ਉਹਨਾਂ ਅੱਤਵਾਦੀਆਂ ਨੂੰ ਮੈਂ ਆਪ ਖੁਦ ਸਜ਼ਾ ਦੇਣ ਲਈ ਵੀ ਖੁਦ ਤਿਆਰ ਹਾਂ, ਜਲਾਦ ਬਣਨ ਨੂੰ ਵੀ ਤਿਆਰ ਹਾਂ ਜੀ। ਮੈਂ ਇਹਨਾਂ ਦੀ ਖੋਤੇਸਤਾਨੀਆਂ ਦੀ, ਮੈਂ ਕਿਸੇ ਦੀ ਧਮਕੀਆਂ ਤੋਂ ਡਰਨ ਵਾਲਾ ਬੰਦਾ ਨਹੀਂ, ਮੈਂ ਕਿਸੇ ਅੱਤਵਾਦ ਤੋਂ ਨਹੀਂ ਡਰਦਾ। ਜਿਹੜੇ ਵਿਦੇਸ਼ਾਂ 'ਚ ਬੈਠ ਕੇ ਕੁੱਤੇ ਭੌਂਕਦੇ ਹਨ ਜੀ, ਪੰਨੂ ਵਰਗੇ ਗੱਦਾਰ, ਮੈਂ ਤਾਂ ਉਹਨਾਂ ਦੇ ਖਿਲਾਫ ਆਵਾਜ਼ ਚੁੱਕਦਾ। ਔਰ ਜਿਹੜੇ ਵੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਪਹੁੰਚਾਉਣ ਦੀ ਜਿਹੜੀਆਂ ਗੱਲਾਂ ਕਰਦੇ ਨੇ, ਮੈਂ ਉਹਨਾਂ ਦੇ ਖਿਲਾਫ ਹਾਂ। ਉਹਨਾਂ ਦੇ ਖਿਲਾਫ ਮੇਰੀ ਆਵਾਜ਼ ਚੁੱਕਣਾ ਮੇਰਾ ਕਰਤੱਵ ਹੈ, ਮੇਰਾ ਫਰਜ਼। ਜੇ ਤਾਂ ਗਾਵਾਂ ਟਰੱਕਾਂ ਦੇ ਵਿੱਚ ਭਰੀਆਂ ਹੋਈਆਂ ਨੇ, ਉਹ ਤੁਹਾਨੂੰ ਲੱਗਦਾ ਕਿ ਤਸਕਰੀ ਆ, ਜਦੋਂ ਉਹੀ ਗਾਵਾਂ ਸੜਕਾਂ ਤੇ ਫਿਰਦੀਆਂ ਨੇ, ਉਹਦੇ ਲਈ ਕੀ ਕਰਦੇ? ਤੁਹਾਨੂੰ ਕੀ ਲੱਗਦਾ, ਗੁਰਪਤਵੰਤ ਪੰਨੂ ਗਲਤ ਆ ਜਾਂ ਖਾਲਿਸਤਾਨ ਦੀ ਮੰਗ ਮੰਨਣਾ ਗਲਤ ਆ? ਦੇਖੋ, ਗੁਰਪਤਵੰਤ ਸਿੰਘ ਪੰਨੂ ਗਲਤ ਹੈ, ਖਾਲਿਸਤਾਨ ਦੀ ਮੰਗ ਮੰਨਣਾ ਹੀ ਗਲਤ ਹੈ ਜੀ। ਖਾਲਿਸਤਾਨ ਦਾ ਉਹ ਹੈ ਜਿੱਥੇ ਅਸੀਂ ਮੰਨ ਲਓ ਆਪਣੇ ਦਰਬਾਰ, ਇੱਥੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ, ਜਾਂ ਅਸੀਂ ਕਿਤੇ ਵੀ ਹੋਰ ਜਾਣਾ, ਆਪਣੇ ਪੰਜਾਬ 'ਚ ਹੀ ਫਿਰਨਾ, ਸਾਨੂੰ ਵੀਜ਼ੇ ਲਵਾਉਣੇ ਪੈਣਗੇ ਖਾਲਿਸਤਾਨ। ਇਹ ਬਹੁਤ ਹੀ ਗਲਤ ਗੱਲ ਹੈ। ਅੱਤਵਾਦ ਥੋੜਾ ਦੁਬਾਰਾ ਪੈਦਾ ਕਰਾਉਣਾ। ਇਹ ਤਾਂ ਸਰਦਾਰ ਬੇਅੰਤ ਸਿੰਘ ਜੀ ਦੀ ਬਦੌਲਤ ਸਾ, KPS ਗਿੱਲ ਜੀ ਦੀ ਬਦੌਲਤ ਇਹ ਪੰਜਾਬ 'ਚ ਸ਼ਾਂਤੀ ਪੈਦਾ ਹੋਈ ਸੀ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਹ ਭਿੰਡਰਾਂ ਵਾਲੇ ਕਰਕੇ ਹੋਇਆ ਸੀ? ਬਿਲਕੁਲ ਜੀ, ਬਿਲਕੁਲ। ਤੇ ਉੱਥੇ ਜਿੰਨੇ ਮਾਰੇ ਗਏ ਅੱਤਵਾਦੀ ਮਾਰੇ ਗਏ ਅੰਦਰ, ਤੁਹਾਡੇ ਕਹਿਣ ਦੇ ਮੁਤਾਬਕ ਸੰਗਤ ਵੀ ਮਾਰੀ, ਜ਼ਿਆਦਾ ਬਹੁਤ ਸੰਗਤ। ਦੇਖੋ, ਬੱਚੇ ਸੀ, ਪਰਿਵਾਰ ਸੀ, ਤੁਸੀਂ ਦੇਖੀਆਂ ਹੋਣੀਆਂ ਉਹਨਾਂ ਦੀਆਂ। ਥੋੜੇ ਜਿਹੇ ਬੰਦਿਆਂ ਨੂੰ ਸਿਕਿਉਰਿਟੀ ਦੇਣ ਤੇ ਪੰਜਾਬ ਦੀ ਜਨਤਾ ਦਾ ਕਰੋੜਾਂ ਰੁਪਇਆ ਲੱਗਿਆ ਹੋਇਆ, ਕਿਉਂਕਿ ਇੱਕ ਕਾਂਸਟੇਬਲ ਦੀ ਤਨਖਾਹ 45 ਤੋਂ 50,000 ਰੁਪਇਆ। ਕਿਸੇ ਸ਼ਿਵ ਸੈਨਾ ਦੇ ਬੰਦੇ ਨੂੰ 5 ਕਾਂਸਟੇਬਲ ਮਿਲੇ ਹੋਏ ਨੇ, ਕਿਸੇ ਨੂੰ 4 ਮਿਲੇ ਹੋਏ ਨੇ, ਕਿਸੇ ਨੂੰ 10 ਮਿਲਿਆ, ਕਿਸੇ ਨੂੰ 11 ਮਿਲੇ ਹੋਏ ਨੇ, ਕਿਸੇ ਨੂੰ 15 ਮਿਲੇ ਹੋਏ ਨੇ। ਉਹ ਬੋਝ ਕਿਹਦੇ ਤੇ ਪੈਂਦਾ? ਇਹ ਗੱਲ ਤਾਂ ਭਿੰਡਰਾਂ ਵਾਲੇ ਸੰਤ ਵੀ ਕਹਿੰਦੇ, ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ ਹੋ। ਇੱਕ ਕੁਰਾਨ ਸੜ ਗਈ ਸੀ ਆਪਣੇ, ਉਹਨਾਂ ਨੇ ਬਕਾਇਦਾ ਉੱਥੋਂ ਪੈਸੇ ਦੇ ਕੇ ਲੈ ਕੇ ਦਿੱਤੀ ਸੀ। ਉਹਨਾਂ ਨੇ ਉਹ ਕਹਿੰਦੇ ਸੀ, ਜਿੰਨਾ ਮੈਂ ਆਪਦੇ ਧਰਮ ਦਾ ਸਤਿਕਾਰ ਕਰਦਾ, ਉਹਨਾਂ ਮੈਂ ਹਿੰਦੂ ਧਰਮ ਦਾ ਸਤਿਕਾਰ ਕਰਦਾ, ਉਹਨਾਂ ਮੈਂ ਇੱਥੇ ਤੱਕ ਕਹਿੰਦੇ ਸੀ ਕਿ ਹਰੇਕ ਬੰਦੇ ਨੂੰ ਆਪਦੇ ਧਰਮ ਦੇ ਵਿੱਚ ਪੱਕਾ ਰਹਿਣਾ ਚਾਹੀਦਾ। ਤੁਸੀਂ ਕਦਰ ਕਰਦੇ ਹੋ ਸੁਪਰੀਮ ਕੋਰਟ ਦੀ? ਬਿਲਕੁਲ ਕਰਦੇ ਹਾਂ। ਸੁਪਰੀਮ ਕੋਰਟ ਨੇ ਇੱਥੇ ਤੱਕ ਆਰਡਰ ਮੇਰੇ ਕੋਲੇ ਆ ਜੀ, ਆ ਲਓ। ਸੁਪਰੀਮ ਕੋਰਟ ਨੇ ਇੱਥੇ ਤੱਕ ਆਰਡਰ ਕੀਤਾ ਕਿ ਤੁਸੀਂ ਖਾਲਿਸਤਾਨ ਦੀ ਗੱਲ ਕਰ ਸਕਦੇ ਹੋ, ਖਾਲਿਸਤਾਨ ਦੀ ਮੰਗ ਕਰ ਸਕਦੇ ਹੋ ਸ਼ਾਂਤਮਈ ਤਰੀਕੇ ਦੇ ਨਾਲ। ਉੱਥੇ ਕੋਈ ਅਸਲਾ ਨਹੀਂ ਚੱਲਣਾ ਚਾਹੀਦਾ, ਉੱਥੇ ਕੋਈ ਕਿਸੇ ਤਰੀਕੇ ਦੀ ਦੰਗੇ ਨਹੀਂ ਭੜਕਣੇ ਚਾਹੀਦੇ, ਜਾਂ ਤੁਸੀਂ ਕੋਈ ਹਥਿਆਰ ਨਹੀਂ ਚੱਲਣਾ ਚਾਹੀਦਾ, ਪਰ ਤੁਸੀਂ ਮੰਗ ਕਰ ਸਕਦੇ ਹੋ। ਦੇਖੋ, ਮੰਗ ਕਰ ਸਕਦੇ ਤੁਸੀਂ। ਜੇ ਹੁਣ ਇਹ ਮੰਗ ਹੀ ਮੁੰਡੇ ਮੰਗ ਹੀ ਕਰਦੇ ਨੇ। ਤੁਹਾਨੂੰ ਇੱਕ ਭਿੰਡਰਾਂ ਵਾਲੇ ਦੀ ਟੀ-ਸ਼ਰਟ ਪਾਈ ਮੁੰਡਿਆਂ ਦੇ ਦੇਖ ਗਈ, ਜਿੱਦਣ ਸਰਸੇ ਵਾਲਾ ਬਾਬਾ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਪਾਉਂਦਾ, ਉੱਥੇ ਤੁਹਾਡਾ ਕੋਈ ਬਿਆਨ ਨਹੀਂ ਆਉਂਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਉਦੇ, ਮੈਂ ਤਰਲੋਚਨ ਸਿੰਘ ਗਿੱਲਾਂ। ਅੱਜ ਅਸੀਂ ਪਹੁੰਚੇ ਹਾਂ ਜੀ ਸਿੱਖ ਸੰਗਤ ਵਿੰਗ ਆ ਸ਼ਿਵ ਸੈਨਾ ਦਾ, ਉਹਦੇ ਜਿਹੜੇ ਪ੍ਰਧਾਨ ਨੇ, ਉਹਨਾਂ ਕੋਲੇ ਪਹੁੰਚੇ ਆ, ਜੋ ਕਿ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ। ਹਰਕੀਰਤ ਸਿੰਘ ਖੁਰਾਣਾ ਜੀ ਇੱਕ ਸਿੱਖ ਚਿਹਰਾ ਨੇ, ਗੁਰਸਿੱਖ ਨੇ, ਪਰ ਸੋਚ ਕਹਿੰਦੇ ਹੁੰਦੇ ਆ ਆਪੋ ਆਪਣੀ। ਜਿਸ ਤਰ੍ਹਾਂ ਬੰਦੇ ਨੇ ਆਪਣਾ ਵਜੂਦ ਦੁਨੀਆ ਦੇ ਵਿੱਚ, ਸਮਾਜ ਦੇ ਵਿੱਚ ਬਣਾਉਣਾ, ਜਾਂ ਉਹਨਾਂ ਨੂੰ ਜੋ ਚੰਗਾ ਲੱਗਦਾ, ਬੰਦਾ ਉਸ ਤਰੀਕੇ ਨਾਲ ਆਪਦਾ ਪ੍ਰੋਫੈਸ਼ਨ ਜਾਂ ਆਪਦਾ ਫੀਲਡ ਚੁਣਦਾ ਵਾ।
ਉਸੇ ਤਰ੍ਹਾਂ ਹੀ ਸਾਡੇ ਨਾਲ ਇਹ ਜਿਹੜੇ ਸਿੱਖ ਸੰਗਤ ਵਿੰਗ ਦੇ ਪ੍ਰਧਾਨ ਨੇ ਹਰਕੀਰਤ ਸਿੰਘ ਖੁਰਾਣਾ ਜੀ, ਸਿੱਖ ਚਿਹਰੇ ਨੇ ਪਰ ਜਿਹੜੇ ਪਾਰਟੀ ਦੇ ਵਿੱਚ ਨੇ ਉਹ ਸ਼ਿਵ ਸੈਨਾ ਦੇ ਨਾਲ ਕੰਮ ਕਰਦੇ ਆ ਰਹੇ ਨੇ। ਕੁਝ ਮੁੱਦੇ ਨੇ ਜਿਹੜੇ ਕਿ ਸਮਾਜ ਦੇ ਵਿੱਚ ਅੱਜ ਬਹੁਤ ਚਰਚਾ ਦੇ ਵਿੱਚ ਨੇ। ਪਿਛਲੇ ਕੁਝ ਸਮੇਂ ਦੇ ਦੌਰਾਨ ਇਹ ਵੀ ਆਪਣੇ ਖੁਰਾਣਾ ਸਾਹਿਬ ਵੀ ਕੁਝ ਗੱਲਾਂ ਤੋਂ ਕੁਝ ਮੁੱਦਿਆਂ ਤੋਂ ਚਰਚਾ ਦੇ ਵਿੱਚ ਆਏ ਨੇ। ਇਹਨਾਂ ਨੂੰ ਥ੍ਰੈਟ ਵੀ ਮਿਲੀਆਂ, ਧਮਕੀਆਂ ਦਿੰਦੇ ਨੇ, ਫੋਨ ਕਰਦੇ ਨੇ। ਸੋ ਅੱਜ ਇਹਨਾਂ ਵਿਸ਼ਿਆਂ ਤੇ ਗੱਲ ਕਰਦੇ ਹਾਂ ਕਿ ਕੀ ਕਾਰਨ ਬਣਦਾ ਕਿ ਸਿਰਫ ਇਹਨਾਂ ਨੂੰ ਹੀ ਇਹ ਧਮਕੀਆਂ ਜਾਂ ਜਿਹੜੇ ਫੋਨ ਕਾਲ ਦੇ ਉੱਤੇ ਥ੍ਰੈਟ ਮਿਲਦੀ ਆ, ਉਹਨਾਂ ਦਾ ਕਾਰਨ ਕੀ ਆ ਕਿ ਕੀ ਇਹ ਇਦਾਂ ਦਾ ਕੁਝ ਕਰ ਰਹੇ ਨੇ ਜਿਹੜਾ ਸਮਾਜ ਨੂੰ ਚੰਗਾ ਨਹੀਂ ਲੱਗਦਾ। ਸੋ ਆਓ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰਾਈਮ ਮੁੱਦੇ ਤੇ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਜਿਹੜੇ ਵਿਸ਼ਿਆਂ ਤੇ ਅਸੀਂ ਗੱਲ ਕਰਨ ਆਏ ਆ ਤੁਹਾਡੇ ਕੋਲੇ ਅੱਜ, ਪਹਿਲਾਂ ਤਾਂ ਪਹਿਲਾ ਕੁਐਸਚਨ ਮੇਰਾ ਇਹ ਹੋਊਗਾ ਕਿ ਤੁਸੀਂ ਗੁਰਸਿੱਖ ਹੋ, ਦਸਤਾਰ ਸਜਾਉਂਦੇ ਹੋ, ਸਰਦਾਰ ਚਿਹਰੇ ਹੋ। ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ, ਬਹੁਤ ਸਾਰੇ ਦਲ ਨੇ ਜਿਹੜੇ ਸਿੱਖਾਂ ਦੇ ਆਗੂ ਨੇ, ਸਿੱਖਾਂ ਦੇ ਕਹਿ ਲਓ ਵੀ ਨਿਸ਼ਾਨਾ ਨੇ ਦਿਖਾਉਣ ਦਾ, ਜਿਹੜਾ ਉਹਨਾਂ ਨੂੰ ਸਿੱਖ ਸੰਗਤ ਨੂੰ ਚਲਾਉਣ ਦਾ, ਜਾਂ ਸਿੱਖਾਂ ਦਾ ਆਗੂ ਨੇ। ਤੁਸੀਂ ਉਹਨਾਂ ਪਾਰਟੀਆਂ ਦੇ ਵਿੱਚ ਕਿਉਂ ਨਹੀਂ ਹਿੱਸਾ ਲੈਂਦੇ? ਸ਼ਿਵ ਸੈਨਾ ਹੀ ਕਿਉਂ? ਦੇਖੋ ਜੀ, ਗੱਲ ਇਹ ਹੈ, ਮੈਂ ਤਾਂ ਸੇਵਾ ਕਰ ਰਿਹਾ ਜੀ। ਮੈਂ ਤਾਂ ਕਾਂਗਰਸ 'ਚ ਵੀ ਸੇਵਾ ਕੀਤੀ ਹੈ, ਵਰਕ ਕੀਤਾ। ਮੈਂ ਅਕਾਲੀ ਦਲ 'ਚ ਵੀ ਵਰਕ ਕੀਤਾ ਜੀ। ਮੈਂ ਅੱਜ ਸ਼ਿਵ ਸੈਨਾ ਹਿੰਦ ਦਾ ਵੀ, ਸਿੱਖ ਸੰਗਤ ਵਿੰਗ ਉਹਨਾਂ ਨੇ ਮੈਨੂੰ ਵਿੰਗ ਹੀ ਬਣਾ ਕੇ ਦਿੱਤਾ, ਸਿੱਖ ਸੰਗਤ ਵਿੰਗ ਦਾ ਮੈਨੂੰ ਪ੍ਰਧਾਨ ਲਾਇਆ। ਮੇਰੀ ਸ਼ੁਰੂ ਤੋਂ ਹੀ ਫਿਤਰਤ ਅੱਤਵਾਦ ਦੇ ਖਿਲਾਫ, ਖਾਲਿਸਤਾਨ ਦੇ ਖਿਲਾਫ, ਮੈਂ ਉਹਨਾਂ ਦੇ ਖਿਲਾਫ ਹੀ ਜੰਗ ਲੜਦਾ ਆ ਰਿਹਾ। ਕੀ ਤੁਹਾਨੂੰ ਕਾਂਗਰਸ ਦੇ ਵਿੱਚ ਜਾਂ ਅਕਾਲੀ ਦਲ ਜਿਹੜਾ ਬਾਦਲ ਆ ਉਹਦੇ ਵਿੱਚ ਤੁਸੀਂ ਰਹਿ ਕੇ ਤੁਸੀਂ ਕਹਿੰਦੇ ਹੋ ਵੀ ਸੇਵਾ ਕੀਤੀ ਹੈ ਜੀ ਸਮਾਜ ਦੇ ਵਿੱਚ, ਕੀ ਤੁਹਾਨੂੰ ਉੱਥੇ ਬਣਦਾ ਆਪਣਾ ਹੱਕ ਨਹੀਂ ਮਿਲਿਆ ਜਾਂ ਉਹਨਾਂ ਵੱਲੋਂ ਤੁਹਾਨੂੰ ਕਿਸੇ ਤਰ੍ਹਾਂ ਪਿੱਛੇ ਰੱਖਿਆ ਗਿਆ, ਜਿੱਥੋਂ ਤੁਸੀਂ ਪਰੇਸ਼ਾਨ ਹੋ ਕੇ ਜਾਂ ਛੱਡ ਕੇ ਉਹਨਾਂ ਨੂੰ ਆਪਣੇ ਸ਼ਿਵ ਸੈਨਾ ਚ ਆਏ ਹੋ? ਨਹੀਂ, ਐਸੀ ਕੋਈ ਗੱਲ ਨਹੀਂ ਸੀਗੀ। ਇਹ ਤਾਂ ਮੇਰੀ ਇੱਕ ਫਿਤਰਤ ਹੀ ਸੀ। ਚਲੋ ਮੇਰੇ ਕਾਫੀ, ਮੇਰਾ ਜਿਹੜਾ ਸਮਾਜ ਹੈ, ਮੇਰਾ ਜਿਹੜੇ ਕਈ ਸੱਜਣ ਮਿੱਤਰ ਸੀਗੇ ਉਹ ਸ਼ਿਵ ਸੈਨਾ ਨਾਲ ਅਟੈਚ ਸੀਗੇ ਤੇ ਮੈਂ ਵੀ ਚਲੋ ਸ਼ਿਵ ਸੈਨਾ ਨਾਲ ਜੁੜ ਗਿਆ। ਮੇਰੀ ਮੇਨ ਮੁੱਦਾ ਤਾਂ ਮੇਰਾ ਇਹ, ਮੇਰੀ ਇੱਛਾ ਮੇਨ ਹੈ ਖਾਲਿਸਤਾਨ ਦੇ ਖਿਲਾਫ ਜੰਗ ਲੜਨਾ, ਅੱਤਵਾਦ ਦੇ ਖਿਲਾਫ ਜੰਗ ਲੜਨਾ। ਜਿਹੜੇ ਵਿਦੇਸ਼ਾਂ 'ਚ ਬੈਠ ਕੇ ਕੁੱਤੇ ਭੌਂਕਦੇ ਹਨ ਜੀ, ਪੰਨੂ ਵਰਗੇ ਗੱਦਾਰ, ਮੈਂ ਤਾਂ ਉਹਨਾਂ ਦੇ ਖਿਲਾਫ ਆਵਾਜ਼ ਚੁੱਕਦਾ। ਔਰ ਜਿਹੜੇ ਵੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਪਹੁੰਚਾਉਣ ਦੀ ਜਿਹੜੀਆਂ ਗੱਲਾਂ ਕਰਦੇ ਨੇ, ਮੈਂ ਉਹਨਾਂ ਦੇ ਖਿਲਾਫ ਆ। ਉਹਨਾਂ ਦੇ ਖਿਲਾਫ ਮੇਰੀ ਆਵਾਜ਼ ਚੁੱਕਣਾ ਮੇਰਾ ਕਰਤੱਵ ਹੈ, ਮੇਰਾ ਫਰਜ਼ ਹੈ। ਤੁਸੀਂ ਮੈਨੂੰ ਕਿਹਾ ਕਿ ਮੈਂ ਅੱਤਵਾਦ ਦੇ ਖਿਲਾਫ ਆ, ਜਿੱਦਾਂ ਪੰਨੂ ਦਾ ਤੁਸੀਂ ਨਾਮ ਲਿਆ ਵਾ। ਕੀ ਤੁਹਾਨੂੰ ਇਹ ਲੱਗਦਾ ਵੀ ਜੀ ਜਿਹੜਾ ਅੱਤਵਾਦ ਜਾਂ ਖਾਲਿਸਤਾਨ ਦਾ ਵਿਰੋਧ ਕਰਦਾ ਇਕੱਲੀ ਸ਼ਿਵ ਸੈਨਾ ਹੀ ਕਰਦੀ ਆ? ਨਹੀਂ, ਦੇਖੋ ਜੀ, ਇਹ ਤਾਂ ਸਾਡੀ ਫਿਤਰਤ ਹੈ। ਸ਼ਿਵ ਸੈਨਾ ਉਹ ਤੁਸੀਂ ਬਾਹਰ ਰਹਿ ਕੇ ਵੀ ਕਰ ਸਕਦੇ ਸੀ, ਜ਼ਰੂਰੀ ਕਿ ਸ਼ਿਵ ਸੈਨਾ ਹੀ ਕਿਉਂ ਚੁਣੀ? ਮੈਂ ਤਾਂ ਇਹ ਪੁੱਛਿਆ ਜੀ। ਸ਼ਿਵ ਸੈਨਾ ਤਾਂ ਚਲੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਮੇਰੇ ਭਾਈਚਾਰਾ, ਮੇਰਾ ਦੋਸਤ ਸੱਜਣ ਮਿੱਤਰ ਉਹ ਸ਼ਿਵ ਸੈਨਾ ਨਾਲ ਕੰਮ ਕਰਦੇ ਆ ਰਹੇ ਸੀ। ਚਲੋ ਮੈਂ ਵੀ ਜੁੜ ਗਿਆ। ਮੇਰੀ ਵੀ ਨਿਸ਼ਾਨ ਸ਼ਰਮਾ ਜੀ ਨਾਲ ਗੱਲ ਹੋਈ, ਜਿਹੜੇ ਸਾਡੇ ਰਾਸ਼ਟਰੀ ਅਧਿਕਸ਼ ਨੇ, ਉਹਨਾਂ ਨੇ ਮੈਨੂੰ ਸਿੱਖ ਸੰਗਤ ਵਿੰਗ ਦਾ ਪ੍ਰਧਾਨ ਹੀ ਸੌਂਪਤਾ। ਮੈਂ ਫਿਰ ਉਸੇ ਹਿਸਾਬ ਨਾਲ ਕੰਮ ਕਰਨ ਲੱਗ ਪਿਆ ਜੀ। ਸ਼ਿਵ ਸੈਨਾ ਕੰਮ ਹੀ ਹੈ ਨਾ, ਹਿੰਦੂ ਸਿੱਖ ਨੋ ਮਾਸ ਦਾ ਰਿਸ਼ਤਾ ਹੈ, ਕੋਈ ਫਰਕ ਥੋੜੀ ਹੈ। ਆਪਾਂ ਇਹ ਜਾਂ ਸਿੱਖਾਂ ਦੀ ਪਾਰਟੀ ਜਾਂ ਹਿੰਦੂਆਂ ਦੀ ਪਾਰਟੀ, ਹਿੰਦੂ ਸਿੱਖ ਨੋ ਮਾਸ ਦਾ ਰਿਸ਼ਤਾ ਹੈ। ਮੇਰੇ ਨਾਲ ਕਈ ਸਿੱਖ ਸਮਾਜ ਦੇ ਲੋਕ ਵੀ ਜੁੜੇ ਹੁਣ, ਪੂਰੇ ਪੰਜਾਬ ਸਿੱਖ ਸੰਗਤ ਵਿੰਗ 'ਚ ਕੰਮ ਕਰ ਰਹੇ ਹਨ ਜੀ। ਉਹ ਵੀ ਮੇਰੇ ਨਾਲ ਸਾਰੀਆਂ ਐਕਟੀਵਿਟੀਆਂ 'ਚ ਭਾਗ ਲੈਂਦੇ ਹਨ ਜੀ। ਕਿਤੇ ਇਹ ਤਾਂ ਨਹੀਂ ਸੀ ਕਿ ਕੋਈ ਕਿਸੇ ਤਰ੍ਹਾਂ ਦੀ ਪ੍ਰਧਾਨਗੀ ਦੀ ਭੁੱਖ ਸੀ ਕਿ ਉਹਨਾਂ ਪਾਰਟੀਆਂ 'ਚ ਪ੍ਰਧਾਨਗੀ ਨਹੀਂ ਮਿਲੀ, ਇਹਨਾਂ ਨੇ ਤੁਹਾਨੂੰ ਇੱਕ ਵਿੰਗ ਬਣਾਤਾ ਜੀ, ਤੁਹਾਨੂੰ ਪ੍ਰਧਾਨ ਹੀ ਥਾਪਤਾ ਕਿ ਇੱਥੇ ਪ੍ਰਧਾਨਗੀ ਮਿਲ ਗਈ, ਚਲੋ ਇੱਧਰ ਚਲੇ ਜਾਂਦੇ ਆ? ਨਹੀਂ, ਐਸੀ ਕੋਈ ਗੱਲ ਨਹੀਂ ਜੀ। ਮੈਂ ਤਾਂ ਮੈਂਬਰ ਬਣ ਕੇ ਵੀ ਕੰਮ ਕੀਤਾ ਜੀ। ਮੈਨੂੰ ਤਾਂ ਹੁਣ ਇਹਨਾਂ ਨੇ ਪ੍ਰਧਾਨ ਲਾਇਆ, ਮੈਂ ਤਾਂ ਮੈਂਬਰ ਬਣ ਕੇ ਵੀ ਕੰਮ ਕੀਤਾ ਜੀ। ਮੈਂ ਤਾਂ ਮੈਂਬਰ ਬਣ ਕੇ ਵੀ ਹਿੰਦੂ ਤਖਤ 'ਚ ਵੀ ਕੰਮ ਕੀਤਾ ਹੈ। ਹੁਣ ਸ਼ਿਵ ਸੈਨਾ ਹਿੰਦ ਦਾ ਮੈਨੂੰ ਨਿਸ਼ਾਨ ਜੀ ਨੇ ਪ੍ਰਧਾਨ ਲਾਇਆ। ਮੈਂ ਤਾਂ ਮੈਂਬਰ ਹੀ ਬਣ ਕੇ ਸੇਵਾ ਕਰਕੇ ਰਾਜੀ ਹੁੰਦਾ। ਮੈਂ ਸੇਵਾ ਕਰਦਾ, ਮੈਂ ਪ੍ਰਧਾਨਗੀ ਨਹੀਂ ਕਰਦਾ, ਮੈਂ ਸੇਵਾ ਕਰਦਾ। ਤੁਹਾਡੇ ਨੇਚਰ ਦੇ, ਤੁਹਾਡੀ ਨਜ਼ਰ ਦੇ ਮੁਤਾਬਕ ਸੇਵਾ ਕੀ ਆ? ਜਿਹੜਾ ਸਮਾਜ ਦਾ ਸਾਡਾ ਜਾਂ ਸਾਡੇ ਦੇਸ਼ ਦੇ ਵਿੱਚ ਤੁਸੀਂ ਕਿਹਾ ਵੀ ਅਸੀਂ ਸੇਵਾ ਕਰਦੇ ਹਾਂ, ਜਾਂ ਤੁਸੀਂ ਅੱਤਵਾਦੀ ਤੱਕ ਵੀ ਕਿਹਾ, ਪੰਨੂ ਵਰਗਿਆਂ ਨੂੰ ਅੱਤਵਾਦੀ ਤੱਕ ਵੀ ਸ਼ਬਦ ਵਰਤਿਆ, ਖਾਲਿਸਤਾਨੀਆਂ ਨੂੰ ਵਰਤਿਆ। ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਮੁਤਾਬਕ ਸੇਵਾ ਕੀ ਆ? ਦੇਖੋ ਜੀ, ਮੈਂ ਤਾਂ ਜਿਹੜੀ ਸ਼ਿਵ ਸੈਨਾ ਦਾ ਮੈਂ ਤੁਹਾਨੂੰ ਦੱਸਾਂ, ਸ਼ਿਵ ਸੈਨਾ ਜ਼ਰੂਰੀ ਨਹੀਂ ਹਿੰਦੂਆਂ ਦੀ ਇੱਕ ਪਾਰਟੀ ਹੈ। ਸ਼ਿਵ ਸੈਨਾ ਹੁਣ ਸਿੱਖ ਵੀ ਨੇ, ਮੇਰੇ ਵਰਗੇ ਹੋਰ ਵੀ ਕਈ ਜੁੜੇ ਹੋਏ ਹਨ ਜਿਹੜੇ ਸੇਵਾ ਕਰ ਰਹੇ ਹਨ। ਗਊ ਤਸਕਰਾਂ ਦਾ ਟਰੱਕ ਵੀ ਅਸੀਂ ਪਿੱਛੇ ਜੇ ਫੜਿਆ, ਕਈ ਅਸੀਂ ਇਹੋ ਜਿਹੇ ਟਰੱਕ ਫੜਦੇ ਹਾਂ। ਜਿਹੜੀ ਦੇਖੋ ਗਊਆਂ, ਉਹ ਵੀ ਇੱਕ ਜੀਵ ਹੈ, ਇੱਕ ਗਊ ਮਾਤਾ ਹੈ ਜੀ, ਠੀਕ ਹੈ ਜੀ। ਉਹਨਾਂ ਦਾ ਦੇਹਰਾਦੂਨ ਲਿਜਾ ਕੇ, ਯੂਪੀ ਲਿਜਾ ਕੇ ਟਰੱਕ ਅਸੀਂ ਕਈ ਰਸਤੇ ਚੋਂ ਪੰਜਾਬ ਚੋਂ ਫੜੇ ਨੇ, ਤੁਸੀਂ ਦੇਖਦੇ ਹੋਵੋਗੇ। ਅਸੀਂ ਇਹਨਾਂ ਦੇ ਜਿਹੜੀਆਂ ਗਰੀਬ ਧੀਆਂ ਭੈਣਾਂ ਦੇ ਧੱਕੇ ਹੋ ਰਹੇ ਨੇ, ਹਰ ਚੀਜ਼ 'ਚ ਅਸੀਂ
ਸੁਣਵਾਈ ਕਰਾਈਦੀ ਹੈ, ਕਿਸੇ ਨਾਲ ਧੱਕਾ ਨਹੀਂ ਹੋਣ ਦੇਈਦਾ। ਇੱਕ ਪਾਰਟੀ ਦਾ ਤਾਂ ਜਰੀਆ ਹੈ। ਜੇ ਗਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਟਰੱਕ ਫੜੇ ਭਰੇ ਹੋਏ, ਜੇ ਤਾਂ ਗਾਵਾਂ ਟਰੱਕਾਂ ਦੇ ਵਿੱਚ ਭਰੀਆਂ ਹੋਈਆਂ ਨੇ, ਉਹ ਤੁਹਾਨੂੰ ਲੱਗਦਾ ਕਿ ਤਸਕਰੀ ਆ, ਜਦੋਂ ਉਹੀ ਗਾਵਾਂ ਸੜਕਾਂ ਤੇ ਫਿਰਦੀਆਂ ਨੇ ਉਹਦੇ ਲਈ ਕੀ ਕਰਦੇ? ਨਹੀਂ, ਗਊਸ਼ਾਲਾ ਬਣਾ ਰਹੀਆਂ ਜੀ, ਅਸੀਂ ਸਹਿਯੋਗ ਵੀ ਦਿੰਦੇ, ਮੈਂ ਖੁਦ ਸਹਿਯੋਗ ਦਿੰਦਾ ਗਊਸ਼ਾਲਾ 'ਚ, ਮੈਂ ਖੁਦ ਵੀ ਸਹਿਯੋਗ ਦੇਣਾ। ਜਿੱਥੇ ਮੇਰੀ ਕੋਈ ਦੇਖੇ, ਸਾਡੀ ਦੇਖੇ 'ਚ ਕੋਈ ਗਊ ਇਸ ਤਰ੍ਹਾਂ ਫਿਰੇ, ਅਸੀਂ ਆਪ ਖੁਦ ਚੁੱਕ ਕੇ ਉਹਨੂੰ ਗਊਸ਼ਾਲਾ ਲੈ ਜਾਈਦਾ ਜੀ। ਮੈਂ ਗਿੱਲਾਂ ਵਾਲੇ ਪੁਲ ਤੋਂ ਲੈ ਕੇ ਦੁੱਗਰੀ ਵਾਲੇ ਪੁਲ ਮਾਡਲ ਟਾਊਨ ਤੁਹਾਡੇ ਏਰੀਆ ਦੇ ਵਿੱਚ ਤੱਕ ਆਇਆ ਜੀ, ਮੈਨੂੰ ਘੱਟੋ ਘੱਟ 10 ਗਾਵਾਂ ਮਿਲੀਆਂ ਹੋਣਗੀਆਂ। ਇਹ ਕਿਉਂ? ਦੇਖੋ ਜੀ, ਜਦੋਂ ਸਾਡੀ ਦਿੱਖ ਪੈ ਜੇ, ਜੇ ਤੁਸੀਂ ਕਹਿੰਦੇ ਹੋ ਅਸੀਂ ਹੁਣ ਦੇਖ ਲੈਣੇ ਸੀ, ਹੁਣ ਗਊਸ਼ਾਲਾ ਜਾ ਕੇ ਛੱਡ ਜਾਂਦੇ ਹਾਂ, ਅਸੀਂ ਤਾਂ ਸੇਵਾ ਕਰਨੀ ਹੈ। ਕਿਉਂਕਿ ਸਰ ਅਸੀਂ ਤਾਂ ਸੇਵਾ ਕਰਨੀ ਹੈ। ਤੁਹਾਡੇ ਹੀ ਸ਼ਿਵ ਸੈਨਾ ਦੇ ਪੰਜਾਬ ਦੇ ਪ੍ਰਧਾਨ ਨੇ ਅਜੇ ਸ਼ਰਮਾ ਜੀ, ਮੈਂ 2 ਦਿਨ ਪਹਿਲਾਂ ਉਹਨਾਂ ਨਾਲ ਇੰਟਰਵਿਊ ਕਰਕੇ ਹਟਿਆ, ਉਹਨਾਂ ਨੇ ਬੜੀਆਂ ਡੂੰਘਾਈ ਦੀਆਂ ਗੱਲਾਂ ਦੱਸੀਆਂ ਨੇ ਜੀ, ਜਿਹੜੀਆਂ ਮੈਂ ਜ਼ਿਆਦਾਤਰ ਦੇਖਿਆ ਕਿ ਜਿਹੜੇ ਸ਼ਿਵ ਸੈਨਾ ਦੇ ਆਗੂ ਨੇ ਪੰਜਾਬ ਦੇ ਵਿੱਚ 8-10 ਨੇ ਤੁਹਾਡੇ ਸਮੇਤ, ਤੁਸੀਂ ਸਿਰਫ ਅਸੀਂ ਦੇਖਿਆ ਕਿ ਸੋਸ਼ਲ ਮੀਡੀਆ ਤੇ ਜਾਂ ਇੰਟਰਵਿਊਆਂ ਦੇ ਵਿੱਚ ਹੀ ਰੌਲਾ ਪਾਉਂਦੇ ਜੀ ਇਸ ਗਊ ਸੇਵਾ ਦੇ ਸੰਬੰਧ ਦੇ ਵਿੱਚ, ਪਰ ਜੇ ਕਹਿ ਲਓ ਜੀ ਗਰਾਊਂਡ ਜ਼ੀਰੋ ਦੇ ਉੱਤੇ ਆ ਕੇ ਕੰਮ ਕਰਨਾ, ਤਾਂ ਉੱਥੇ ਤੁਸੀਂ ਮੈਂ ਦੇਖਿਆ ਕਿ ਅਜੇ ਸ਼ਰਮਾ ਜੀ ਜਿਹੜੇ ਨੇ ਉਹ ਇੱਕ ਲੜਾਈ ਲੜ ਰਹੇ ਨੇ, ਉਹ ਕਾਨੂੰਨੀ ਲੜਾਈ ਲੜ ਰਹੇ ਨੇ, ਕਿਉਂਕਿ ਉਹਨਾਂ ਨੇ ਸਾਨੂੰ ਆਰਟੀਆਈ ਦੀਆਂ ਜਿਹੜੀਆਂ ਉਹਨਾਂ ਨੇ ਆਰਟੀਆਈ ਦੇ ਰਾਹੀਂ ਜਿਹੜੀ ਜਾਂਚ ਦੇ ਲਏ ਨੇ ਸਾਰੇ ਵਿਸ਼ੇ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਇੱਥੇ ਤੱਕ ਵੀ ਦੱਸਿਆ ਕਿ ਸਰਕਾਰ ਨੇ ਉਹਨਾਂ ਨੂੰ ਦੱਸਿਆ ਕਿ ਹਰੇਕ ਜ਼ਿਲ੍ਹੇ ਦਾ ਡੀਸੀ ਆ ਜਿਹੜਾ, ਉਹ ਇੱਕ ਗਊਸ਼ਾਲਾ ਦੀ ਕਮੇਟੀ ਬਣਾਉਂਦਾ, ਸਰਕਾਰ ਵੱਲੋਂ ਉਹਨੂੰ ਪੈਸਾ ਆਉਂਦਾ, 20 ਮੈਂਬਰੀ ਕਮੇਟੀ ਹੁੰਦੀ ਆ, ਉਹਦੀ ਜ਼ਿੰਮੇਵਾਰੀ ਬਣਦੀ ਆ। ਤੁਸੀਂ ਅੱਜ ਤੱਕ ਇਹ ਕਿਉਂ ਨਹੀਂ ਅਪਰੋਚ ਕੀਤੀ? ਤੁਸੀਂ ਡੀਸੀ ਤੱਕ ਕਿਉਂ ਨਹੀਂ ਅਪਰੋਚ ਕੀਤੀ ਵੀ ਇਹਨਾਂ ਨੂੰ ਸੰਭੋ ਜੀ? ਅਸੀਂ ਕਰਦੇ ਹਾਂ ਜੀ, ਡੀਸੀ ਸਾਹਿਬ ਨੂੰ ਅਸੀਂ ਅਪਰੋਚ ਕਰਦੇ ਹਾਂ, ਸਾਡੀ ਪਾਰਟੀ ਕਰਦੀ ਹੈ, ਡੀਸੀ ਸਾਹਿਬ ਨੇ ਫਿਰ ਅਮਲ ਕਿਉਂ ਨਹੀਂ ਹੋਇਆ ਜੀ? ਅਸੀਂ ਆਪਣੇ ਸੱਤਰ ਤੇ ਵੀ ਗਊਸ਼ਾਲਾ ਬਣਾ ਕੇ, ਜਿੱਥੇ ਸਾਡੇ ਲਿੰਕ ਨੇ ਗਊਸ਼ਾਲਾ ਦੇ ਜਿਹੜੇ ਦਲ ਦੇ ਗਊ ਰਕਸ਼ਕ ਦੇ ਜਿਹੜੇ ਪ੍ਰਧਾਨ ਨੇ ਜੀ, ਅਸੀਂ ਉਹਨਾਂ ਨਾਲ ਵੀ ਜਾ ਕੇ ਗਊਸ਼ਾਲਾ, ਪਿੱਛੇ ਜੇ ਵੀ ਹੁਣ ਟਰੱਕ ਫੜਿਆ ਸੀ 4-5 ਦਿਨ ਪਹਿਲਾਂ ਵੀ ਅਸੀਂ ਟਰੱਕ ਫੜਿਆ, ਜਿਹੜੀਆਂ ਗਊਆਂ ਸੀ ਗਊਸ਼ਾਲਾ 'ਚ ਅਸੀਂ ਪਹੁੰਚਾਈਆਂ। ਜਿੱਥੇ ਸਾਡੀ ਲੈਵਲ ਤੇ ਕੰਮ ਹੈ ਅਸੀਂ ਪੂਰਾ, ਜਿੱਥੇ ਸਾਡੀ ਕੋਈ ਦਿੱਖ ਪੈ ਜੇ, ਸਾਡੀ ਪਾਰਟੀ ਦੀ ਦਿੱਖ ਪੈ ਜੇ, ਅਸੀਂ ਆਪ ਕਰ ਗਊਆਂ ਨੂੰ ਚੱਕ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਅਸੀਂ ਗਊਸ਼ਾਲਾ ਜਾ ਕੇ ਛੱਡ ਕੇ। ਤੁਹਾਡੇ ਮੁਤਾਬਕ ਜੀ ਤਸਕਰੀ ਕੌਣ ਕਰਦਾ ਇਹਨਾਂ ਦੀ? ਇਹ ਤਸਕਰੀ ਜੀ ਹੁਣ ਇਹ ਕੀ ਕਹਿ ਸਕਦੇ ਹਾਂ ਅਸੀਂ, ਹੁਣ ਜਿਹੜੇ ਫੜੇ ਸੀ, ਹੁਣ 4-5 ਦਿਨ ਪਹਿਲਾਂ ਅਸੀਂ ਫੜਿਆ, ਕੋਹਾੜੇ ਤੋਂ ਟਰੱਕ ਫੜਿਆ, FIR ਵੀ ਦਰਜ ਉਹਦੀ, ਕੁਮਕਲਾ ਥਾਣੇ 'ਚ FIR ਵੀ ਦਰਜ ਹੋਈ ਉਹਦੀ। ਹੁਣ ਇੱਕ ਉਹਨੇ ਪਟਕਾ ਜਿਹਾ ਬੰਨਿਆ ਸੀ ਬੰਦੇ ਨੇ, ਤੇ 2 ਉਸ ਤਰ੍ਹਾਂ ਮੋਨੇ ਜੇ ਸੀਗੇ, ਆਈ ਅਖਬਾਰਾਂ 'ਚ ਤੁਸੀਂ ਦੇਖਿਆ ਹੋਣੀਆਂ ਨੇ ਜੀ। ਇਹ ਹੁਣ ਕੀ ਕਹਿ ਸਕਦੇ ਆ, ਭੇਸ ਆਪਣਾ ਦੂਜਾ ਬਣਾ ਲੈਂਦੇ ਆ ਜੀ, ਭੇਸ ਆਪਣਾ ਕਦੀ ਸਰਦਾਰ ਬਣਾ ਲੈਂਦੇ ਨੇ, ਇਹ ਕੀ ਕਹਿ ਸਕਦੇ ਆ ਜੀ। ਇਹ ਤਾਂ ਹਰ ਤਰ੍ਹਾਂ ਦੇ ਹੁਣ ਜ਼ਿਆਦਾ, ਜੇ ਤੁਸੀਂ ਦੇਖਦੇ ਹੋ, ਸੋਸ਼ਲ ਮੀਡੀਆ ਵੀ ਦੇਖਦੇ ਹੋਵੋਗੇ, ਤੁਹਾਨੂੰ ਜਿੱਥੇ ਤੱਕ ਮੈਨੂੰ ਜਾਣਕਾਰੀ, ਤੁਸੀਂ ਦੇਖਦੇ ਹੋਵੋਗੇ, YouTube ਵਗੈਰਾ ਵੀ ਦੇਖਦੇ ਹੋਵੋਗੇ। ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਬ੍ਰਾਂਚਾਂ ਨੇ ਜਿਹਦੇ ਵਿੱਚ ਜਿਹੜੀ ਗਊ ਦਾ ਮਾਸ ਜਿੱਥੇ ਵਿਕਦਾ, ਸਪੈਸ਼ਲ ਵਿਕਦਾ, ਡਿਸ਼ ਮੰਨੀ ਜਾਂਦੀ ਹੈ ਸਪੈਸ਼ਲ ਡਿਸ਼, ਉਹਨਾਂ ਬ੍ਰਾਂਚਾਂ ਦਾ ਨਾਮ ਬ੍ਰਾਹਮਣ ਬੀਫ ਹੈ। ਬਹੁਤ ਗਲਤ ਗੱਲ ਹੈ ਜੀ। ਇੱਥੇ ਦੱਸੋ ਕੌਣ ਕੀ ਜਿਹੜੇ ਸ਼ਿਵ ਸੈਨਾ ਦੇ ਆਗੂ ਰੌਲਾ ਪਾਉਂਦੇ ਨੇ, ਕੀ ਉਹਨਾਂ ਦੇ ਪ੍ਰਤੀ ਇਹਨਾਂ ਨੇ ਕਦੇ ਸੋਚਿਆ ਕਿ ਸਿਰਫ ਸਿੱਧਾ ਨਾ ਹੀ ਉਹ ਵਰਤ ਰਹੇ ਨੇ ਬ੍ਰਾਹਮਣ ਬੀਫ? ਨਹੀਂ, ਗਲਤ ਗੱਲ ਹੈ ਜੀ, ਅਸੀਂ ਇਹਦਾ ਵਿਰੋਧ ਕਰਾਂਗੇ ਜੀ, ਅਸੀਂ ਕਰਾਂਗੇ ਇਸ ਚੀਜ਼ ਦਾ ਵਿਰੋਧ ਕਰਾਂਗੇ। ਇਸ ਤੋਂ ਪਹਿਲਾਂ ਨੌਲੇਜ ਨਹੀਂ ਸੀ ਕਿ ਅਸੀਂ ਵਿਰੋਧ ਕਰਾਂਗੇ, ਮੈਨੂੰ ਨੌਲੇਜ ਨਹੀਂ ਸੀਗੀ, ਮੈਂ ਹੁਣ ਅਸੀਂ ਵਿਰੋਧ ਕਰਾਂਗੇ ਇਸ ਚੀਜ਼ ਦਾ, ਅਸੀਂ ਕਰਾਂਗੇ ਵਿਰੋਧ, ਜਿਹੜੀ ਤੁਸੀਂ ਬਿਲਕੁਲ ਕਰਾਂਗੇ ਜੀ। ਹਾਂ, ਤੁਸੀਂ ਦੱਸਿਆ, ਤੁਸੀਂ ਗੱਲ ਕੀਤੀ ਗੁਰਪਤਵੰਤ ਪੰਨੂ ਦੀ ਤੇ ਖਾਲਿਸਤਾਨੀਆਂ ਦੀ, ਤੁਸੀਂ ਸਿੱਖ ਚਿਹਰੇ ਹੋ, ਸਿੱਖਾਂ ਦੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ, ਸਿੱਖ ਇਤਿਹਾਸ ਬਾਰੇ ਵੀ ਤੁਹਾਨੂੰ ਪਤਾ ਹੋ, ਸਿੱਖ ਗੁਰੂਆਂ ਬਾਰੇ ਵੀ ਪਤਾ ਹੋ, ਸਾਰਾ ਕੁਝ। ਚਲੋ ਮੈਂ ਉਹਨਾਂ ਵਿਸ਼ਿਆਂ ਦੇ ਵਿੱਚ ਡੰਗਾਈ 'ਚ ਨਹੀਂ ਜਾਂਦਾ। ਤੁਹਾਡੇ ਮੁਤਾਬਕ ਕੀ ਲੱਗਦਾ ਕਿ ਤੁਹਾਨੂੰ ਕੀ ਲੱਗਦਾ, ਗੁਰਪਤਵੰਤ ਪੰਨੂ ਗਲਤ ਆ ਜਾਂ ਖਾਲਿਸਤਾਨ ਦੀ ਮੰਗ ਮੰਨਣਾ ਗਲਤ ਆ? ਦੇਖੋ, ਗੁਰਪਤਵੰਤ ਸਿੰਘ ਪੰਨੂ ਗਲਤ ਹੈ, ਖਾਲਿਸਤਾਨ ਦੀ ਮੰਗ ਮੰਨਣਾ ਹੀ ਗਲਤ ਹੈ ਜੀ। ਖਾਲਿਸਤਾਨ ਦਾ ਉਹ ਹੈ ਜਿੱਥੇ ਅਸੀਂ ਮੰਨ ਲਓ ਆਪਣੇ ਦਰਬਾਰ, ਇੱਥੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ, ਜਾਂ ਅਸੀਂ ਕਿਤੇ ਵੀ ਹੋਰ ਜਾਣਾ, ਆਪਣੇ ਪੰਜਾਬ 'ਚ ਫਿਰਨਾ, ਸਾਨੂੰ ਵੀਜ਼ੇ ਲਾਉਣੇ ਪੈਣਗੇ ਖਾਲਿਸਤਾਨ? ਇਹਨਾਂ ਦੀ ਕੀ ਮੰਗ ਹੈ ਵੀ ਅਸੀਂ ਅੱਤਵਾਦ ਪੈਦਾ ਕਰਾਣਾ, ਸਾਡੀਆਂ ਹਮਾਇਤੀਆਂ ਚੱਲਣ, ਭਿੰਡਰਾਂ ਵਾਲੇ ਦੀਆਂ ਟੀ-ਸ਼ਰਟਾਂ ਪਾ ਕੇ ਜਿਹੜੇ ਨੌਜਵਾਨ ਖਰਾਬ ਹੋ ਰਹੇ ਹਨ, ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਉਂਦੇ ਹਨ, ਪਿੱਛੇ ਟੀ-ਸ਼ਰਟਾਂ ਲਾਉਂਦੇ ਹਨ, ਪਿੱਛੇ ਤੁਹਾਡੇ ਸਾਹਮਣੇ ਇਹਨਾਂ ਦੀਆਂ ਜੀਪਾਂ ਦੇ ਪਿੱਛੇ ਆਪਣੀਆਂ ਸਟicker ਵਗੈਰਾ ਲਾਉਂਦੇ ਹਨ, ਖਾਲਿਸਤਾਨ ਜਿੰਦਾ। ਇਹ ਕੀ ਚੱਕਰ ਹੈ? ਇਹ ਬਹੁਤ ਹੀ ਗਲਤ ਗੱਲ ਹੈ। ਅੱਤਵਾਦ ਥੋੜਾ ਦੁਬਾਰਾ ਪੈਦਾ ਕਰਾਉਣਾ, ਇਹ ਤਾਂ ਸਰਦਾਰ ਬੇਅੰਤ ਸਿੰਘ ਜੀ ਦੀ ਬਦੌਲਤ ਸਾ, KPS ਗਿੱਲ ਜੀ ਦੀ ਬਦੌਲਤ ਇਹ ਪੰਜਾਬ 'ਚ ਸ਼ਾਂਤੀ ਪੈਦਾ ਹੋਈ ਸੀ ਜੀ। ਇਹ ਫਿਰ ਦੁਬਾਰਾ ਪੰਨੂ ਵਰਗੇ ਜਿਹੜੇ ਗਦਾਰ, ਜਿਹੜੇ ਉੱਥੇ ਵਿਦੇਸ਼ਾਂ 'ਚ ਬੈਠ ਕੇ ਬਕਵਾਸਾਂ ਕਰਦੇ ਨੇ, ਭੌਂਕਦੇ ਹਨ, ਇਹ ਸਿਰਫ ISI ਏਜੰਸੀਆਂ ਤੇ ਪਲਦੇ ਹਨ, ਇਹਨਾਂ ਨੂੰ ਉੱਥੇ ਫੰਡਿੰਗਾਂ ਹੁੰਦੀਆਂ ਨੇ। ਇਹ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਖਾਲਿਸਤਾਨ ਦਾ ਇੱਕ ਨਾਂ ਲੈ ਕੇ
ਇੱਥੇ ਨੌਜਵਾਨਾਂ ਨੂੰ ਭੜਕਾ ਰਹੇ ਹਨ, ਅੱਤਵਾਦ ਵੱਲ ਦੁਬਾਰਾ ਪੈਦਾ ਕਰਾਉਣਾ ਚਾਹ ਰਹੇ ਹਨ ਪੰਜਾਬ ਨੂੰ। ਅਸੀਂ ਇਹ ਚੀਜ਼ ਨਹੀਂ ਹੋਣ ਦਿਆਂਗੇ, ਚਾਹੇ ਸਾਡੀਆਂ ਜਾਨਾਂ ਵੀ ਚਲੀਆਂ ਜਾਣ, ਅਸੀਂ ਇੱਥੇ ਖਾਲਿਸਤਾਨ ਨਹੀਂ ਬਣਨ ਦਿਆਂਗੇ ਔਰ ਅਸੀਂ ਇੱਥੇ ਪੰਨੂ ਵਰਗੇ ਗੱਦਾਰਾਂ ਦੀਆਂ ਅਸੀਂ ਇੱਥੇ ਨੀਤੀਆਂ ਕਾਮਯਾਬ ਨਹੀਂ ਹੋਣ ਦੇਣੀਆਂ। ਤੁਹਾਡੇ ਮੁਤਾਬਕ ਖਾਲਿਸਤਾਨ ਦੀ ਪਰਿਭਾਸ਼ਾ ਕੀ ਹੈ? ਦੇਖੋ ਖਾਲਿਸਤਾਨ ਤੁਹਾਨੂੰ ਖਾਲਿਸਤਾਨ ਕਿੱਦਾਂ ਦਾ ਲੱਗਦਾ? ਤੁਹਾਡੇ ਅੱਖਾਂ ਦੇ ਮੂਹਰੇ ਕਿੱਦਾਂ ਦਾ ਆਉਂਦਾ ਵਾ ਵੀ ਤੁਸੀਂ ਲੱਗਦਾ ਕਿ ਇਦਾਂ ਦਾ ਖਾਲਿਸਤਾਨ ਹੋਊਗਾ? ਤੁਹਾਡੀ ਸੋਚ ਮੁਤਾਬਕ, ਸਾਰਿਆਂ ਦੀ ਸੋਚ ਅਲੱਗ-ਅਲੱਗ ਹੁੰਦੀ ਆ, ਤੁਹਾਡੀ ਸੋਚ ਦੇ ਮੁਤਾਬਕ ਤੁਹਾਨੂੰ ਕੀ ਲੱਗਦਾ ਕਿੱਦਾਂ ਦਾ ਹੋਊ ਦੇਖੋ ਖਾਲਿਸਤਾਨ? ਖਾਲਿਸਤਾਨ ਦੀ ਸਾਡੀ ਸੋਚ ਮੁਤਾਬਕ ਜਿਹੜੇ ਨੌਜਵਾਨ ਖਰਾਬ ਹੋ ਰਹੇ ਹਨ, ਖਾਲਿਸਤਾਨ ਦੀ ਆੜ 'ਚ ਖਰਾਬ ਹੋ ਰਹੇ ਹਨ, ਇਹ ਅੱਤਵਾਦ ਦੁਬਾਰਾ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਅੱਤਵਾਦ ਦਾ ਨਾਂ ਦੇ ਰਹੇ ਹਨ, ਖਾਲਿਸਤਾਨ ਦਾ ਅੱਤਵਾਦ ਦਾ ਨਾਂ ਪੈਦਾ ਕਰਾ ਰਹੇ ਹਨ। ਇਹ ਜਿਹੜੇ ਪੰਨੂ ਵਰਗੇ ਦੇਸ਼ਾਂ 'ਚ ਬਕਵਾਸਾਂ ਕਰਦੇ ਹਨ, ਇਹ ਫੰਡਿੰਗਾਂ ਭੇਜਦੇ ਹਨ ਮੁੰਡਿਆਂ ਨੂੰ, ਇਹ ਅੱਤਵਾਦ ਵੱਲ ਪ੍ਰੇਰਿਤ ਕਰ ਰਹੇ ਹਨ। ਉਹ ਭਿੰਡਰਾਂ ਵਾਲੇ ਦੀ ਨੀਤੀਆਂ ਨੂੰ ਦੁਬਾਰਾ ਇੱਥੇ ਲਿਜਾਣਾ ਚਾਹ ਰਹੇ ਹਨ, ਨੌਜਵਾਨਾਂ ਨੂੰ ਗਲਤ ਰਾਹ ਵੱਲ ਤੋਰ ਰਹੇ ਹਨ। ਜਿਹੜਾ ਤੁਸੀਂ ਕਿਹਾ ਭਿੰਡਰਾਂ ਵਾਲੇ ਦੇ ਰਾਹਾਂ ਤੇ ਤੁਰਨਾ ਚਾਹੁੰਦੇ ਨੇ ਜਾਂ ਟੀ-ਸ਼ਰਟਾਂ ਪਾਉਣੀਆਂ ਚਾਹੁੰਦੇ ਨੇ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਭਿੰਡਰਾਂ ਵਾਲੇ ਕਰਕੇ ਹੋਇਆ ਸੀ? ਬਿਲਕੁਲ ਜੀ, ਬਿਲਕੁਲ। ਤੇ ਉੱਥੇ ਜਿੰਨੇ ਮਾਰੇ ਗਏ ਅੱਤਵਾਦੀ ਮਾਰੇ ਗਏ ਅੰਦਰ, ਤੁਹਾਡੇ ਕਹਿਣ ਦੇ ਮੁਤਾਬਕ ਸੰਗਤ ਵੀ ਮਾਰੀ, ਜ਼ਿਆਦਾ ਬਹੁਤ ਸੰਗਤ। ਦੇਖੋ ਬੱਚੇ ਸੀ, ਪਰਿਵਾਰ ਸੀ, ਤੁਸੀਂ ਦੇਖੀਆਂ ਹੋਣੀਆਂ ਉਹਨਾਂ ਦੀਆਂ ਜੀ ਮੂਵੀਆਂ ਆਈਆਂ ਨੇ, ਕਈ ਸੰਗਤ ਨਿਰਦੋਸ਼ ਬੰਦੇ ਕਈ ਮਾਰੇ ਗਏ। ਉਹ ਕਿਉਂ ਮਾਰੇ ਗਏ ਜੀ? ਉਹਨਾਂ ਨੇ, ਫੌਜ ਨੇ ਕੀ ਕਿਹਾ ਸੀ ਵੀ ਭਿੰਡਰਾਂ ਵਾਲਾ ਬਾਹਰ ਜੇ ਨਿਕਲ ਜਾਂਦਾ ਤੇ ਉੱਥੇ ਕੁਝ ਜੰਗ ਛਿੜਨੀ ਨਹੀਂ ਸੀ। ਉਹਨਾਂ ਦਾ ਕਿੰਨੇ ਘੰਟੇ ਦਾ ਅਲਟੀਮੇਟਮ ਦਿੱਤਾ ਸੀ ਵੀ ਬਾਹਰ ਆ ਜਾਵੇ। ਦਰਬਾਰ ਸਾਹਿਬ ਤੇ ਹਮਲਾ ਹੁੰਦਾ 1 ਜੂਨ ਤੋਂ, ਫੌਜ ਘੇਰਾ ਪਾਉਂਦੀ ਆ 2 ਜਾਂ 4 ਦਿਨ ਪਹਿਲਾਂ। 1 ਤਰੀਕ ਨੂੰ ਸਾਰਾ ਸੀਲ ਹੁੰਦਾ ਦਰਬਾਰ ਸਾਹਿਬ। ਉਸ ਦਿਨ ਭਿੰਡਰਾਂ ਵਾਲੇ ਤੇ ਉਹਨਾਂ ਦੇ ਸੰਗਤ ਜਿਹੜੀ ਉਹਨਾਂ ਦੇ ਸਾਥੀ ਗੱਲ ਉਹ ਨਾਲ ਸੀ ਅੰਦਰ। 3 ਤਰੀਕ ਨੂੰ ਸ਼ਹੀਦੀ ਦਿਹਾੜਾ ਆਉਂਦਾ ਗੁਰੂ ਸਾਹਿਬ ਦਾ। ਉਦਣ ਫੌਜ, ਉਹੀ ਫੌਜ ਛੋਟ ਦਿੰਦੀ ਪਈ ਆ ਕਿ ਦਰਬਾਰ ਸਾਹਿਬ ਦੇ ਅੰਦਰ ਸੰਗਤ ਮੱਥਾ ਟੇਕਣ ਜਾ ਸਕਦੀ ਆ। ਜਦੋਂ ਛੋਟ ਦਊਗੀ ਜੀ, ਸੰਗਤ ਸਾਡੀ ਇਮੋਸ਼ਨਲ ਆ, ਸਿੱਖ ਸੰਗਤ, ਸਿੱਖ ਤੁਸੀਂ ਵੀ ਸਿੱਖਾਂ ਦੇ ਮੁੰਡੇ ਹੋ, ਇਮੋਸ਼ਨਲ ਆ। ਅਸੀਂ ਸਾਡੇ ਲਈ ਤਾਂ ਦਰਬਾਰ ਸਾਹਿਬ ਮੱਕਾ ਵਾ, ਬਿਲਕੁਲ। ਉਦੋਂ ਪਰੇ ਸਾਨੂੰ ਕੁਝ ਨਹੀਂ ਹੈਗਾ। ਸੰਗਤ ਗਈ ਸੀ ਮੱਥਾ ਟੇਕਣ, ਪਰ ਉੱਥੇ ਫੌਜ ਨੇ ਜਦੋਂ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ, ਜੇ ਹੱਥ ਖੜੇ ਕਰਕੇ ਅਨਾਉਂਸਮੈਂਟ ਹੋਈ ਸੀ ਜੇ ਭਿੰਡਰਾਂ ਵਾਲੇ ਨੂੰ ਬਾਹਰ ਆਉਣ ਦੱਸਦੇ ਤਾਂ ਉਹ ਸੰਗਤ ਨੂੰ ਵੀ ਤਾਂ ਬਾਹਰ ਆਉਣ ਦਿੱਤਾ ਜਾ ਸਕਦਾ ਸੀਗਾ। ਦੇਖੋ ਸੰਗਤ ਨੂੰ ਉਹਨਾਂ ਨੇ ਟਾਈਮ ਦਿੱਤਾ ਬਾਹਰ ਆਉਣ ਨੂੰ, ਸੰਗਤ ਬਾਹਰ ਨਿਕਲੀ ਹੈ। ਤੁਸੀਂ ਮੂਵੀ ਦੇਖੋ, ਤੁਸੀਂ ਪੁਰਾਣੇ ਜਿਹੜੇ ਇਤਿਹਾਸਕਾਰਾਂ ਤੋਂ ਦੇਖ ਲਓ, ਜਿਹੜੀ ਤੁਸੀਂ ਰਿਕਾਰਡਿੰਗਾਂ ਕਢਾ ਲਓ, ਸਾਰੇ ਬਾਹਰ ਸੰਗਤ ਨੂੰ ਟਾਈਮ ਦਿੱਤਾ ਉਹਨਾਂ ਨੇ। ਤੁਸੀਂ ਕਹਿੰਦਾ ਟਾਈਮ ਨਿਕਲਿਆ ਜੀ, ਸੰਗਤ ਬਾਹਰ ਆਈ ਹੈ ਜੀ, ਸੰਗਤ ਬਾਹਰ ਆਈ ਹੈ। ਜਿਹੜੀ ਨਹੀਂ ਆਈ ਫਿਰ ਉਹ ਕੀ ਕਾਰਨ ਸੀਗਾ ਜੀ? ਦੇਖੋ ਸੰਗਤ ਬਾਹਰ ਆਈ ਹੈ, ਉਹਨਾਂ ਨੇ ਤਾਂ ਟਾਈਮ ਦਿੱਤਾ ਸੀ ਨਾ ਵੀ ਜਿਹੜੇ ਭਿੰਡਰਾਂ ਵਾਲੇ ਦੇ ਸਮਰਥਕ ਨੇ, ਭਿੰਡਰਾਂ ਵਾਲਾ, ਇਹ ਬਾਹਰ ਨਿਕਲ ਜਾਣ। ਅਸੀਂ ਨਹੀਂ ਕੁਝ ਕਹਿੰਦੇ, ਫੌਜ ਨੇ ਤਾਂ ਟਾਈਮ ਦਿੱਤਾ ਸੀਗਾ। ਠੀਕ ਹੈ ਜੀ। ਬਾਹਰ ਜਿਹੜੇ ਨਹੀਂ ਨਿਕਲੇ ਤੇ ਫਿਰ ਉਹਨਾਂ ਦਾ ਕੀ, ਫੌਜ ਦਾ ਕੀ ਕਸੂਰ ਹੈ? ਸੰਗਤ ਤਾਂ ਬਾਹਰ ਨਿਕਲੀ ਹੈ ਜੀ, ਸਾਰੀ ਬਾਹਰ ਨਿਕਲੀ ਹੈ। 11 ਮਹੀਨੇ ਦੇ ਬੱਚੇ ਚੱਕ ਕੇ ਕੰਧਾਂ ਨਾਲ ਫੌਜ ਨੇ ਮਾਰੇ, ਉਹ ਕਿਹੜੇ ਅੱਤਵਾਦੀ ਸੀ? ਕੋਈ ਨਹੀਂ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ, ਨਹੀਂ ਮਾਰੇ ਜੀ, ਬਿਲਕੁਲ ਨਹੀਂ ਮਾਰੇ। ਇਹ ਤਾਂ ਦੇਖੋ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਤੁਸੀਂ ਦੇਖ ਰਹੇ ਜਾਂ ਤੁਸੀਂ ਉਹਨਾਂ ਗੱਲਾਂ ਨੂੰ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ? ਮੇਰੀ ਗੱਲ ਸੁਣੋ, ਇਹੋ ਜੀ ਕੋਈ ਗੱਲ ਨਹੀਂ ਹੋਈ। ਅੰਦਰ ਜਿਹੜੇ ਭਿੰਡਰਾਂ ਵਾਲੇ ਦੇ ਜਿਹੜੇ ਸਮਰਥਕ ਬੈਠੇ ਸੀ, ਉਹਦੇ ਚੇਲੇ ਚੱਪਟੇ ਬੈਠੇ ਸੀ, ਉਹ ਅਸਲੇ ਲੈ ਕੇ ਬੈਠੇ ਸੀ, AK-47 ਲੈ ਕੇ ਬੈਠੇ ਸੀ, ਰਾਈਫਲਾਂ ਲੈ ਕੇ ਬੈਠੇ ਸੀ। ਉਹਨਾਂ ਨੇ ਸਾਰੀ ਇਹ ਹਨੇਰਗਰਦੀ ਕੀਤੀ ਸੀ, ਉਹਨਾਂ ਨੇ ਹਨੇਰਗਰਦੀ ਕੀਤੀ ਸੀ। ਲੇਡੀਜ਼ ਮਰੀਆਂ ਜੀ, ਜਿਹੜੀ ਬੀਬੀ ਪ੍ਰੀਤਮ ਕੌਰ ਨੇ, ਸ਼ਾਇਦ ਇੱਕ ਭਿੰਡਰਾਂ ਵਾਲੇ ਸੰਤਾਂ ਦੇ ਨਾਲ ਰਸ਼ਪਾਲ ਸਿੰਘ ਸੀਗਾ ਉਹਨਾਂ ਦਾ PA, ਉਹਨਾਂ ਦੀ ਧਰਮ ਪਤਨੀ, ਜਿਨ੍ਹਾਂ ਦਾ ਆਪਦਾ ਬੱਚਾ ਵੀ 15 ਕੁ ਮਹੀਨੇ ਦਾ ਬੱਚਾ ਸੀ, ਉਹਨਾਂ ਦੇ ਆਪ ਦੇ ਵੀ ਉਹਦੇ ਬੱਚੇ ਦੇ ਗੋਲੀ ਵੱਜੀ, ਬੀਬੀ ਦੇ ਵੱਜੀ, ਚਲੋ ਬਚ ਗਏ। ਉਹਨਾਂ ਨੇ ਬਾਅਦ ਚੋਂ ਜਦੋਂ ਬਾਹਰ ਆ ਕੇ ਇਹ ਬਿਆਨ ਦੱਸੇ ਆ ਕਿ ਕਿੱਦਾਂ ਉੱਥੇ ਫੌਜ ਨੇ ਜ਼ਾਲਮ ਤਰੀਕੇ ਨਾਲ ਕੀਤਾ। ਜੇ ਤੁਹਾਨੂੰ ਲੱਗਦਾ ਕਿ ਭਿੰਡਰਾਂ ਵਾਲੇ ਕਰਕੇ ਹੀ ਘੇਰਾ ਉੱਥੇ ਪਿਆ, ਫੌਜ ਨੇ ਹਮਲਾ ਕੀਤਾ, ਤਾਂ ਹੋਰ ਵੀ ਤਾਂ ਰਾਹ ਬਹੁਤ ਸੀਗੇ ਨਾ ਜੀ। ਉਸ ਏਰੀਆ ਨੂੰ ਸੀਲ ਕੀਤਾ ਜਾ ਸਕਦਾ ਸੀ, ਅੰਦਰ ਖਾਣਾ ਪਾਣੀ ਬੰਦ ਕੀਤਾ ਜਾ ਸਕਦਾ ਸੀ। ਇੱਕ ਉਸ ਏਰੀਆ ਨੂੰ ਸੀਲ ਕਰਕੇ ਜਦੋਂ ਅੰਦਰ ਕੋਈ ਜਾਣਾ ਹੀ ਨਹੀਂ ਸੀ, ਅੱਕ ਕੇ ਕਿੰਨੇ ਕੁ ਦਿਨ ਜਿਉਂਦੇ ਰਹਿੰਦੇ, ਅੱਕ ਕੇ ਤਾਂ ਬਾਹਰ ਆਉਂਦੇ ਨਾ ਜੀ। ਦਰਬਾਰ ਸਾਹਿਬ ਤੁਸੀਂ ਕਹਿੰਦੇ ਹੋ, ਅਸੀਂ ਕਹਿੰਦੇ ਆ ਵੀ ਸਾਡੇ ਲਈ ਮੱਕਾ, ਉੱਥੇ ਹਮਲਾ ਕਰ ਦੇਣਾ, 10 ਬੰਦਿਆਂ ਨੂੰ ਫੜਨ ਦੀ ਖਾਤਰ, 50-100 ਬੰਦਿਆਂ ਨੂੰ ਫੜਨ ਦੀ ਖਾਤਰ ਦਰਬਾਰ ਸਾਹਿਬ ਢਾਹ ਦੇਣਾ। ਦੇਖੋ ਭਿੰਡਰਾਂ ਵਾਲੇ ਅੱਤਵਾਦੀ ਨੂੰ ਬਾਹਰ ਕੱਢਣਾ ਸੀ ਨਾ, ਸੰਗਤ ਨੂੰ ਤਾਂ ਟਾਈਮ ਦਿੱਤਾ ਸੀ। ਤੁਸੀਂ ਉਹ ਗੱਲ ਸਮਝ ਨਹੀਂ ਰਹੇ, ਸੰਗਤ ਨੂੰ ਤਾਂ ਟਾਈਮ ਦਿੱਤਾ ਗਿਆ ਸੀ, ਬਾਹਰ ਆ ਜਾਓ, ਬੱਚੇ ਸਮੇਤ ਕਈ ਬਾਹਰ ਆਏ ਨੇ। ਮੈਂ ਕਹਿੰਦਾ ਜੀ ਸੰਗਤ ਵਾਲੇ ਕਰਕੇ ਵੀ ਕੀਤਾ, ਭਿੰਡਰਾਂ ਵਾਲੇ ਕਰਕੇ ਅੰਦਰ ਉਹਨਾਂ ਨੇ ਪਹਿਲਾਂ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਸੀ। ਉਹਨਾਂ ਨੇ AK-47 ਉਹਨਾਂ ਨੇ ਚਲਾਈਆਂ ਸੀ, ਉਹਨਾਂ ਨੇ ਅੰਦਰ ਚਲਾਤੀਆਂ ਸੀਗੀਆਂ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੋ ਗਿਆ, ਤੁਹਾਡੀ ਗੱਲ ਨਾਲ 101% ਸਹਿਮਤ ਆ ਵੀ ਉਹਨਾਂ ਨੇ ਚਲਾਤੀਆਂ ਪਹਿਲਾਂ ਜਾਂ ਇਹਨਾਂ ਨੇ ਚਲਾਤੀਆਂ। ਇਹ ਇੱਕ ਜਾਂਚ ਦਾ ਵਿਸ਼ਾ ਵਾ, ਹੋਈਆਂ ਵੀ ਨੇ ਜਾਂਚਾਂ। ਮੈਂ ਕੁਲਦੀਪ ਸਿੰਘ ਬਰਾੜ ਨੂੰ ਵੀ ਪੜ੍ਹਿਆ, ਜਿਹੜਾ ਮੁਖੀ ਸੀ ਉਸ ਟਾਈਮ ਸਾਰੇ ਹਮਲੇ ਦਾ। ਮੈਂ ਕਹਿੰਦਾ ਜੀ ਗੋਲੀਆਂ ਚੱਲਣੀਆਂ ਹੀ ਨਹੀਂ ਚਾਹੀਦੀਆਂ ਸੀਗੀਆਂ। ਸਾਡਾ ਤਾਂ ਮੱਕਾ ਵਾ, ਉਹ ਸਾਡੇ ਲਈ ਪੂਜਣੀਕ ਆ।
ਉਹ ਤੇ ਗੋਲੀਆਂ ਚੱਲਣੀਆਂ ਹੀ ਨਹੀਂ ਚਾਹੀਦੀਆਂ ਸੀ, ਚਾਹੇ ਉਹ ਪਹਿਲਾਂ ਉਹਨੇ ਚੱਲੀਆਂ, ਚਾਹੇ ਉਹਨੇ ਚੱਲੀਆਂ। ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ, ਗੋਲੀਆਂ ਨਹੀਂ ਸੀ ਚੱਲਣੀਆਂ ਚਾਹੀਦੀਆਂ। ਗੋਲੀਆਂ ਸ਼ੁਰੂਆਤ ਹੀ ਉਹਨਾਂ ਨੇ ਕੀਤੀ, ਆਪਣੀ ਫੌਜ ਨੇ ਤਾਂ ਭਾਰਤੀ ਫੌਜ ਨੇ ਤਾਂ ਉਹਨਾਂ ਨੂੰ ਚਾਂਸ ਦਿੱਤਾ ਸੀ ਬਾਹਰ ਆਉਣ ਦਾ, ਸਾਰੀ ਸੰਗਤ ਬਾਹਰ ਨਿਕਲੀ ਹੈ। ਅੱਗੇ ਉਹਨਾਂ ਨੇ ਪਹਿਲ ਕੀਤੀ ਸੀਗੀ ਗੋਲੀਆਂ ਚਲਾਉਣ ਦੀ, ਉਹਨਾਂ ਨੇ ਅੱਗੇ ਚਲਾਣੀਆਂ। ਹੁਣ ਦੇਖੋ, ਹੁਣ ਕੋਈ ਗੋਲੀ ਮਾਰੇ ਕਰੇ, ਹੁਣ ਅੱਗੇ ਫੌਜ ਮਾਰੇਗੀ ਨਹੀਂ ਉਹ ਬੰਦੇ ਨੂੰ ਜਿਹੜਾ ਉਹਦਾ ਅੱਤਵਾਦੀ ਗੋਲੀ ਅੱਗੇ ਚਲਾ ਰਹੇ ਨੇ, ਉਹ ਮਾਰਨਗੇ ਨਾ, ਗੋਲੀਆਂ ਚਲਾਣਗੇ ਨਾ। ਉਹਨਾਂ ਨੇ ਇੱਥੇ ਤੁਹਾਡੀ ਗੱਲ ਮੈਂ ਮੰਨ ਲਈ ਜੀ, ਚਲੋ ਦਰਬਾਰ ਸਾਹਿਬ ਤੇ ਹਮਲਾ, ਤੁਹਾਡੇ ਕਹਿਣ ਤੱਕ ਉਹਨਾਂ ਨੂੰ ਸਮਾਂ ਵੀ ਦਿੱਤਾ, ਬਾਹਰ ਨਹੀਂ ਨਿਕਲੇ, ਕੁਝ ਉੱਥੇ ਬੱਚੇ ਵੀ ਮਰੇ, ਕੁਝ ਬੀਬੀਆਂ ਵੀ ਮਰੀਆਂ। ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੁੰਦਾ ਵਾ ਦਿੱਲੀ ਦੇ ਵਿੱਚ, ਸਿੱਖ ਕਤਲੇਆਮ ਜਿਹੜਾ ਹੋਇਆ, ਉਹਨਾਂ ਨੇ ਤਾਂ ਕੋਈ ਦਰਬਾਰ ਸਾਹਿਬ ਤੇ ਕਿਸੇ ਫੌਜ ਤੇ ਜਾਂ ਕਿਸੇ ਤੇ ਹਮਲਾ ਨਹੀਂ ਨਾ ਕੀਤਾ ਸੀ। ਉਹ ਕਿਉਂ ਮਾਰੇ ਗਏ? ਉਹ ਤਾਂ ਘਰਾਂ 'ਚ ਬੈਠੇ ਸੀ ਵਿਚਾਰੇ। ਇੰਦਰਾ ਗਾਂਧੀ 2 ਸਿੱਖਾਂ ਨੇ ਮਾਰੀ ਸੀ, 2 ਸਿੱਖਾਂ ਨੇ ਮਾਰੀ ਸੀ ਨਾ ਜੀ। ਦਿੱਲੀ ਦੇ ਵਿੱਚ ਸਾਰੇ ਸਿੱਖਾਂ ਨੂੰ ਮਾਰਨਾ ਇਹ ਕਿੱਥੋਂ ਦਾ ਨਿਯਮ ਆ ਜੀ? ਦੇਖੋ ਜੀ, ਕਿਸੇ ਨੂੰ ਪਤਾ ਥੋੜੀ ਹੈ, ਕੋਈ ਰਿਪੋਰਟ ਆਈ ਥੋੜੀ ਹੈ ਵੀ ਇਹ ਕਿੰਨੇ ਮਾਰਿਆ ਸੀ, ਤੁਹਾਨੂੰ ਪਤਾ ਚੀਜ਼ ਦਾ ਕਿੰਨੇ ਮਾਰਿਆ ਸੀ? ਇਹ ਤਾਂ ਦੰਗੇ ਹੋਏ ਸਰ। ਇਹ ਤਾਂ ਜਗਦੀਸ਼ ਟਾਈਟਲਰ ਦਾ ਨਾਮ ਆਉਂਦਾ ਪਿਆ, ਸਜ਼ਾ ਮਿਲੀ ਆ। ਸੱਜਣ ਕੁਮਾਰ ਦਾ ਨਾਮ ਆਉਂਦਾ ਪਿਆ, ਸਾਰੀਆਂ ਜਾਂਚਾਂ ਸਾਹਮਣੇ ਨੇ, ਪਾਰਦਰਸ਼ੀ ਤਰੀਕੇ ਨਾਲ ਹੋਇਆ ਸਾਰਾ ਕੁਝ। ਜਾਂਚਾਂ ਸਾਹਮਣੇ ਆ, ਕਿਸੇ ਨੇ ਕੋਈ ਜਾਂ ਤਾਂ ਉਹਨਾਂ ਨੇ ਆਪ ਗੋਲੀ ਚਲਾਈ ਹੋਵੇ, ਉਹ ਵੀ ਦੇਖੋ, ਗੋਲੀ ਕੋਈ ਆਪ ਚਲਾਈ ਉਹਨਾਂ ਨੇ, ਦੇਖ ਲਓ। ਖੂਨ ਦਾ ਬਦਲਾ ਖੂਨ ਦੇ ਨਾਰੇ ਤੱਕ ਲੱਗੇ, ਕਹਿ ਸਕਦੇ ਆ ਜੀ, ਦੇਖ ਲਓ, ਬਦਲਾ ਖੂਨ ਦੇ ਨਾਰੇ ਤੱਕ ਲੱਗੇ ਸਰ। ਇਹ ਤਾਂ ਹੁਣ ਸਾਰਾ ਨਹੀਂ ਮਿਲਿਆ, ਸਜ਼ਾ ਤਾਂ ਮਿਲੀ ਆ ਨਾ। ਸੱਜਣ ਨਾਮ ਜਿੱਤੇ ਮਰਜ਼ੀ ਲਾ ਦਿਓ, ਉਹਨਾਂ ਨੇ ਚਲਾਈ ਹੈ, ਉਹਨਾਂ ਨੇ ਚਲਾਈ ਤਾਂ ਨਾ ਤਾਂ ਜਿੱਤੇ ਮਰਜ਼ੀ ਲਾ ਦਿਓ। ਦੇਖੋ, ਜੇ ਜਾਂਚਾਂ ਦੇ ਘੇਰੇ ਚ ਆਏ ਨੇ ਤੇ ਸਜ਼ਾ ਦਿੱਤੀ ਹੈ, ਪ੍ਰਸ਼ਾਸਨ ਨੇ ਮਿਲੀ ਹੈ, ਸਜ਼ਾ ਮਿਲੀ ਹੈ। ਦੋਸ਼ੀ ਸੀਗੇ ਤੇ ਮਿਲੀ ਹੈ। ਅਸੀਂ ਉਹੀ ਗੱਲ ਕਹਿੰਦੇ ਆ, ਉਹਨਾਂ ਨੇ ਚਲਾਈ ਆ ਤੇ ਉਹ ਗੱਲ ਨਹੀਂ ਬਣਦੀ ਜੀ। ਨਹੀਂ ਚਲਾਈ ਨਹੀਂ ਕਹਿੰਦੇ ਜੀ, ਅਸੀਂ ਇਹ ਕਹਿੰਦੇ ਆ ਵੀ ਉਹ ਵਿੱਚੋਂ ਕਈ ਦਹਿਸ਼ਤਗਰਦੀ ਅੱਤਵਾਦੀ ਵੀ ਖੜੇ ਹੋ ਜਾਂਦੇ ਗੋਲੀਆਂ ਚਲਾਉਣ ਲਈ, ਤਾਂ ਹਰ ਕੋਈ ਫਾਇਦਾ ਉਠਾ ਲੈਂਦਾ, ਸਾਰੇ ਕਿਤੇ ਹੁੰਦੇ ਆ, ਭੀੜ ਚਾਰ ਕੋਈ ਫਾਇਦਾ ਉਠਾ ਲੈਂਦਾ, ਬੰਦੇ ਸਾਰੇ ਹੁੰਦੇ ਨੇ। ਅਸੀਂ ਕਹਿੰਦੇ ਸਾਰੇ ਹੀ ਧਰਮਾਂ ਚ ਜਿਹੜਾ ਦੋਸ਼ੀ ਸੀ, ਸਜ਼ਾ ਦਿੱਤੀ ਪ੍ਰਸ਼ਾਸਨ ਨੇ, ਦਿੱਤੀ ਹੈ ਪੁਲਿਸ ਪ੍ਰਸ਼ਾਸਨ ਨੇ। ਦੋਸ਼ੀ ਤਾਂ ਸੀ ਨਾ ਜੀ, ਉਹ ਸੀ ਦੋਸ਼ੀ, ਪ੍ਰਸ਼ਾਸਨ ਨੇ ਦਿੱਤੀ ਸਜ਼ਾ, ਅਦਾਲਤ ਨੇ, ਕੋਰਟ ਨੇ ਸਜ਼ਾ ਦਿੱਤੀ ਹੈ। ਕੋਰਟ ਨੇ, ਤਾਂ ਕੋਈ ਚਿੱਪਣ ਵਾਲੀ ਗੱਲ ਹੈ ਹੀ ਨਹੀਂ। ਬਿਲਕੁਲ ਕੋਰਟ ਹੀ ਸਰ ਕਹਿਣਾ ਵੀ ਇਹਨਾਂ ਨੂੰ ਸਜ਼ਾ ਮਿਲੀ, ਜੇ ਦੋਸ਼ੀ ਸੀ ਸਜ਼ਾ ਦਿੱਤੀ ਅਦਾਲਤ ਨੇ। ਇਹਨਾਂ ਨੂੰ ਐਡਾ ਦੋਸ਼ ਕਰਨ ਦੀ ਹਿੰਮਤ ਹੀ ਕਿਹਨੇ ਦਿੱਤੀ ਵੀ ਇੰਨੇ ਸਿੱਖ ਮਾਰ ਦੋ? ਦੇਖੋ ਜੀ, ਇਹ ਜੇ ਤੁਸੀਂ ਮੈਨੂੰ ਇਹੀ ਗੱਲ ਕਹਿ ਰਹੇ ਹੋ ਨਾ ਵੀ ਉੱਥੇ ਮਰੇ ਬੰਦੇ ਦਾ ਸਿੱਖ ਕਤਲੇਆਮ ਹੋਇਆ, ਦੇਖੋ ਵੈਸੇ ਇਹੋ ਜੀ ਗੱਲ ਕਹਿਣ ਦਾ ਮਤਲਬ ਵੀ ਜੇ ਸੀਗੇ ਦੋਸ਼ੀ, ਉਹਨਾਂ ਨੂੰ ਸਜ਼ਾ ਮਿਲੀ ਹੈ। ਮੈਂ ਕਹਿੰਦਾ ਜੀ ਸਜ਼ਾ ਮਿਲਣਾ ਮਿਲੀ ਵੱਖਰੀ ਆ। ਮੇਰੇ ਕੋਰਟ ਨੇ ਸਿੱਧ ਕਰਤੀ ਤਾਂ ਕੋਰਟ ਦਾ ਬੈਠ ਰਿਹਾ ਨਾ, ਕੋਰਟ ਨੇ ਜੇ ਦੇਖ ਲਈ, ਜੇ ਉਹਨਾਂ ਨੇ ਜ਼ੁਲਮ ਕੀਤਾ ਸੀ ਤੇ ਸਜ਼ਾ ਮਿਲ ਗਈ। ਮੈਂ ਕਿਹਾ ਜੀ ਸਜ਼ਾ ਮਿਲਣਾ ਵਾਜਬ ਆ, ਮਿਲਣੀ ਵੀ ਚਾਹੀਦੀ ਆ। ਇੱਥੇ ਮੈਂ ਇਹ ਪੁੱਛ ਰਿਹਾ ਵੀ ਜੇ ਮੇਰੇ ਪਰਿਵਾਰ ਦਾ ਇੱਕ ਮੰਨ ਲਓ ਮੈਂਬਰ ਮਰ ਗਿਆ, ਮੇਰੇ ਪਰਿਵਾਰ ਦਾ ਕਿਸੇ ਨੇ ਮੈਂਬਰ ਮਾਰਤਾ, ਥਰਡ ਪਰਸਨ ਨੇ, ਉਹਨੂੰ ਕੋਰਟ ਨੇ ਸਜ਼ਾ ਦੇਤੀ, ਉਹਨੇ ਕਹਿੰਦੇ ਜੀ ਦੋਸ਼ ਕੀਤਾ ਇਹਨੇ, ਇਹਨੂੰ ਸਜ਼ਾ ਦੇਤੀ, ਪਰ ਉਸ ਦੇ ਨਾਲ ਮੇਰਾ ਪਰਿਵਾਰ ਦਾ ਜੀਅ ਤਾਂ ਨਹੀਂ ਮੁੜਨਾ ਜੀ। ਉੱਥੇ ਛੋਟੇ ਛੋਟੇ ਬੱਚਿਆਂ ਨੂੰ ਮਾਰਿਆ ਗਿਆ, ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜੇ ਗਏ, ਅੱਗਾਂ ਨਿਸ਼ਾਨੀਆਂ ਘਰਾਂ ਦੇ ਉੱਤੇ ਲਾ ਕੇ ਫੂਕੇ ਗਏ। ਉੱਥੇ ਸਰ ਜੇ ਸਜ਼ਾ ਇੱਕ ਬੰਦੇ ਨੇ ਅੱਜ ਸਜ਼ਾ 20 ਸਾਲ ਦੀ ਭੁਗਤ ਲੂ, 10 ਸਾਲ ਦੀ ਭੁਗਤ ਲੂ, ਪਰ 10,000 ਸਿੱਖ ਜਿਹੜਾ ਮਾਰਿਆ ਗਿਆ, ਉਹਨਾਂ ਦਾ ਮੋੜਾ ਕੌਣ ਮੋੜੂਗਾ? ਉਹਨਾਂ ਦੇ ਪਰਿਵਾਰ ਕੀ? ਦੇਖੋ ਜੀ, ਗੱਲ ਇਹ ਬੰਦੇ ਪਛਾਣ ਨਹੀਂ ਨਾ ਹੋ ਸਕੀ ਕਿਹਨਾਂ ਨੇ ਮਾਰੇ ਨੇ। ਦੇਖੋ, ਪਛਾਣ ਤਾਂ ਹੋ ਨਹੀਂ ਸਕੀ। ਜਿਨ੍ਹਾਂ ਦੀ ਤੁਸੀਂ ਕਹਿ ਰਹੇ ਹੋ ਪਛਾਣ ਹੋਈ ਆ, ਮੈਂ ਵੀ ਕਹਿ ਰਿਹਾ, ਜਿਨ੍ਹਾਂ ਨੂੰ ਕੋਰਟ ਨੇ ਦੋਸ਼ੀ ਮੰਨਿਆ, ਉਹਨਾਂ ਨੂੰ ਸਜ਼ਾ ਮਿਲ ਗਈ, ਕੋਰਟ ਨੇ ਉਹਨਾਂ ਨੂੰ ਦੇਤੀ ਸਜ਼ਾ। ਚਲੋ, ਤੁਸੀਂ ਉਸ ਚੀਜ਼ ਨੂੰ ਮੇਰੀ ਗੱਲ ਸਮਝ ਨਹੀਂ, ਫੋਲੋ ਨਹੀਂ ਕਰ ਰਹੇ। ਇੱਥੇ ਗੱਲ ਮੈਂ ਤੁਹਾਡੇ ਕੋਲ ਮੁੜ ਕੇ ਆਉਣਾ। ਤੁਸੀਂ ਕਹਿੰਦੇ ਹੋ ਜੀ ਵੀ ਗੁਰਪਤਵੰਤ ਪੰਨੂ ਜਿਹੜਾ ਅੱਤਵਾਦੀ, ਉਹ ਗਦਾਰ, ਇਹ ਉਹ ਤੁਸੀਂ ਕਿਹਾ ਕਿ ਭਿੰਡਰਾਂ ਵਾਲੇ ਦਾ ਅੱਜ ਕੱਲ੍ਹ ਮੁੰਡੇ ਟੀ-ਸ਼ਰਟਾਂ ਪਾਉਂਦੇ ਆ, ਸਟਿੱਕਰ ਲਾਉਂਦੇ ਆ। ਤੁਹਾਨੂੰ ਟੀ-ਸ਼ਰਟਾਂ ਪਾਉਣ ਜਾਂ ਸਟਿੱਕਰ ਲਾਉਣ ਦੇ ਵਿੱਚ ਤੁਹਾਨੂੰ ਕੀ ਪਰੇਸ਼ਾਨੀ, ਤੁਹਾਨੂੰ ਕੀ ਲੱਗਦਾ ਗਲਤ? ਦੇਖੋ, ਆਪਣੇ ਆਪ ਨੂੰ ਡੌਨ ਸਮਝਦੇ ਨੇ, ਆਪਣੇ ਆਪ ਨੂੰ ਬਹੁਤ ਵੱਡੇ ਗੈਂਗਸਟਰ ਸਮਝਦੇ ਨੇ। ਮੇਰੇ ਪਿੱਛੇ ਕਈ ਵਾਰੀ ਆਉਂਦੇ ਨੇ, ਮੇਰੇ ਪਿੱਛੇ ਕਈ ਵਾਰੀ ਉਹਨਾਂ ਨੇ ਆ ਕੇ ਗੱਡੀਆਂ ਲਾਈਆਂ, ਅਸੀਂ ਤੇਰੀ ਹਿੱਕ ਤੇ ਤੇਰੀ ਲਾਸ਼ਾਂ ਤੇ ਖਾਲਿਸਤਾਨ ਬਣਾਵਾਂਗੇ, ਜਿਹੜੀਆਂ ਮੈਂ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਨੂੰ, ਜਿਹੜਾ ਮੇਰਾ ਸੰਬੰਧੀ ਥਾਣਾ ਮਾਡਲ ਟਾਊਨ, ਮੈਂ ਸਾਰੀਆਂ ਦਰਖਾਸਤਾਂ ਦਰਜ ਕਰਾਈਆਂ ਹੋਈਆਂ ਜੀ। ਮੈਨੂੰ ਆ ਕੇ ਖੁਦ ਕਿਹਾ ਜਾ ਰਿਹਾ ਵੀ ਅਸੀਂ ਤੇਰੀਆਂ ਲਾਸ਼ਾਂ ਤੇ ਤੇਰੀਆਂ ਖਾਲਿਸਤਾਨ ਬਣਾਵਾਂਗੇ। ਭਿੰਡਰਾਂ ਵਾਲਾ ਜਿੰਦਾਬਾਦ, ਭਿੰਡਰਾਂ ਵਾਲੇ ਨੂੰ ਆਪਣੇ ਆਪ ਨੂੰ ਡਾਊਨ ਹੈ ਭਿੰਡਰਾਂ ਵਾਲਾ। ਜੇ ਤੁਸੀਂ ਗੈਂਗਸਟਰਸ ਆਪਣੇ ਗੈਂਗਸਟਰ ਬਣਨ ਦੀ ਕੋਸ਼ਿਸ਼ ਕਰਦੇ, ਅੱਤਵਾਦ ਵੱਲ ਦੁਬਾਰਾ ਪ੍ਰੇਰਿਤ ਕਰ ਰਹੇ ਹੋ, ਅੱਤਵਾਦ ਦੁਬਾਰਾ ਆਵੇ। ਜੇ ਤੁਸੀਂ ਮੈਂ ਤੁਹਾਨੂੰ ਸਪਸ਼ਟ ਸ਼ਬਦਾਂ ਦੱਸਾਂ ਨਾ ਜੀ, ਅੱਜ ਜਿਹੜਾ ਰੈਫਰੈਂਡਮ 2020 ਦਾ ਰੌਲਾ ਚੱਲਿਆ ਸੀ, ਰੈਫਰੈਂਡਮ 2020 ਦਾ ਜੇ ਰੌਲਾ ਪਾਇਆ ਨਾ, ਤਾਂ ਉਹਨਾਂ ਪੰਨੂ ਨੇ ਨਹੀਂ ਪਾਇਆ ਜਿੰਨਾ ਸ਼ਿਵ ਸੈਨਾ ਨੇ ਪਾਇਆ। ਜੇ ਭਿੰਡਰਾਂ ਵਾਲਾ ਅੱਜ ਤੱਕ ਜਿਉਂਦਾ ਰੱਖਿਆ ਹੋਇਆ ਨਾ ਜੀ, ਭਿੰਡਰਾਂ ਵਾਲਾ ਸੰਤ ਜਿਉਂਦਾ ਰੱਖਿਆ ਤਾਂ ਉਹ ਸ਼ਿਵ ਸੈਨਾ ਨੇ ਜਿਉਂਦਾ ਰੱਖਿਆ ਹੋਇਆ।
ਮੁੰਡੇ ਜਿੰਨੀ ਰਿਸਪੈਕਟ ਪਹਿਲਾਂ ਕਰਦੇ ਸੀ ਨਵੀਂ ਜਨਰੇਸ਼ਨ ਨੂੰ, ਉਹਦੇ ਬਾਰੇ ਹਜੇ ਨਾ 2020 ਬਾਰੇ ਪਿੰਡਾਂ ਵਾਲਿਆਂ ਨੂੰ ਪਤਾ ਹੀ ਨਹੀਂ ਸੀ। ਇਹ ਗੱਲ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ, ਮੇਰੀ ਗੱਲ ਸੁਣ ਲਓ। ਮੇਰੀ ਬੇਨਤੀ ਸੁਣ ਲਓ। ਮੈਂ ਤਾਂ ਇਹ ਫੇਸਬੁੱਕ ਸੋਸ਼ਲ ਮੀਡੀਆ ਦੇਖੋ, ਪੰਨੂ ਦੇਖ ਲਓ, ਜਿਹੜਾ ਸਾਰਿਆਂ ਨੂੰ ਉਕਸਾ ਰਿਹਾ 2020 ਖਾਲਿਸਤਾਨ ਰੈਫਰੈਂਡਮ ਲਈ ਗੱਲਾਂ ਕਰ ਰਿਹਾ, ਉਕਸਾ ਰਿਹਾ। ਮੈਂ ਕਿਹਾ ਜੀ ਉਹ ਤੁਸੀਂ ਦੇਖਦੇ ਪਏ ਹੋ, ਸੋਸ਼ਲ ਮੀਡੀਆ ਤੇ ਦੇਖ ਰਹੇ ਹੋ। ਉਹਨਾਂ ਰੌਲਾ ਪਿਆ ਨਹੀਂ ਸੀ, ਉਹਨਾਂ ਰੌਲਾ ਪਿਆ ਨਹੀਂ ਸੀ। ਸ਼ਿਵ ਸੈਨਾ ਦਾ ਵਿਰੋਧ ਕਰਦੀ ਹੈ। ਸ਼ਿਵ ਸੈਨਾ ਖਾਲਿਸਤਾਨ ਦਾ ਵਿਰੋਧ ਕਰਦੀ ਰਹੇਗੀ ਔਰ ਕਰੇਗੀ। ਜਦੋਂ ਕਿਸੇ ਚੀਜ਼ ਦਾ ਵਿਰੋਧ ਹੁੰਦਾ ਨਾ, ਜਦੋਂ ਕਿਸੇ ਚੀਜ਼ ਦਾ ਵਿਰੋਧ ਜ਼ਿਆਦਾ ਮਾਤਰਾ ਦੇ ਵਿੱਚ ਕਿਸੇ ਚੀਜ਼ ਦਾ ਵਿਰੋਧ ਹੁੰਦਾ ਨਾ ਜੀ, ਉਦੋਂ ਲੋਕੀ ਇੰਟਰਸਟ ਲੈਂਦੇ ਨੇ ਵੀ ਕੀ ਗੱਲ ਯਾਰ, ਇਹਦਾ ਵਿਰੋਧ ਕਿਉਂ ਹੋ ਰਿਹਾ। ਜੇ ਇਹਦਾ ਵਿਰੋਧ ਹੁੰਦਾ ਹੀ ਨਾ, ਪਿੰਡਾਂ ਵਾਲੇ ਭੋਲੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਜੀ 2020 ਹੈ ਕੀ ਆ। ਮੈਂ ਖੁਦ ਬਹੁਤ ਸਾਰੇ ਫੰਕਸ਼ਨ ਕਰਕੇ ਆਇਆ, ਇੱਥੇ ਤੁਸੀਂ ਮੇਰੀ ਗੱਲ ਸੁਣੋ, ਇੱਥੇ ਤੁਸੀਂ ਗਲਤ ਹੋ। ਮੈਂ ਤੁਹਾਨੂੰ ਅੱਜ ਕਹਿੰਦਾ ਤੁਸੀਂ ਗਲਤ ਹੋ। ਇੱਥੇ ਜਿਹੜਾ 2020 ਰੈਫਰੈਂਡਮ ਦਾ ਜਿਹੜਾ ਖਾਲਿਸਤਾਨ ਦਾ ਜਿਹੜਾ ਪ੍ਰਚਾਰ ਹੈ, ਉਹ ਪੰਨੂ ਵਰਗੇ ਦੇਸ਼ਾਂ 'ਚ ਕੁੱਤੇ ਇੱਥੇ ਬੈਠੇ ਕਰ ਰਹੇ ਨੇ। ਉਹਨਾਂ ਦੀਆਂ ਬੰਦੇ ISI ਦੀਆਂ ਜਿਹੜੀਆਂ ਏਜੰਸੀਆਂ ਨੇ, ਉਹ ਜਾਣ ਕੇ ਕਰਾ ਰਹੀਆਂ ਨੇ ਵੀ ਪੰਜਾਬ ਨੂੰ ਦੁਬਾਰਾ ਅੱਤਵਾਦ ਵੱਲ ਧਕੇਲਿਆ ਜਾਵੇ। ਜਿਹੜੇ ਨੌਜਵਾਨ ਮੁੰਡੇ ਨੇ, ਉਹਨਾਂ ਨੂੰ ਫੰਡਿੰਗ ਕਰਕੇ ਇਹਨਾਂ ਨੂੰ ਅੱਤਵਾਦ ਵੱਲ ਪ੍ਰੇਰਿਤ ਕੀਤਾ ਜਾਵੇ। ਉਹ ਭੜਕਾਰੇ 2020 ਰੈਫਰੈਂਡਮ ਦਾ ਨਾਮ ਦੇ ਰਹੇ ਖਾਲਿਸਤਾਨ ਦਾ, ਉਹ ਦੇ ਰਹੇ ਨੇ ਜੀ। ਕਈ ਸਮੱਗਰੀਆਂ ਫੜੀਆਂ ਦੇਖ ਲਓ ਤੁਸੀਂ, ਪੰਜਾਬ ਪੁਲਿਸ ਨੇ ਕਈ ਬੰਦੇ ਅੰਦਰ ਕਿਤੇ ਖਾਲਿਸਤਾਨੀ। ਸਾਡੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਦੋਂ ਉਹ ਸਾਈਟਾਂ ਹੀ ਬੰਦ ਕਰਤੀਆਂ, ਜਿਸ ਸਾਈਟਾਂ ਤੇ VOTING ਹੋਣੀ ਸੀ, ਸਾਈਟਾਂ ਉਹਨਾਂ ਨੇ ਬੰਦ ਕਰਤੀਆਂ ਜੀ। ਜਿਹੜੇ ਮੁੰਡੇ ਕੋਈ ਸਟicker ਤੋਂ ਤੁਹਾਡੇ ਕਹਿਣ ਮੁਤਾਬਕ ਜਾਂ ਸਰਕਾਰ ਦੇ ਪੁਲਿਸ ਦੇ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਕੋਈ ਸਟicker ਲਾਉਂਦਾ ਸੀਗਾ ਜਾਂ ਕੋਈ ਨਾਅਰੇ ਲਾਉਂਦਾ ਸੀ ਜਾਂ ਫੇਸਬੁੱਕ ਤੇ ਕੋਈ ਸ਼ੇਅਰ ਕਰਦਾ ਸੀ, ਉਹ ਪੁਲਿਸ ਪ੍ਰਸ਼ਾਸਨ ਨੇ ਚੱਕ ਲਏ ਜੀ। ਜਦੋਂ ਸਾਈਟਾਂ ਬੰਦ ਹੋ ਗਈਆਂ, ਪ੍ਰਸ਼ਾਸਨ ਇਸ ਚੀਜ਼ ਲਈ ਐਕਟਿਵ ਹੋਇਆ ਸੀ ਪੂਰਾ। ਫਿਰ ਤੁਹਾਡਾ ਰੌਲਾ ਪਾਉਣ ਦਾ ਕੀ ਬਣਦਾ? ਦੇਖੋ ਅੱਜ ਵੀ ਸਾਨੂੰ ਧਮਕੀਆਂ ਦਿੰਦੇ ਪਏ ਨੇ, ਅੱਜ ਵੀ ਸਾਨੂੰ ਤੁਸੀਂ ਦੇ ਰਹੇ ਨੇ। ਸਾਨੂੰ ਅੱਜ ਵੀ ਸਾਨੂੰ ਖਾਲਿਸਤਾਨ, ਅਸੀਂ ਦੇਖੋ ਸਾਨੂੰ ਗਲਤ ਬੋਲਣਗੇ, ਸਾਨੂੰ ਕੋਈ ਗਲਤ ਕਰ ਰਿਹਾ ਦੇਖ ਲਓ। ਮੈਂ ਤੁਹਾਨੂੰ ਪ੍ਰੂਫ ਦਿਖਾ ਸਕਦਾ। ਮੈਂ ਕਿਹਾ ਸਰ, ਮੈਂ ਤੁਹਾਨੂੰ ਪ੍ਰੂਫ ਦਿਖਾ ਸਕਦਾ। ਸਾਡੇ ਨਾਲ ਪੰਗੇ ਆਪ ਲੈਣ ਦੀ ਕੋਸ਼ਿਸ਼ ਕਰਦੇ ਹੋ। ਸ਼ਿਵ ਸੈਨਾ ਕਰਕੇ ਆਇਆ, ਬਿਲਕੁਲ ਮੈਂ ਤੁਹਾਡੀ ਪ੍ਰੋਫਾਈਲ ਚੈੱਕ ਕੀਤੀ ਆ, ਤੁਹਾਨੂੰ ਧਮਕੀਆਂ ਮਿਲਦੀਆਂ ਨੇ। ਸ਼ਿਵ ਸੈਨਾ ਨੂੰ ਭੜਕਾਇਆ ਜਾਂਦਾ ਹੈ, ਸਾਨੂੰ ਖਾਲਿਸਤਾਨੀ ਅੱਜ ਵੀ ਭੜਕਾ ਰਹੇ ਨੇ। ਅੱਜ ਵੀ ਕਾਲਾਂ ਆਈਆਂ ਮੈਨੂੰ, ਤੁਹਾਡੀ ਇੰਟਰਵਿਊ ਕਰਦੇ ਆ ਸ਼ਾਇਦ ਕਾਲ ਆ ਜਾਏ ਮੈਨੂੰ, ਇਹ ਪਹਿਲਾਂ ਵੀ ਮੈਨੂੰ ਕਾਲਾਂ ਆਈਆਂ। ਅੱਜ ਵੀ ਖਾਲਿਸਤਾਨੀ ਜਿਹੜੇ ਸਮਰਥਕ ਨੇ ਸਾਨੂੰ ਅੱਜ ਵੀ ਧਮਕੀਆਂ ਦੇ ਰਹੇ, ਅੱਜ ਵੀ ਕਹਿ ਰਹੇ ਨੇ ਤੁਹਾਨੂੰ ਮਾਰ ਦੇਣਾ, ਤੁਹਾਡਾ ਸੌਦਾ ਲਾ ਦੇਣਾ, ਤੁਸੀਂ ਖਾਲਿਸਤਾਨ ਦੇ ਖਿਲਾਫ ਨਹੀਂ ਬੋਲਣਾ, ਤੁਸੀਂ ਭਿੰਡਰਾਂਵਾਲੇ ਦੇ ਖਿਲਾਫ ਨਹੀਂ ਬੋਲਣਾ, ਅਸੀਂ ਪੰਜਾਬ 'ਚ ਖਾਲਿਸਤਾਨ ਬਣਾਉਣਾ। ਅੱਜ ਵੀ ਸਾਨੂੰ ਕਿਹਾ ਜਾ ਰਿਹਾ, ਅੱਜ ਵੀ ਸਾਨੂੰ ਕਾਲਾਂ ਤੇ ਕਿਹਾ ਜਾ ਰਿਹਾ। ਸਾਰਾ ਕੁਝ ਚੱਲ ਰਿਹਾ ਜੀ, ਇਦਾਂ ਨਹੀਂ ਚੱਲ ਰਿਹਾ, ਸਾਰਾ ਕੁਝ ਚੱਲ ਰਿਹਾ, ਸਭ ਹੋ ਰਿਹਾ। ਜਦੋਂ ਪ੍ਰਸ਼ਾਸਨ ਇਸ ਚੀਜ਼ ਲਈ ਪੂਰਾ ਸਤਰਕ ਹੋਇਆ ਹੈ, ਏਜੰਸੀਆਂ ਹੋਈਆਂ ਨੇ, ਸਰਕਾਰਾਂ ਨੇ ਉਹ ਸਾਈਟਾਂ ਹੀ ਬੈਨ ਕਰਤੀਆਂ, ਫਿਰ ਆਪਾਂ ਨੂੰ ਇੰਨਾ ਰੌਲਾ ਪਾਉਣ ਦਾ ਬਣਦਾ ਨਹੀਂ। ਫੋਨਾਂ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ, ਅਸੀਂ ਤੁਹਾਨੂੰ ਕਹਿੰਦੇ ਤੁਹਾਨੂੰ ਵੀ ਖਤਰਾ ਵਾ ਇਸ ਚੀਜ਼ ਦਾ। ਦੇਖੋ ਜੀ, ਖਤਰਾ ਤੁਹਾਨੂੰ ਵੀ, ਜੇ ਅਸੀਂ ਕਹਿੰਦੇ ਜਾਨ ਕਿਸੇ ਦੀ ਵੀ ਨਹੀਂ ਜਾਣੀ ਚਾਹੀਦੀ, ਚਾਹੇ ਉਹ ਕਿਸੇ ਦੁਸ਼ਮਣ ਦੀ ਵੀ ਹੋਵੇ। ਅਸੀਂ ਕਹਿੰਦੇ ਜਾਨ ਲੈਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈਗਾ ਜੀ, ਕਿਸੇ ਨੂੰ ਮਾਰਨ ਦਾ ਕੋਈ ਹੱਕ ਨਹੀਂ ਹੈਗਾ। ਪਰ ਗੱਲ ਇੱਥੇ ਕਰਦੇ ਆ ਵੀ ਜਦੋਂ ਸਰਕਾਰ ਇਸ ਚੀਜ਼ ਲਈ ਪੂਰੀ ਸਰਗਰਮ ਸੀ, ਉਹਨਾਂ ਨੇ ਸਾਈਟਾਂ ਬੰਦ ਕਰਤੀਆਂ ਸੀਗੀਆਂ, ਤਾਂ ਤੁਹਾਡਾ ਰੌਲਾ ਪਾਉਣਾ ਬਣਦਾ ਨਹੀਂ ਸੀ। ਕਈ ਮੈਨੂੰ ਲੋਕਾਂ ਦਾ ਸਵਾਲ ਆ ਜੀ, ਇਹ ਮੇਰਾ ਨਹੀਂ ਹੈਗਾ, ਤੁਸੀਂ ਇਸ ਵੀਡੀਓ ਦੇ ਥੱਲੇ ਵੀ ਸ਼ਾਇਦ ਕਮੈਂਟ ਦੇਖੋਗੇ ਕਿ ਉਹ ਕਹਿੰਦੇ ਨੇ, ਲੋਕਾਂ ਦਾ ਇਹ ਕਹਿਣਾ ਕਿ ਜਿੰਨੇ ਸ਼ਿਵ ਸੈਨਾ ਦੇ ਇਹ ਰੌਲਾ ਪਾਉਂਦੇ ਨੇ, ਇਹ ਸਾਰੇ ਗਨਮੈਨ ਲੈਣ ਦੇ ਲਈ ਰੌਲਾ। ਦੇਖੋ ਜੀ, ਗਲਤ ਹੈ। ਕੋਈ ਗਨਮੈਨ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਮੇਰੇ ਕੋਲ ਕੋਈ ਗਨਮੈਨ ਨਹੀਂ, ਮੈਂ ਕੋਈ ਸਿਕਿਉਰਿਟੀ ਲੈ ਕੇ ਰਾਜੀ ਨਹੀਂ ਹੁੰਦਾ, ਮੈਨੂੰ ਕੋਈ ਗਨਮੈਨ ਨਹੀਂ। ਮੈਂ ਤਾਂ ਵੀ ਰੌਲਾ ਪਾਣਾ, ਮੈਂ ਤਾਂ ਵੀ ਖਾਲਿਸਤਾਨ ਦੇ ਖਿਲਾਫ ਹਾਂ। ਮੈਂ ਤਾਂ ਵੀ ਜਿਹੜਾ ਕੋਈ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣਾ ਚਾਹੇ, ਅਸੀਂ ਉਹਦਾ ਵਿਰੋਧ ਕਰਦੇ ਹਾਂ। ਚਾਹੇ ਸਾਡੇ ਜਾਨ ਚਲੀ ਜਾਵੇ, ਚਾਹੇ ਮੇਰੀ ਜਾਨ ਚਲੀ ਜਾਵੇ, ਅਸੀਂ ਤਾਂ ਵੀ ਇਸ ਚੀਜ਼ ਦਾ ਵਿਰੋਧ ਕਰਦੇ ਰਹਾਂਗੇ। ਮਰਦੇ ਦਮ ਤੱਕ ਅੱਤਵਾਦ ਤੇ ਖਾਲਿਸਤਾਨ ਦਾ ਵਿਰੋਧ ਕਰਦੇ ਰਹਾਂਗੇ। ਅਸੀਂ ਤਾਂ ਵੀ ਨੌਜਵਾਨਾਂ ਨੂੰ ਗਲਤ ਦਿਸ਼ਾ ਵੱਲ ਨਹੀਂ ਜਾਣ ਦੇਵਾਂਗੇ। ਤੁਸੀਂ ਪਹਿਲਾਂ ਕਿਹਾ ਮੈਂ ਇੱਥੇ ਕਿ ਭਿੰਡਰਾਂ ਵਾਲੇ ਦੀਆਂ ਟੀ-ਸ਼ਰਟਾਂ ਪਾਉਂਦੇ ਆ, ਸਟicker ਲਾਉਂਦੇ ਆ। ਤੁਹਾਨੂੰ ਇੱਕ ਭਿੰਡਰਾਂ ਵਾਲੇ ਦੀ ਟੀ-ਸ਼ਰਟ ਪਾਈ ਮੁੰਡਿਆਂ ਦੇ ਦੇਖ ਗਈ, ਜਿੱਦਣ ਸਰਸੇ ਵਾਲਾ ਬਾਬਾ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਪਾਉਂਦਾ, ਉੱਥੇ ਤੁਹਾਡਾ ਕੋਈ ਬਿਆਨ ਨਹੀਂ ਆਉਂਦਾ। ਦੇਖੋ ਮੈਂ ਤੁਹਾਡੀ ਪੂਰੀ ਪ੍ਰੋਫਾਈਲ ਚੈੱਕ ਕਰਕੇ ਆਇਆ, ਉੱਥੇ ਤੁਹਾਡਾ ਇੱਕ ਦੇਖੋ ਵਿਰੋਧ ਹੁੰਦਾ, ਉਹਦਾ ਸਰਸੇ ਵਾਲੇ ਨੂੰ ਤਾਂ ਸਜ਼ਾ ਮਿਲੀ ਹੋਈ ਹੈ, ਸਰਸੇ ਵਾਲਾ ਅੰਦਰ ਹੀ ਹੈ, ਸਰਸੇ ਵਾਲਾ ਜੇਲ੍ਹ 'ਚ ਹੀ ਹੈ, ਸਜ਼ਾ ਮਿਲੀ ਹੋਈ ਹੈ। ਦੇਖੋ ਜਿਹੜੀ ਪੋਸ਼ਾਕ ਦੀ ਤੁਸੀਂ ਗੱਲ ਕੀਤੀ ਹੈ, ਉਹ ਗਲਤ ਹੈ। ਉਹ ਆਪਾਂ ਕਹਿੰਦੇ ਹਾਂ ਗਲਤ ਹੈ। ਜੇ ਤੁਸੀਂ ਕਹਿੰਦੇ ਹੋ, ਪਹਿਲਾਂ ਤੁਸੀਂ ਕਿਹਾ ਵੀ ਜਿਨ੍ਹਾਂ ਨੇ ਦਿੱਲੀ ਕਤਲੇਆਮ ਕੀਤਾ ਉਹਨਾਂ ਨੂੰ ਸਜ਼ਾ ਮਿਲ ਗਈ, ਤੁਸੀਂ ਕਹਿੰਦੇ ਹੋ ਸਰਸੇ ਵਾਲੇ ਨੂੰ ਕੀਤਾ ਜੀ, ਸਰਸੇ ਵਾਲੇ ਨੂੰ ਸਜ਼ਾ ਮਿਲ ਗਈ, ਫਿਰ ਸਾਰੇ ਜਿਹੜੇ ਖਾਲਿਸਤਾਨ ਬਣਾਉਣਗੇ ਉਹਨਾਂ ਨੂੰ ਸਜ਼ਾ ਮਿਲ ਜੂ, ਫਿਰ ਤੁਸੀਂ ਕਾਹਤੇ ਰੌਲਾ ਪਾਈ? ਸਜ਼ਾ ਨਹੀਂ ਨਾ ਹੋ ਰਹੀ, ਸਜ਼ਾ ਕਰਵਾਣੀ ਹੈ ਨਾ, ਸਜ਼ਾ ਸਰਕਾਰ ਦੇਵੇ ਨਾ। ਉਹ ਬੰਦੇ ਬਾਹਰੋਂ ਵਿਦੇਸ਼ਾਂ ਜਾ ਕੇ ਬੋਲਦੇ ਪਏ ਆ, ਤੁਹਾਨੂੰ ਕੀ ਲੱਗਦਾ ਸਜ਼ਾ ਹੋਵੇ ਤਾਂ ਹੀ ਨਾ। ਅਸੀਂ ਤਾਂ ਸਜ਼ਾ ਦਵਾਉਣ ਲਈ ਬੈਠੇ ਆ, ਅਸੀਂ ਤਾਂ ਜਲਾਦ ਬਣਨ ਨੂੰ ਵੀ ਤਿਆਰ ਆ। ਇਹੋ ਜਿਹੇ ਅੱਤਵਾਦੀਆਂ ਨੂੰ ਅਸੀਂ ਆਪ ਖੁਦ ਸਾਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ, ਪ੍ਰਧਾਨ ਮੰਤਰੀ ਸਾਹਿਬ ਸਾਨੂੰ ਆਗਿਆ ਦੇ ਦੇਣ, ਮੈਂ ਖੁਦ ਜਲਾਦ ਬਣਨ ਲਈ ਵੀ ਤਿਆਰ ਹਾਂ। ਮੈਂ ਇਹਨਾਂ ਅੱਤਵਾਦੀਆਂ ਨੂੰ, ਜਿਹੜੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਖਤਰਾ ਕਰਨ ਦੀਆਂ ਗੱਲਾਂ ਕਰਦੇ ਹਨ, ਨੌਜਵਾਨਾਂ ਨੂੰ ਭੜਕਾ ਰਹੇ ਹਨ, ਅੱਤਵਾਦ ਵੱਲ ਪ੍ਰੇਰਿਤ ਕਰ ਰਹੇ ਹਨ, ਮੈਂ ਉਹਨਾਂ ਅੱਤਵਾਦੀਆਂ ਨੂੰ ਮੈਂ ਆਪ ਖੁਦ ਸਜ਼ਾ ਦੇਣ ਲਈ ਵੀ ਖੁਦ ਤਿਆਰ ਹਾਂ, ਜਲਾਦ ਬਣਨ ਨੂੰ ਵੀ ਤਿਆਰ ਹਾਂ ਜੀ ਮੈਂ। ਠੀਕ ਹੈ ਜੀ, ਜੇ ਤੁਸੀਂ ਇਹਨਾਂ ਲਈ ਅੱਜ ਤੁਸੀਂ ਤਿਆਰ ਹੋ, ਖਾਲਿਸਤਾਨੀਆਂ ਨੂੰ ਸਜ਼ਾ, ਜਿਹੜੇ ਤੁਸੀਂ ਕਹਿੰਦੇ ਹੋ ਜੀ ਮੈਂ ਫਾਂਸੀ ਦੇਣ ਨੂੰ ਵੀ ਤਿਆਰ ਹਾਂ, ਜਲਾਦ ਬਣਨ ਨੂੰ ਵੀ ਤਿਆਰ ਹਾਂ,
ਜਦੋਂ ਸਰਸੇ ਵਾਲਾ ਐਡਾ ਕਾਂਡ ਕਰਦਾ ਪਿਆ, ਸਾਡੀਆਂ ਭਾਵਨਾਵਾਂ ਸਿੱਖਾਂ ਦੇ, ਤੁਸੀਂ ਵੀ ਸਿੱਖਾਂ ਦੇ ਪਰਿਵਾਰ 'ਚ ਜੰਮੇ ਹੋ, ਉਦੋਂ ਵੀ ਤਾਂ ਤੁਹਾਨੂੰ ਚਾਹੀਦਾ ਸੀਗਾ ਨਾ, ਉਦੋਂ ਵੀ ਤਾਂ ਤੁਸੀਂ ਕਹਿੰਦੇ ਕਿ ਸਰਸੇ ਵਾਲੇ ਨੂੰ ਲੈ ਕੇ ਆਓ ਫੜ ਕੇ, ਜੇ ਇਹਨੂੰ ਫਾਂਸੀ ਦੇਣੀ ਪਈ ਮੈਂ ਜਲਾਦ ਬਣੂ। ਦੇਖੋ ਜੀ ਵਿਰੋਧ ਕੀਤਾ ਸੀ, ਅਸੀਂ ਵਿਰੋਧ ਕੀਤਾ ਸੀ, ਤੁਹਾਡੀ ਨੌਲੇਜ 'ਚ ਨਹੀਂ ਹੋਣਾ, ਅਸੀਂ ਵਿਰੋਧ ਕਰਦੇ ਰਹੇ, ਮੈਂ ਤਾਂ ਹਰ ਵਾਰੀ ਵਿਰੋਧ ਕੀਤਾ ਜੀ, ਤੁਹਾਨੂੰ ਨੌਲੇਜ 'ਚ ਨਹੀਂ ਹੋਣਾ, ਮੈਂ ਚੈੱਕ ਕਰਕੇ ਆਇਆ ਵਾਂ ਪ੍ਰੋਫਾਈਲਾਂ ਕਈ ਵਾਰੀ ਦੇਖੋ, ਤੁਸੀਂ ਇੱਕ ਵੀ ਤੁਹਾਡਾ ਬਿਆਨ ਨਹੀਂ ਮੇਰੀਆਂ ਲੱਗਿਆ ਪ੍ਰੋਫਾਈਲਾਂ ਕਈ ਵਾਰੀ ਦੇਖੋ, ਜਿਹੜੀ ਫੇਸਬੁੱਕ ਹੈ, ਜਿਹੜੀ ਤੁਸੀਂ ਸੋਸ਼ਲ ਮੀਡੀਆ ਜਿਹੜੀ ਤੁਸੀਂ ਮੇਰੀ ਕਹਿ ਰਹੇ ਹੋ, ਅਖਬਾਰ 'ਚ ਵੀ ਨਹੀਂ ਲੱਗਿਆ, ਸਾਲ ਕਈ ਵਾਰੀ ਸਾਲ ਬਾਅਦ 6 ਮਹੀਨੇ ਬਾਅਦ ਚੇਂਜ ਹੋ ਜਾਂਦੀਆਂ ਆਈਡੀਆਂ, ਮੈਂ ਤਾਂ ਹਰ ਵਾਰ ਵਿਰੋਧ ਕਰਦਾ, ਜਿਹੜਾ ਕੋਈ ਗਲਤ ਕੰਮ ਕਰਦਾ ਮੈਂ ਉਹਦਾ ਵਿਰੋਧ ਕਰਦਾ। ਸਰ ਵਿਰੋਧ ਮੈਂ ਕਰਦਾ, ਮੈਂ ਕਰਦਾ ਰਹੂੰਗਾ, ਮਰਦੇ ਦਮ ਤੱਕ ਮੈਂ ਵਿਰੋਧ ਕਰਾਂਗਾ। ਇੱਕ ਵਿਰੋਧ ਦੀ ਤੁਸੀਂ ਲਿਮਟ ਮੰਨਦੇ ਹੋ ਨਾ, ਵਿਰੋਧ ਦੀ ਲਿਮਟ ਆ। ਤੁਸੀਂ ਸਰਸੇ ਵਾਲੇ ਦੀ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਉੱਥੇ ਕਿਹਾ ਵੀ ਅਸੀਂ ਵਿਰੋਧ ਕੀਤਾ, ਤੁਸੀਂ ਚਲੋ ਮੈਂ ਤੁਹਾਡੇ ਕਹਿਣ ਮੁਤਾਬਕ ਵੈਸੇ ਤਾਂ ਤੁਸੀਂ ਨਹੀਂ ਕੀਤਾ, ਮੈਂ ਕੀਤਾ ਜੀ, ਕੀਤਾ ਸੀ, ਜੇ ਕੀਤਾ ਹੋਊਗਾ ਤਾਂ ਤੁਸੀਂ ਇੱਕ ਬਿਆਨਾਂ ਤੱਕ ਸੀਮਤ ਹੋਵੋਗੇ ਜਾਂ ਇੱਕ ਸੋਸ਼ਲ ਮੀਡੀਆ ਤੇ ਪਾਤੀ ਹੋ। ਪਰ ਜਦੋਂ ਇੱਕ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿਨ੍ਹਾਂ ਦਾ ਦੇਣ ਕੋਈ ਦੇ ਹੀ ਨਹੀਂ ਸਕਦਾ, ਜਿਨ੍ਹਾਂ ਨੇ ਇੱਕ ਪਰਿਵਾਰ ਦੇ 7 ਆਪਦੇ ਜੀ ਸਾਡੀ ਖਾਤਰ ਜਿਹੜੇ ਅਸੀਂ ਤੁਰੇ ਫਿਰਦੇ ਆ, ਜਦ ਕਿ बुल्ले शाह ने किया सी कि ना कहूं अब की ना कहूं तब की, अगर ना होते गुरु गोबिंद सिंह तो सुन्नत होती सबकी। बिल्कुल। ते ਜਿਹੜੇ ਸਾਡੀ ਐਡੀ ਕੁਰਬਾਨੀ ਕਰਕੇ ਗਿਆ, ਇੱਕ ਬੰਦਾ ਉਹਦੀ ਨਕਲ ਕਰਦਾ ਪਿਆ ਵਾ, ਉਹਦੇ ਲਈ ਤੁਸੀਂ ਸਿਰਫ ਇੱਕ ਬਿਆਨਾਂ ਤੱਕ ਸੀਮਤ ਰਹਿੰਦੇ ਹੋ। ਨਹੀਂ ਅਸੀਂ ਵਿਰੋਧ ਕੀਤਾ ਸੀ ਜੀ, ਸਾਡੀ ਚਲੋ ਵਿਰੋਧ ਅਸੀਂ ਕੀਤਾ ਸੀਗਾ, ਤੁਸੀਂ ਨਹੀਂ ਕਿਸੇ ਸਾਨੂੰ ਪ੍ਰੈਸ ਨੇ, ਸਾਨੂੰ ਮੀਡੀਆ ਚੈਨਲ ਨੇ ਕਿਸੇ ਨਹੀਂ ਮੈਨੂੰ ਕੀਤਾ ਹੋਣਾ, ਕੈਚ ਨਹੀਂ ਕੀਤਾ ਹੋਣਾ, ਮੈਂ ਕੀਤਾ ਜੀ ਵਿਰੋਧ, ਉਸ ਚੀਜ਼ ਦਾ ਵੀ ਵਿਰੋਧ ਕੀਤਾ। ਮੈਂ ਕਿਹਾ ਸਰ ਮੈਂ ਮੰਨ ਲਿਆ ਤੁਹਾਡੇ, ਮੈਂ ਕੀਤਾ ਸੀ ਵਿਰੋਧ, ਤੁਹਾਡੀਆਂ ਅੱਜ ਸਾਰੀਆਂ ਗੱਲਾਂ ਮੰਨ ਕੇ ਹੀ ਜਾਣੀਆਂ ਨੇ। ਤੁਸੀਂ ਕਿਹਾ ਵਿਰੋਧ ਕੀਤਾ ਸੀਗਾ ਜੀ, ਚਲੋ ਆਪਾਂ ਵਿਰੋਧ ਦੀ ਲਿਮਟ ਮੰਨ ਲਈ, ਵਿਰੋਧ ਕੀਤਾ ਤੁਸੀਂ, ਉੱਥੇ ਤਾਂ ਤੁਸੀਂ ਵਿਰੋਧ ਦੀ ਇੱਕ ਲਿਮਟ ਰੱਖਦੇ ਹੋ ਵੀ ਅਖਬਾਰਾਂ ਜਾਂ ਨਹੀਂ ਮੀਡੀਆ ਤੱਕ ਪਹੁੰਚਾਤਾ ਜਾਂ ਵਿਰੋਧ ਕਰਤਾ। ਜਦੋਂ ਇੱਥੇ ਖਾਲਿਸਤਾਨੀ ਜਾਂ ਹੋਰ ਤੇ ਗੱਲ ਹੁੰਦੀ ਆ, ਇੱਥੇ ਤੁਸੀਂ ਲਿਮਟ ਫਾਂਸੀ ਦੇ ਫੰਦੇ ਤੱਕ ਲੈ ਗਏ। ਬਿਲਕੁਲ ਜੀ, ਅਸੀਂ ਲਿਜਾਵਾਂਗੇ, ਜਿਹੜਾ ਕੋਈ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਖਤਰਾ ਕਰੂਗਾ, ਜੇ ਅਸੀਂ ਮੈਂ ਤੁਹਾਨੂੰ ਕਿਹਾ, ਮੈਂ ਜਲਾਦ ਬਣਨ ਲਈ ਵੀ ਤਿਆਰ ਹਾਂ ਅੱਤਵਾਦੀਆਂ ਲਈ, ਜਿਹੜੇ ਗਲਤ ਕੰਮ ਕਰ ਰਹੇ ਨੇ, ਮੈਂ ਉਹੀ ਤਾਂ ਗੱਲ ਕਹਿ ਰਿਹਾ। ਦੋ ਪਹਿਲੂ ਕਿਉਂ ਦਿਖਾ ਰਹੇ ਹੋ ਇੱਥੇ? ਦੇਖੋ ਦੋ ਪਹਿਲੂ ਤਾਂ ਮੈਂ ਦਿਖਾ ਨਹੀਂ ਰਿਹਾ ਜੀ, ਮੈਂ ਤਾਂ ਤੁਹਾਨੂੰ ਕਹਿ ਰਿਹਾ, ਮੈਂ ਸਜ਼ਾ ਅਸੀਂ ਕਰਾਉਣ ਨੂੰ ਤਿਆਰ ਹਾਂ। ਇੱਥੇ ਤੁਸੀਂ ਜਲਾਦ ਬਣਨ ਨੂੰ ਵੀ ਤਿਆਰ ਹੋ। ਬਿਲਕੁਲ ਜੀ, ਜਿਹੜਾ ਮੈਂ ਤੁਹਾਨੂੰ ਕੀ ਕਹਿ ਰਿਹਾ, ਜਿਹੜਾ ਕੋਈ ਗਲਤ ਕਰੇਗਾ ਅਸੀਂ ਉਹਦੇ ਨਾਲ, ਮੈਂ ਸਾਰੀਆਂ ਜੋ ਮੈਨੂੰ ਸਰਕਾਰ, ਜੋ ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ, ਜੋ ਮੁੱਖ ਮੰਤਰੀ ਸਾਹਿਬ, ਮੈਂ ਉਹਨਾਂ ਤੋਂ ਵੀ ਬੇਨਤੀ ਕਰਦਾ, ਜਿਹੜੇ ਅੱਤਵਾਦ ਜਿਹੜੇ ਪੈਦਾ ਕਰਦੇ ਹਨ, ਜਿਹੜੇ ਗਲਤ ਨੌਜਵਾਨਾਂ ਨੂੰ ਉਕਸਾ ਰਹੇ ਹਨ, ਅਸੀਂ ਉਹਨਾਂ ਨੂੰ ਸਜ਼ਾ ਦੇਣ ਲਈ ਤਿਆਰ ਹਾਂ। ਅਸੀਂ ਸਾਨੂੰ ਸਜ਼ਾ ਦਾ ਮੌਕਾ ਦੇਣ, ਅਸੀਂ ਵੀ ਸਜ਼ਾ ਦੇਣ ਨੂੰ ਤਿਆਰ ਹਾਂ, ਸਭ ਕੁਝ ਕਰਨ ਨੂੰ ਤਿਆਰ ਹਾਂ। ਤੁਸੀਂ ਭਿੰਡਰਾਂ ਵਾਲੇ ਸੰਤਾਂ ਨੂੰ ਅੱਤਵਾਦੀ ਕਿਹਾ। ਬਿਲਕੁਲ ਜੀ, ਤੁਹਾਡੇ ਸ਼ਬਦ ਨੇ ਜਿਹੜੇ, ਤੁਹਾਡੇ ਮੁਤਾਬਕ ਜਿਹੜਾ ਦੇਸ਼ ਦੀ ਅਖੰਡਤਾ ਨੂੰ ਜਾਂ ਦੇਸ਼ ਦੇ ਵਿੱਚ ਗਲਤ ਕਾਰਵਾਈਆਂ ਕਰਦਾ, ਐਕਟੀਵਿਟੀ ਕਰਦਾ, ਅਸੀਂ ਵੀ ਕਹਿੰਦੇ ਚਲੋ ਸਜ਼ਾ ਉਹਨੂੰ ਮਿਲਣੀ ਚਾਹੀਦੀ ਆ, ਉਹਦੇ ਤੁਸੀਂ ਕਹਿੰਦੇ ਹੋ ਅੱਤਵਾਦੀ ਸ਼ਬਦ ਤੱਕ ਵਰਤਿਆ ਤੁਸੀਂ। ਤੁਹਾਡੇ ਕਹਿਣ ਦੇ ਮੁਤਾਬਕ ਮੈਂ ਤੁਹਾਨੂੰ ਇੱਕ ਗੱਲ ਪੁੱਛਣ ਲੱਗਿਆ ਕਿ ਜੇ ਸਾਡੇ ਦੇਸ਼ ਦੇ ਵਿੱਚ ਰਹਿ ਕੇ, ਪੰਜਾਬ ਦੇ ਵਿੱਚ ਅਸੀਂ ਰਹਿੰਦੇ ਆ, ਸੂਬੇ 'ਚ ਰਹਿੰਦੇ ਆ, ਇੱਥੇ ਕੋਈ ਗਲਤ ਐਕਟੀਵਿਟੀਆਂ ਕਰਦਾ ਵਾ, ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ, ਉਹਨੂੰ ਵੀ ਤਾਂ ਦੋਸ਼ੀ ਕਹਿਣਾ ਚਾਹੀਦਾ ਨਾ, ਹੁੰਦਾ ਨਾ ਜੀ, ਦੋਸ਼ੀ ਉਹ ਕਹਿਣਾ ਚਾਹੀਦਾ ਨਾ ਜੀ। ਦੇਖੋ ਜਿਹੜਾ ਗਲਤ ਐਕਟੀਵਿਟੀ ਕਰਦਾ, ਜਿਹੜਾ ਗਲਤ ਕਰਦਾ, ਅਸੀਂ ਆਪ ਖੁਦ ਉਹਦੀ ਜਾ ਕੇ ਪਰਚਾ ਕਰਾਈਦਾ, ਅਸੀਂ ਪੰਜਾਬ, ਅਸੀਂ ਜਾਇ ਪੁਲਿਸ ਮਾਨਯੋਗ ਕਮਿਸ਼ਨਰ ਸਾਹਿਬ ਕੋ, ਜੇ ਡੀਜੀਪੀ ਸਾਹਿਬ ਕੋ, ਅਸੀਂ ਆਪ ਜਾ ਕੇ ਸੁਣਵਾਈ ਕਰਾਈ ਦੀ, ਜਿਹੜਾ ਕੋਈ ਗਲਤ ਹੁੰਦਾ ਕਿ ਅਸੀਂ ਖੜੇ ਹਾਂ ਜੀ, ਅਸੀਂ ਹਰ ਸਮੇਂ ਕਰਦੇ ਹਾਂ, ਅਸੀਂ ਬਿਲਕੁਲ ਜੀ, ਬਿਲਕੁਲ ਖੜਦੇ ਹਾਂ, ਅਸੀਂ ਗਲਤ ਐਕਟੀਵਿਟੀ 'ਚ ਅਸੀਂ ਕਰੇਗਾ ਤੇ ਅਸੀਂ ਸਜ਼ਾ ਕਰਾਵਾਂਗੇ ਜੀ, ਖੜੇ ਹਾਂ ਅਸੀਂ, ਬਿਲਕੁਲ ਜੀ, ਬਿਲਕੁਲ। ਤੁਸੀਂ ਐਫਆਈਆਰ ਕਰਾਓਗੇ? ਬਿਲਕੁਲ ਜੀ। ਨਿਸ਼ਾਂਤ ਸ਼ਰਮਾ ਜੀ ਤੇ 73 ਪਰਚੇ ਨੇ ਜੀ, ਕਿੱਥੋਂ ਐਫਆਈਆਰ ਨੇ? ਦੇਖੋ 73 ਐਫਆਈਆਰਾਂ ਨੇ, ਜਿਹਦੇ ਵਿੱਚ ਹੇਰਾਫੇਰੀ, ਧੋਖਾਧੜੀ, ਇਦਾਂ ਦੇ ਪਰਚੇ। ਦੇਖੋ ਕਈ ਪੋਲੀਟੀਕਲੀ, ਮੈਂ ਹੁਣ ਇਸ ਗੱਲ ਦਾ ਤੁਹਾਨੂੰ ਜਵਾਬ ਦੇਣਾ, ਦੇਖੋ ਜਿੱਥੇ ਤੁਸੀਂ ਨਿਸ਼ਾਂਤ ਸ਼ਰਮਾ ਜੀ ਦੀ ਗੱਲ ਕੀਤੀ, ਦੇਖੋ ਕਈ ਪੋਲੀਟੀਕਲੀ ਕਈ ਗਰੁੱਪ ਹੁੰਦੇ, ਕਈ ਕਾਰਨ ਹੁੰਦੇ ਨੇ, ਇਹੋ ਜੀ ਕੋਈ ਗੱਲ ਨਹੀਂ ਹੈਗੀ। ਨਿਸ਼ਾਂਤ ਸ਼ਰਮਾ ਜੀ ਤਾਂ ਮੈਂ ਖੁਦ ਉਹਨਾਂ ਦੇ ਨਾਲ, ਮੈਂ ਵੀ ਸਿੱਖ ਸੰਗਤ ਵਿੰਗ ਦਾ ਪ੍ਰਧਾਨ ਆ। ਦੇਖੋ ਸਾਡੀ ਨੌਲੇਜ ਜਿਆਦਾ ਮੈਂ ਜੁੜਿਆ, ਮੇਰੀ ਨੌਲੇਜ ਉਹਨਾਂ ਨੇ ਕੋਈ ਕੰਮ ਗਲਤ ਨਹੀਂ ਕੀਤਾ, ਉਹਨਾਂ ਨੇ ਉਹ ਤਾਂ ਨਾਲ ਜਾ ਕੇ ਸਵੇਰੇ ਸ਼ਾਮ, ਉਹ ਤਾਂ ਉਹਨਾਂ ਕੋਲ ਤਾਂ ਆਰਾਮ ਹੀ ਨਹੀਂ ਹੈਗਾ। ਸਰ ਇਹ ਰਿਕਾਰਡ ਦੇ ਵਿੱਚ ਹੈ, ਗਰੀਬ ਧੀਆਂ ਦੀ ਸੁਣਵਾਈਆਂ ਕਰਾਉਂਦੇ ਨੇ, ਸਨਾਤਨ ਧਰਮ ਦੀ ਪ੍ਰਚਾਰ ਪ੍ਰਸਾਰ ਲਈ ਉਹ ਤਾਂ ਦਿਨ ਰਾਤ ਲੱਗੇ ਹੋਏ ਨੇ, ਇਕਜੁੱਟ ਲੱਗੇ ਹੋਏ ਆ ਕਰਨ, ਤਾਂ ਹਿੰਦੂ ਸਿੱਖ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਉਹ ਤਾਂ ਦਿਨ ਰਾਤ ਪ੍ਰਯਾਸ ਕਰ ਰਹੇ ਨੇ। ਖਾਲਿਸਤਾਨ 2020 ਰੈਫਰੈਂਡਮ ਦਾ ਲੱਕ ਤੋੜਨ ਲਈ ਦਿਨ ਰਾਤ ਉਹ ਲੱਗੇ ਹੋਏ ਨੇ, ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਹੇ। ਸਰ ਮੈਂ ਆਪਦੇ ਕੋਲੋਂ ਨਹੀਂ ਇਹ ਗੱਲਾਂ ਕਹਿ ਰਿਹਾ, ਜੇ ਰਿਕਾਰਡ ਦੇ ਵਿੱਚ ਹੈਗਾ ਤਾਂ ਜੋ ਨਾ 72 73 ਪਰਚੇ, ਮੈਂ ਤੁਹਾਨੂੰ ਕੀ 2 ਵਾਰੀ ਜੇਲ੍ਹ ਵੀ ਜਾ ਕੇ ਆਏ ਨੇ। ਦੇਖੋ ਗੱਲ ਹੈ ਵੀ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਵੀ ਕਈ ਪੋਲੀਟੀਕਲੀ ਆਪੋਜੀਸ਼ਨਾਂ, ਕਈ ਪਾਰਟੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਆਪਾਂ ਨਾਂ ਨਹੀਂ ਲੈਣਾ, ਕਈ ਕਾਰਨ ਹੁੰਦੇ ਨੇ, ਬਾਕੀ ਇਹੋ ਜੀ ਉਹਨਾਂ ਦੀ ਗੱਲ ਨਹੀਂ ਹੈਗੀ। ਇੰਨੇ ਪਰਚੇ ਨਹੀਂ ਹੈਗੇ ਜਿੰਨੇ ਤੁਸੀਂ ਕਹਿ ਰਹੇ ਹੋ, ਇਹ ਗਲਤ ਹੈ, ਇਹ ਗਲਤ ਕੋਈ ਉਕਸਾ ਰਿਹਾ। ਤੁਹਾਡੇ ਮੁਤਾਬਕ ਕਿੰਨੇ ਪਰਚੇ? ਦੇਖੋ ਇੰਨੇ ਪਰਚੇ ਹੈ ਹੀ ਨਹੀਂ, ਮੇਰੀ ਨੌਲੇਜ ਤਾਂ ਕੋਈ ਪਰਚਾ ਨਹੀਂ ਉਹਨਾਂ ਦਾ ਹੈਗਾ, ਕੋਈ ਹੈ ਹੀ ਨਹੀਂ ਪਰਚਾ। 2 ਵਾਰੀ ਜੇਲ੍ਹ ਜ਼ਮਾਨਤ ਤੇ ਕਿਉਂ ਆਏ ਜੀ? ਦੇਖੋ ਕਈ ਵਾਰੀ ਦੇਖੋ ਕਹਿਣ ਦਾ ਮਤਲਬ ਹੁਣ ਬੰਦਾ ਦੁਨੀਆਦਾਰੀ 'ਚ ਵਿਚਰਦਾ,
ਦੁਨੀਆਦਾਰੀ ਵਿੱਚ ਤਾਂ ਕਈ ਇਹੋ ਜਿਹੀਆਂ ਗੱਲਾਂ, ਕਈ ਦੇਖੋ ਦੁਨੀਆ ਤੇ ਕਈ ਕੁਝ ਹੋ ਜਾਂਦਾ, ਇਹ ਤਾਂ ਚਲੋ ਚੱਲਦਾ ਰਹਿੰਦਾ ਨਾ। ਇੰਨਾ ਕੁ ਤਾਂ ਬਾਕੀ ਉਸ ਜ਼ਮਾਨਤ ਵੀ ਤਾਂ ਹੋਈ ਹੈ, ਜੇ ਸਹੀ ਸੀ ਤਾਂ ਜ਼ਮਾਨਤ ਹੋਈ ਹੈ। ਜ਼ਮਾਨਤ ਤਾਂ ਸਰ ਬਲਾਤਕਾਰ ਵਾਲਿਆਂ ਦੀ ਵੀ ਹੋ ਜਾਂਦੀ ਹੈ, ਜ਼ਮਾਨਤ ਤਾਂ ਕੋਰਟ ਨੇ ਦੇਣੀ ਹੁੰਦੀ ਆ ਜੀ। ਜ਼ਮਾਨਤ ਪਰ ਇਦਾਂ ਦੀ ਤਾਂ ਨਹੀਂ ਕੋਈ ਪਰਚਾ ਸੀ ਨਾ, ਜੇ ਇਸ ਤਰ੍ਹਾਂ ਦਾ ਕੋਈ ਜ਼ਮਾਨਤ ਤਾਂ ਕਤਲ ਵਾਲੇ ਦੀ ਵੀ ਹੋ ਜਾਂਦੀ ਆ। ਮੇਰੀ ਗੱਲ ਸੁਣੋ, ਜੇ ਕੋਈ ਉਹਨਾਂ ਦੇ ਕਤਲ ਦਾ ਪਰਚਾ ਹੈ ਜਾਂ ਕੋਈ ਹੋਰ ਪਰਚਾ ਤਾਂ ਮੈਨੂੰ ਦੱਸੋ ਤੁਸੀਂ। ਨਹੀਂ ਪਰਚਾ, ਜੇ ਕੋਈ ਪਰਚਾ ਜੀ ਇਦਾਂ ਦਾ ਪਰਚਾ, ਫਿਰ ਮੈਨੂੰ ਇਦਾਂ ਦੀ ਗੱਲ ਕਰੋ, ਉਹਨੂੰ ਫਿਰ ਇਦਾਂ ਦੱਸੋ ਨਾ। ਮੈਂ ਪਰਚੇ ਦੀਆਂ ਧਰਾਵਾਂ 'ਚ ਨਹੀਂ ਜਾਂਦਾ, ਸੀਗੀ। ਮੈਂ ਪਰਚੇ ਦੀਆਂ ਧਰਾਵਾਂ 'ਚ ਨਹੀਂ ਜਾਂਦਾ ਜੀ। ਮੈਂ ਉਦਾਂ ਗੱਲ ਕਰਦਾ ਕਿ ਇੱਕ ਪੁਲਿਸ ਦੇ FIR ਹੋਣੀ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਜੀ। ਤੁਹਾਡੇ ਤੇ ਕਦੇ ਇਦਾਂ ਦਾ ਕੁਝ ਹੋਇਆ? ਜਦੋਂ ਤੁਸੀਂ ਕੋਈ ਗਲਤ ਐਕਟੀਵਿਟੀ ਕਰੋਗੇ ਨਹੀਂ ਤੁਹਾਡੇ ਤੇ ਕਿਉਂ ਆਊਗਾ? ਮੈਂ ਕੋਈ ਗਲਤ ਨਹੀਂ ਕਰੂੰਗਾ, ਮੇਰੇ ਤੇ ਨਹੀਂ ਆਊਗਾ। ਜੇ ਕੁਝ ਗਲਤ ਹੋਇਆ, ਪ੍ਰਸ਼ਾਸਨ ਨੂੰ ਲੱਗਿਆ, ਜਦ ਕਿ ਉਹਨਾਂ ਨੂੰ ਗਨਮੈਨ ਦਿੱਤੇ ਹੋਏ ਨੇ, ਤੁਸੀਂ ਮੰਨੋਗੇ ਕਿ ਇੱਕ ਕਾਂਸਟੇਬਲ ਦੀ ਤਨਖਾਹ 45 ਤੋਂ 50,000 ਰੁਪਇਆ ਤਨਖਾਹ ਵਾ। ਬਿਲਕੁਲ ਜੀ। ਸਿਰਫ ਇੱਕ ਤੁਸੀਂ ਇੱਥੇ ਪਹਿਲਾਂ ਸ਼ਬਦ ਵਰਤਿਆ ਸੀਗਾ ਕਿ ਸਿੱਖਾਂ ਤੇ ਹਿੰਦੂਆਂ ਦਾ 9 ਮਾਸ ਦਾ ਰਿਸ਼ਤਾ ਵਾ। ਬਿਲਕੁਲ ਜੀ, ਬਿਲਕੁਲ। ਇਹ ਥੋੜੇ ਜਿਹੇ ਬੰਦਿਆਂ ਨੂੰ ਸਿਕਿਉਰਿਟੀ ਦੇਣ ਤੇ ਪੰਜਾਬ ਦੀ ਜਨਤਾ ਦਾ ਕਰੋੜਾਂ ਰੁਪਇਆ ਲੱਗਿਆ ਹੋਇਆ, ਕਿਉਂਕਿ ਇੱਕ ਕਾਂਸਟੇਬਲ ਦੀ ਤਨਖਾਹ 45 ਤੋਂ 50,000 ਰੁਪਇਆ। ਕਿਸੇ ਸ਼ਿਵ ਸੈਨਾ ਦੇ ਬੰਦੇ ਨੂੰ 5 ਕਾਂਸਟੇਬਲ ਮਿਲੇ ਹੋਏ ਨੇ, ਕਿਸੇ ਨੂੰ 4 ਮਿਲੇ ਹੋਏ ਨੇ, ਕਿਸੇ ਨੂੰ 10 ਮਿਲਿਆ, ਕਿਸੇ ਨੂੰ 11 ਮਿਲੇ ਹੋਏ ਨੇ, ਕਿਸੇ ਨੂੰ 15 ਮਿਲੇ ਹੋਏ ਨੇ। ਉਹ ਬੋਝ ਕਿਹਦੇ ਤੇ ਪੈਂਦਾ? ਦੇਖੋ ਮੈਂ ਤੁਹਾਨੂੰ ਉਸੇ ਗੱਲ ਦਾ ਜਵਾਬ ਦੇਣ ਲੱਗਾ, ਜਿਹੜੀਆਂ ਤੁਸੀਂ ਗਨਮੈਨਾਂ ਦੀ ਗੱਲ ਕੀਤੀ ਹੈ ਨਾ, ਦੇਖੋ ਉਹ DGP ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਕੰਮ ਹੈ, ਠੀਕ ਹੈ। ਕਈਆਂ ਨੂੰ, ਕਈ ਜਿਹੜੇ ਸ਼ਿਵ ਸੈਨਾ ਦੇ ਜਿਹੜੇ ਪ੍ਰਧਾਨ ਨੇ ਨਾ, ਉਹਨਾਂ ਨੂੰ ਹਾਈ ਕੋਰਟ ਵੱਲੋਂ ਕਈਆਂ ਨੂੰ ਸੁਰੱਖਿਆ ਮੁਹੱਈਆ ਹੋਈ ਹੈ, ਕਈਆਂ ਨੂੰ ਸੈਸ਼ਨ ਕੋਰਟ ਨੇ ਮੁਹੱਈਆ ਕੀਤੀ ਹੋਈ ਹੈ, ਉਹ ਕੋਰਟਾਂ ਨੇ ਮੁਹੱਈਆ ਕੀਤੀ ਹੋਈ ਹੈ ਥ੍ਰੈਟ ਦੇ ਅਕੋਰਡਿੰਗ। ਜੇ ਥ੍ਰੈਟ ਹੈ ਤਾਂ ਹੀ ਪ੍ਰਸ਼ਾਸਨ ਨੇ ਦਿੱਤਾ ਹੈ। ਹੁਣ DGP ਸਾਹਿਬ ਜਿਹੜੇ IPS ਅਫਸਰ ਨੇ, ਉਹਨਾਂ ਨੂੰ ਕੀੜੀ ਜਾਂਦੀ ਵੀ ਦਿਖਦੀ ਹੈ। ਉਹਨਾਂ ਨੇ ਕੁਝ ਸੋਚ ਕੇ, ਕੁਝ ਸਮਝ ਕੇ ਦਿੱਤੀ ਹੋਣੀ ਹੈ। ਜੇ ਥ੍ਰੈਟ ਹੈ, ਜੇ ਵਾਕਈ ਥ੍ਰੈਟ ਹੈ, ਜੇ ਕੋਰਟ ਦਾ ਆਰਡਰ ਹੈ ਤਾਂ ਹੀ ਸਿਕਿਉਰਿਟੀ ਮਿਲੀ ਹੈ। ਕਈਆਂ ਕੋਲ ਵਾਪਸ ਵੀ ਚੱਕ ਲਈ ਉਹਨਾਂ ਨੇ, ਕਈਆਂ ਨੂੰ ਨਹੀਂ ਵੀ ਮਿਲੀ। ਇਹ ਨਹੀਂ ਗੱਲ ਹੈਗੀ ਵੀ ਥ੍ਰੈਟ ਇਹ ਇੰਨੇ ਕੁ ਬੰਦਿਆਂ ਨੂੰ ਕਿਉਂ ਥ੍ਰੈਟ? ਦੇਖੋ ਜਿਹੜਾ ਬੰਦਾ ਵਰਕ ਕਰ ਰਿਹਾ, ਜਿਹੜਾ ਬੰਦਾ ਦਿਨ ਰਾਤ ਪੰਜਾਬ ਤੋਂ ਬਾਹਰ ਵੀ ਜਾ ਰਿਹਾ, ਵਰਕ ਕਰ ਰਿਹਾ, ਉਹਨੂੰ ਬਿਆਨਬਾਜ਼ੀਆਂ ਦੇ ਕਾਰਨ, ਬਿਆਨਬਾਜ਼ੀਆਂ ਦਾ ਕੋਈ ਲੈਣ ਦੇਣ ਨਹੀਂ ਜੀ। ਅਸੀਂ ਕੱਲੇ ਬਿਆਨਬਾਜ਼ੀਆਂ ਤੱਕ ਸੀਮਤ ਨਹੀਂ ਰਹਿੰਦੇ, ਅਸੀਂ ਵਰਕ ਵੀ ਕਰਦੇ ਹਾਂ, ਅਸੀਂ ਐਕਟੀਵਿਟੀ ਵੀ ਕਰਦੇ ਹਾਂ। ਹੁਣ ਜਿਹੜੀ ਨਿਸ਼ਾਨ ਸ਼ਰਮਾ ਜੀ ਦੀ ਤੁਸੀਂ ਗੱਲ ਕਰ ਰਹੇ ਹੋ, ਐਕਟੀਵਿਟੀ ਦਿਨ ਰਾਤ ਐਕਟੀਵਿਟੀ ਹੈ। ਦਿਨ ਰਾਤ ਉਹ ਜ਼ਿਲ੍ਹਿਆਂ ਚ ਆਉਂਦੇ ਜਾਂਦੇ ਆ, ਦਿਨ ਰਾਤ ਉਹ ਪੰਜਾਬ ਤੋਂ ਬਾਹਰ ਵੀ ਹੁੰਦੇ ਆ, UP ਜਾਂਦੇ, ਹਰਿਆਣੇ ਵੀ ਬਣਾਈਆਂ ਹੋਈਆਂ। ਸਾਡੀ 11 ਸਟੇਟਾਂ 60 ਸ਼ਹਿਰਾਂ 'ਚ ਸਾਡੀ ਚੱਲ ਰਹੀ ਹੈ ਸ਼ਿਵ ਸੈਨਾ ਹਿੰਦ। ਸਾਰੇ ਪਾਸੇ ਜਾਣਾ ਨਾ ਪੈਂਦਾ, ਮੈਂ ਖੁਦ ਜਾ ਆ ਰਿਹਾ। ਜ਼ਰੂਰੀ ਗਨਮੈਨਾਂ ਦਾ ਕੋਈ ਮੈਟਰ, ਗਨਮੈਨ ਤਾਂ DGP ਸਾਹਿਬ ਨੇ ਦੇਖਣਾ, ਜਿਹਨੂੰ ਥ੍ਰੈਟ ਹੈ ਉਹਦੇ ਅਕੋਰਡਿੰਗ ਉਹਨਾਂ ਨੂੰ ਦੇਣੇ ਪੈਂਦੇ ਨੇ। ਔਰ ਜਿਹੜੀ ਹਾਈ ਕੋਰਟ ਦਾ ਥ੍ਰੈਟ ਦੇ ਅਕੋਰਡਿੰਗ, ਕਈਆਂ ਨੇ ਹਾਈ ਕੋਰਟ 'ਚ ਆਪਣੀ ਫਾਈਲ ਲਾਈ ਸੀ, ਹਾਈ ਕੋਰਟ ਨੇ ਉਹਨਾਂ ਨੂੰ ਆਰਡਰ ਕੀਤਾ ਹੋਇਆ। ਹੁਣ ਹਾਈ ਕੋਰਟ ਤਾਂ ਨਹੀਂ ਕੋਈ ਗਲਤ ਹੋ ਗਈ ਨਾ, ਹਾਈ ਕੋਰਟ ਜੱਜ ਸਾਹਿਬ ਤਾਂ ਨਹੀਂ ਗਲਤ ਹੋ ਗਏ ਨਾ। ਠੀਕ ਆ ਜੀ, ਤੁਸੀਂ ਕਹਿੰਦੇ ਹੋ ਵੀ ਥ੍ਰੈਟ ਮਿਲੀ ਤਾਂ ਉਹ ਕਰਦੇ ਆ, ਤੁਸੀਂ ਕਹਿੰਦੇ ਵੀ ਉਹ ਦਿਨ ਰਾਤ ਕੰਮ ਕਰਦੇ ਨੇ ਤਾਂ ਕਰਕੇ ਜਾਂਦੇ ਆ, ਦੂਜੀ ਜਗ੍ਹਾ ਤੇ ਜਾਂਦੇ ਵੀ ਆ। ਇਹ ਦਿਨ ਰਾਤ ਜਿਹੜਾ ਕੰਮ ਕੀਤਾ ਹੋਇਆ, ਇਹਦੇ ਵਿੱਚ ਇਹ ਸਮਾਜ ਨੂੰ ਦੇਣ ਕੀ ਹੈ, ਇਹ ਦੱਸੋ। ਦੇਖੋ ਸਮਾਜ ਨੂੰ ਕਿੱਥੇ ਕਿਸੇ ਦੀ ਲੋੜ ਹੈ, ਕਿਸੇ ਗਰੀਬ ਧੀਆਂ ਦੀ ਸੁਣਵਾਈ, ਕਿਤੇ ਦਾ ਕੋਈ ਰੋਲਾ ਪੈ ਗਿਆ, ਕਿਸੇ ਦਾ ਕੋਈ ਬੱਚੇ ਦਾ ਕੋਈ ਕੰਮ ਹੈ, ਕਿਸੇ ਦਾ ਕੋਈ ਵੀ ਕੰਮ ਹੈ, ਕਿਸੇ ਕੋਈ ਮੰਦਿਰ 'ਚ ਕੋਈ ਰੋਲਾ ਹੋ ਗਿਆ, ਕੋਈ ਹੋ ਗਿਆ, ਕਿਤੇ ਗਊਸ਼ਾਲਾ, ਕਿਤੇ ਕੋਈ ਗਊ ਤਸਕਰਾਂ ਦੇ ਟਰੱਕ ਫੜ ਲਏ, ਦਿਨ ਰਾਤ ਉਹ ਦੇਖੋ ਕੰਮ ਹੋ ਰਿਹਾ। ਮੈਂ ਖੁਦ ਆ ਜਾ ਰਿਹਾ ਨਾਲ, ਅਸੀਂ ਖੁਦ ਦਿਨ ਰਾਤ ਐਕਟੀਵਿਟੀ ਇਹੋ ਜਿਹੀ ਕਰ ਰਹੇ ਹਾਂ। ਅਸੀਂ ਕੋਈ ਵੀ ਸਮਾਜ ਨੂੰ ਇਹੀ, ਅਸੀਂ ਜਿਹੜਾ ਕਿਸੇ ਗਰੀਬ ਦੀਆਂ ਸੁਣਵਾਈ ਕਰਾ ਲਓ, ਕਿਸੇ ਦੀਆਂ ਜਾਨਾਂ ਬਚਾ ਲਓ, ਉਹ ਸਭ ਤੋਂ ਵੱਡੀ ਸਮਾਜ ਨੂੰ ਦੇਣ ਆ ਜੀ। ਜਿਹੜੀ ਸਰ ਮੈਂ ਤੁਹਾਡੀ ਗੱਲ ਕਹਿਣਾ, ਜਾਂ ਤਾਂ ਜੇ ਵੀਡੀਓ ਮੈਂ ਦੇਖਿਆ ਵੀ ਨੇ ਸੋਸ਼ਲ ਮੀਡੀਆ ਤੇ, ਜਾਂ ਤਾਂ ਉਹ ਹੋਣਗੀਆਂ ਕੋਈ ਗਊਆਂ ਦੇ ਤਸਕਰਾਂ ਨੂੰ ਫੜਦਿਆਂ ਹੋਇਆਂ ਕਿ ਮੈਂ ਅੱਜ ਤੱਕ ਕਿਤੇ ਨਹੀਂ ਦੇਖਿਆ ਕਿ ਕਿਸੇ ਗਰੀਬ ਦੀ ਧੀ ਦਾ ਕੋਈ ਨਵੇੜਾ ਕਰ ਰਹੇ ਨੇ ਨਿਸ਼ਾਨ ਸ਼ਰਮਾ ਜੀ, ਜਾਂ ਕੋਈ ਸ਼ਿਵ ਸੈਨਾ ਵਾਲੇ ਹੋਰ ਕੋਈ ਆਗੂ ਜਿਹੜਾ ਕਰ ਰਿਹਾ ਵਾ। ਜਿਹੜੇ ਬੰਦੇ ਛਿੱਕ ਮਾਰਨ ਲੱਗੇ ਵੀ ਸੋਸ਼ਲ ਮੀਡੀਆ ਤੇ ਐਕਟੀਵੇਟ ਹੋ ਕੇ ਮਾਰਦੇ ਨੇ, ਉਹ ਬੰਦੇ ਕੀ ਗੱਲ ਕਿਸੇ ਦੀ ਧੀ ਨੂੰ ਸੇਵਾ ਕਰਨ ਗਏ ਨੇ, ਉੱਥੇ ਕਿਉਂ ਨਹੀਂ ਲਾਈਵ ਹੋਇਆ ਜੀ ਕਦੇ? ਦੇਖੋ ਦੇਖੋ ਗੱਲ ਇਹ ਹੈ, ਮੇਰੀ ਗੱਲ ਧਿਆਨ ਨਾਲ ਗਾਂ ਤਸਕਰਾਂ ਦਾ ਜ਼ਰੂਰ ਅਸੀਂ ਦੇਖਿਆ। ਦੇਖੋ ਗੱਲ ਇਹ ਹੈ, ਉਹ ਮੇਰੀ ਗੱਲ ਸੁਣੋ। ਦੇਖੋ ਹੁਣ ਨਾਲ ਦੇ ਕਈ ਜਦੋਂ ਇਕੱਠੇ ਹੋ ਜਾਂਦੇ, ਆਪਣੀ ਟੀਮ ਪੂਰੀ ਨਾਲ ਜਾਂਦੀ ਹੈ, ਅਗਲਾ ਫੇਸਬੁੱਕ ਤੇ ਤਾਂ ਲਾਈਵ ਹੋਊਗਾ ਨਾ ਵੀ ਅਸੀਂ ਇਹ ਜਿਹੜੇ ਹੋਰਾਂ ਨੂੰ ਵੀ ਮੈਂਬਰਾਂ ਟੀਮਾਂ ਨੂੰ ਦੱਸਣਾ ਹੁੰਦਾ ਵੀ ਅਸੀਂ ਇੱਥੇ ਇਹ ਥਾਂ ਤੇ ਖੜੇ ਆ, ਇੱਥੇ ਇਕੱਠੇ ਹੋ ਜਾਓ, ਅਸੀਂ ਇਹ ਚੀਜ਼, ਅਸੀਂ ਇਹ ਗਊ ਤਸਕਰਾਂ ਦਾ ਟਰੱਕ ਫੜਿਆ। ਜਿੱਥੇ ਗਰੀਬ ਧੀਆਂ ਦੀ ਸੁਣਵਾਈ ਹੈ, ਉਹ ਹੁਣ ਜ਼ਰੂਰੀ ਥੋੜਾ ਫੇਸਬੁੱਕ ਤੇ ਲਾਈਵ ਹੋ ਕੇ ਦੱਸਣੀ ਹੈ। ਹੁਣ ਕਈ ਪਾਸੇ ਮੈਂ ਨਾ ਜਾਣਾ, ਮੈਂ ਹੁਣ ਫੇਸਬੁੱਕ ਤੇ ਥੋੜਾ ਲਾਈਵ ਹੋਊਗਾ, ਮੈਂ ਸੇਵਾ ਜਿੱਥੇ ਮੈਂ ਸੇਵਾ ਕਰਨੀ ਹੈ, ਮੈਂ ਖੁਦ ਜਾ ਕੇ ਸੇਵਾ ਹੀ ਕਰਾਂਗਾ, ਮੈਂ ਉਹ ਲਾਈਵ ਹੋ ਕੇ ਥੋੜਾ ਦੱਸੂਗਾ। ਮੈਂ ਗਰੀਬ ਧੀ ਨੂੰ ਮੈਂ ਸੇਵਾ ਕਰਨ ਉੱਥੇ ਗਿਆ ਸੀਗਾ। ਇੱਥੇ ਮੇਰੇ ਮੁਤਾਬਕ ਤੁਸੀਂ ਗਲਤ ਹੋ। ਜੇ ਤੁਸੀਂ ਲਾਈਵ ਹੋ ਕੇ ਨਾ ਇੱਕ ਵਾਰੀ ਦੋ ਵਾਰੀ ਦੱਸੋਗੇ ਕਿ ਭਾਈ ਅਸੀਂ ਫਲਾਨੀ ਧੀ ਨਾਲ ਗਰੀਬ ਨਾਲ ਧੱਕਾ ਹੋਇਆ ਸੀਗਾ, ਅਸੀਂ ਆ ਖੜੇ ਆ ਸਾਰੇ ਦੇ ਹੱਕ ਦੇ ਵਿੱਚ, ਤਾਂ ਉਹਨੂੰ ਦੇਖ ਕੇ 10 ਧੀਆਂ ਨੂੰ ਹੋਰ ਤੰਗ ਕਰਨ ਵਾਲੇ ਤੰਗ ਨਹੀਂ ਕਰਨਗੇ। ਦੇਖੋ ਗੱਲ ਇਹ ਪਤਾ ਲੱਗ ਜੂ ਵੀ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਆ ਜਾਣਾ। ਵੀ ਅਸੀਂ ਲਾਈਵ ਹੋਣਾ ਮੈਂ ਕੋਈ ਸਹੀ ਨਹੀਂ ਸਮਝਦਾ ਵੀ ਹਰ ਗੱਲ ਤੇ ਲਾਈਵ ਹੋ ਜਾਓ, ਹਰ ਗੱਲ ਤੇ ਕਰ ਲਓ। ਮੈਂ ਇਸ ਗੱਲ ਨੂੰ ਸਹੀ ਨਹੀਂ ਸੀ ਸਮਝਦਾ। ਚਲੋ ਮੈਂ ਕਿਹਾ ਕਿਸੇ ਦੀ ਕਈ ਵਾਰੀ ਪ੍ਰਾਈਵੇਸੀਆਂ ਹੁੰਦੀਆਂ,
ਕਈ ਵਾਰੀ ਮੇਰੀ ਗੱਲ ਸੁਣੋ, ਕਈ ਵਾਰੀ ਕਈ ਵਾਰੀ ਪ੍ਰਾਈਵੇਸੀਆਂ ਹੁੰਦੀਆਂ ਨੇ, ਨਹੀਂ ਕਿਸੇ ਦੀ ਧੀ ਭੈਣ ਦੀ ਆਪਾਂ ਨਹੀਂ ਇੱਜ਼ਤ ਨਹੀਂ ਆਪਾਂ ਨਹੀਂ ਹਰੇਕ ਵਾਰੀ ਨਹੀਂ ਹੁੰਦਾ, ਪਰਿਵਾਰ ਨੂੰ ਨਹੀਂ ਦਿਖਾ ਸਕਦੇ ਟੀਵੀ 'ਚ, ਆਪਾਂ ਕਈ ਵਾਰੀ ਮੀਡੀਆ 'ਚ ਨਹੀਂ ਦਿਖਾ ਸਕਦੇ, ਕਈ ਗੱਲਾਂ ਹੁੰਦੀਆਂ ਨੇ। ਹੁਣ ਅਸੀਂ ਮਦਦ ਕਰਨੀ ਹੈ, ਹੁਣ ਕਿਤੇ ਰਾਸ਼ਨ ਵੰਡਣਾ ਹੈ, ਕਿਤੇ ਕੁਝ ਵੰਡਣਾ ਹੈ, ਹੁਣ ਮੇਰੀ ਆਪਣੀ ਹੈ, ਹੁਣ ਮੇਰੀ ਟੀਮ ਦੀ ਹੈ, ਅਸੀਂ ਲਾਈਵ ਨਹੀਂ ਹੁੰਦੇ, ਅਸੀਂ ਰਾਸ਼ਨ ਵੰਡਣਾ। ਕਈ ਹੁਣ ਲੋਕੀ ਅਖਬਾਰਾਂ 'ਚ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਅਖਬਾਰ ਝੱਟ ਫੋਟੋ ਲਵਾਉਣਗੇ ਅਸੀਂ ਰਾਸ਼ਨ ਵੰਡਿਆ ਗਰੀਬ ਵਿਧਵਾ ਔਰਤਾਂ ਨੂੰ। ਅਸੀਂ ਕਦੀ ਵੀ ਉਸ ਵਿਧਵਾ ਔਰਤ ਨਾਲ ਫੋਟੋ ਨਹੀਂ ਖਿਚਾਵਾਂਗੇ ਉਹਨੂੰ ਰਾਸ਼ਨ ਦੇ ਕੇ। ਕਿਉਂ? ਉਹਨੂੰ ਜਿੱਥੇ ਉਹਨੇ ਮਹੱਲੇ 'ਚ ਜਾਣਾ, ਜਿੱਥੇ ਉਹਨੇ ਜਾਣਾ, ਉਹਨੂੰ ਪਹਿਲਾਂ ਹੀ ਉੱਥੇ ਹੋ ਜਾਊਗਾ ਵੀ ਤੂੰ, ਉਹਨੂੰ ਦੂਜੇ ਕਹਿਣਗੇ ਹਾਂ ਵੀ ਲੈ ਆਈ ਜੀ ਰਾਸ਼ਨ ਲੈ ਆਈ। ਅਸੀਂ ਉਹ ਕੰਮ ਨਹੀਂ ਹੋਣ ਦੇਣਾ, ਅਸੀਂ ਤਾਂ ਗੁਪਤ ਸੇਵਾ ਕਰਨ ਵਾਲੇ ਬੰਦੇ ਹਾਂ। ਦੇਣ ਵਾਲੀ ਗੱਲ ਆ, ਅਸੀਂ ਤਾਂ ਉੱਥੇ ਮੰਨਦੇ ਹਾਂ ਵੀ ਚਲੋ ਨਹੀਂ ਕਿਸੇ ਦਾ ਚਿਹਰਾ ਦਿਖਾਉਣਾ ਚਾਹੀਦਾ, ਗਰੀਬ ਦਾ ਮਜ਼ਾਕ ਉਡਦਾ। ਪਰ ਮੈਂ ਤਾਂ ਇੱਥੇ ਗੱਲ ਇਹ ਕੀਤੀ ਸੀ, ਜਿਹੜੇ ਬੰਦੇ ਸ਼ੱਕ ਮਾਰਨ ਲੱਗੇ ਵੀ ਲਾਈਵ ਹੁੰਦੇ ਨੇ, ਜਦੋਂ ਐਡਾ ਵੱਡਾ ਕਿਸੇ ਦਾ ਫੈਸਲਾ ਕਰਾਉਣ ਗਏ ਨੇ ਗਰੀਬ ਧੀ ਦਾ, ਉੱਥੇ ਘੱਟੋ ਘੱਟ ਜੇ ਗਰੀਬ ਪਰਿਵਾਰ ਨਹੀਂ, ਉਹ ਧੀ ਨਹੀਂ ਦਿਖਾਉਣੀ ਜਾਂ ਪਰਿਵਾਰ ਨਹੀਂ ਦਿਖਾਉਣਾ, ਘੱਟੋ ਘੱਟ ਆਪ ਤਾਂ ਇੱਥੇ ਕਹਿਣ ਵੀ ਭਾਈ ਅੱਗੇ ਤੋਂ ਜੇ ਕੋਈ ਕਰੂਗਾ ਧੱਕਾ ਤਾਂ ਅਸੀਂ ਖੜੇ ਆ, ਆਹ ਪਰਿਵਾਰ ਨਾਲ ਅੱਜ ਅਸੀਂ ਆਏ ਆ, ਅੱਗੇ ਤੋਂ ਵੀ ਕੋਈ ਕਰੂਗਾ। ਜਿੱਥੇ ਲੋੜ ਹੁੰਦੀ ਹੈ ਉੱਥੇ ਲਾਈਵ ਹੋਣਾ ਪੈਂਦਾ। ਪਰ ਇਹ ਥੋੜਾ ਗੱਲ ਅਸੀਂ ਹੁਣ ਰਾਸ਼ਨ ਵੰਡਣਗੇ, ਅਸੀਂ ਕਿਤੇ ਕੋਈ ਸਿਲਾਈ ਮਸ਼ੀਨਾਂ ਕਿਸੇ ਨੂੰ ਵੰਡਣਗੇ, ਅਸੀਂ ਉੱਥੇ ਲਾਈਵ ਹੋ ਜਾਈਏ, ਗੱਲ ਹੀ ਖਤਮ ਕਰਤੀ ਜੀ। ਮੈਂ ਤਾਂ ਉਹੀ ਤਾਂ ਕਹਿ ਰਿਹਾ ਜੀ, ਅਸੀਂ ਉੱਥੇ ਥੋੜਾ ਲਾਈਵ ਹੋਵਾਂਗੇ। ਕਈ ਚੀਜ਼ਾਂ ਗੁਪਤ ਵੀ ਹੁੰਦੀਆਂ, ਨਹੀਂ ਕਿਸੇ ਦੀ ਆਪਾਂ ਪਰਿਵਾਰ 'ਚ ਨਹੀਂ ਸ਼ਕਲ ਦਿਖਾਣੀ ਹੁੰਦੀ ਕਿਸੇ ਦੀ। ਮੈਂ ਤਾਂ ਇਹ ਗੱਲ ਕਹੀ, ਮੈਂ ਉਹੀ ਤਾਂ ਗੱਲ ਕਰ ਰਿਹਾ ਜੀ, ਬਿਲਕੁਲ ਉਹੀ ਤਾਂ ਗੱਲ ਕਰ ਰਿਹਾ ਤੁਹਾਨੂੰ ਵੀ ਉਹਨਾਂ ਨੂੰ ਪਰੇ ਕਰਕੇ ਵੀ ਕੀਤਾ ਜਾ ਸਕਦਾ, ਤਾਂ ਕਿ ਲੋਕਾਂ ਨੂੰ ਸੇਧ ਆ ਜਾਵੇ ਭਾਈ ਕਰਨਾ ਨਹੀਂ ਹੈਗਾ ਧੱਕਾ ਕਿਸੇ ਗਰੀਬ ਧੀ ਨਾਲ। ਇਹਨਾਂ ਨੇ ਇਕੱਠੇ ਹੋ ਕੇ ਆ ਜਾਣਾ ਸਾਰਿਆਂ। ਇਸ ਤਰ੍ਹਾਂ ਦੀ ਲੋੜ ਹੁੰਦੀ ਅਸੀਂ ਉਸ ਤਰ੍ਹਾਂ ਵੀ ਖੜਦੇ ਆ, ਅਸੀਂ ਉਸ ਤਰ੍ਹਾਂ ਵੀ ਖੜਦੇ ਆ ਜੀ। ਅਸੀਂ ਜਿੱਥੇ ਕਿਸੇ ਲੋੜ ਪੈ ਜਾਏ ਅਸੀਂ ਉੱਥੇ ਲਾਈਵ ਹੋਈਦਾ। ਅਸੀਂ ਜਾ ਕੇ ਥਾਣਿਆਂ 'ਚ ਜਾ ਕੇ ਅਫਸਰਾਂ, ਮਾਨਯੋਗ IPS ਅਫਸਰਾਂ ਸਾਹਿਬ ਨੂੰ ਵੀ ਮਿਲੀਦਾ, ਜਿੱਥੇ ਕਿਸੇ ਦੀ ਲੋੜ ਹੁੰਦੀ ਅਸੀਂ ਉੱਥੇ ਖੜੀਦਾ। ਅਸੀਂ ਜ਼ਰੂਰੀ ਨਹੀਂ ਫਿਊਚਰ ਦੇ ਵਿੱਚ, ਭਵਿੱਖ ਵਿੱਚ ਇਹ ਸਾਨੂੰ ਖੁਸ਼ੀ ਹੋਊਗੀ ਜੇ ਅੱਗੇ ਤੋਂ ਤੁਸੀਂ ਇਦਾਂ ਦੇ ਕੰਮ ਕਰਦੇ ਹੋ, ਵਧੀਆ ਗੱਲ ਆ। ਮੈਂ ਤੁਹਾਨੂੰ ਆਖਰ ਦੇ ਵਿੱਚ ਨੇੜੇ ਪਹੁੰਚਦਾ ਕਿ ਤੁਸੀਂ ਕਿਹਾ ਕਿ ਸਿੱਖਾਂ ਦਾ ਤੇ ਆਪਣੇ ਹਿੰਦੂਆਂ ਦਾ 9 ਮਾਸ ਦਾ ਰਿਸ਼ਤਾ ਵਾ, ਤੇ ਇਸ 9 ਮਾਸ ਦੇ ਰਿਸ਼ਤੇ ਨੂੰ ਤੁਸੀਂ ਕਹਿੰਦੇ ਹੋ ਜੀ, ਸਾਰੇ ਸਾਡੇ ਜਿਹੜੇ ਹਿੰਦੂ ਆਗੂ ਨੇ ਉਹ ਵੀ ਇਸ ਚੀਜ਼ ਨੂੰ ਬਹੁਤ ਇੱਜ਼ਤ ਰਿਸਪੈਕਟ ਦਿੰਦੇ ਨੇ। ਬਿਲਕੁਲ ਜੀ, ਬਿਲਕੁਲ। ਪੰਜਾਬ ਦੇ ਵਿੱਚ ਇੰਨਾ ਕੁਝ ਸਿੱਖਾਂ ਦੇ ਨਾਲ ਹੋ ਰਿਹਾ, ਸਿੱਖਾਂ ਦੇ ਨਾਲ ਇੰਨਾ ਕੁ ਜ਼ਿਆਦਾ ਜੋ ਕੁਝ ਵੀ ਹੋ ਰਿਹਾ ਵਾ, ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਜਾਂਦਾ, ਪੂਰੇ ਦਾ ਪੂਰਾ ਸਰੂਪ ਚੋਰੀ ਹੋ ਜਾਂਦਾ, ਕੰਧਾਂ ਦੇ ਉੱਤੇ ਸ਼ਰੇਆਮ ਪੋਸਟਰ ਲੱਗ ਕੇ ਸਿੱਖ ਕੌਮ ਨੂੰ ਚੜਾਇਆ ਜਾਂਦਾ ਵਾ ਕਿ ਅਸੀਂ ਤੁਹਾਡਾ ਪਿਓ ਚੱਕ ਲਿਆ, ਚੋਰੀ ਕਰ ਲਿਆ, ਲੱਭ ਲਓ ਜੇ ਲੱਭ ਹੁੰਦਾ। ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਕਿ ਅਸੀਂ ਬੇਅਦਬੀ ਵੀ ਕਰਾਂਗੇ। ਉਹ ਅੰਗ ਪਾੜ ਕੇ ਸਾਡੇ ਪਾਵਨ ਸਰੂਪ ਦੇ ਰੂੜੀਆਂ ਤੇ ਸਿਰ ਤੇ ਗਲੀਆਂ 'ਚ ਰੋਲ ਤੇ, ਜਿੱਥੇ ਕਿ ਸਿੱਖਾਂ ਦਾ ਮਰਨ ਹੋ ਜਾਂਦਾ, ਤੇ ਜਿੱਥੇ ਸਾਡੀ ਗੁਰਬਾਣੀ ਵੀ ਕਹਿੰਦਾ ਜੇ ਜੀਵੇ ਪੱਥ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਉਹ ਦੱਸੋ ਮੈਨੂੰ ਕਿ ਉਦੋਂ ਤੁਸੀਂ ਕਦੋਂ ਕਿਹਾ ਕਿ ਦੇਖੋ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ, ਜਿਹੜੇ ਸਾਡੇ ਪਿਤਾ ਦੀ ਸਾਡੇ ਬੇਦਬੀ ਕਰਨਗੇ, ਜਿਹੜੇ ਸਾਡੇ ਪਿਤਾ ਦੀ ਬੇਦਬੀ ਕਰਨਗੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨਗੇ, ਬੇਦਬੀ ਅਸੀਂ ਜਾਨ ਵੀ ਦੇਣ ਨੂੰ ਤਿਆਰ ਹਾਂ। ਅਸੀਂ ਉਹਨਾਂ ਦੀ ਸਜ਼ਾ, ਅਸੀਂ ਸਜ਼ਾ ਦੇਣ ਨੂੰ ਤਿਆਰ ਆ, ਖੁਦ ਵੀ ਅਸੀਂ ਉਹਨਾਂ ਨੂੰ ਸਜ਼ਾ ਦੇਣ ਲਈ ਤਿਆਰ ਆ, ਜਿਹੜੇ ਇਸ ਤਰ੍ਹਾਂ ਸਾਡੇ ਪਿਤਾ ਦੀਆਂ ਸਾਡੇ ਬੇਦਬੀ ਸਾਡੇ ਕੋਲ ਬਰਦਾਸ਼ਤ ਨਹੀਂ ਹੋਏਗੀ ਇਹ ਚੀਜ਼। 2014 ਬਦਲਾ ਜੂਨ 2015 ਦੇ ਵਿੱਚੋਂ ਸਰੂਪ ਚੋਰੀ ਹੁੰਦਾ ਵਾ, ਠੀਕ ਆ ਜੀ। ਉਸ ਤੋਂ ਬਾਅਦ ਲਾਸਟ ਤੇ ਜਾ ਕੇ ਅਕਤੂਬਰ 2015 ਦੇ ਵਿੱਚ ਸੰਗਤਾਂ ਨੇ ਉੱਥੇ ਧਰਨਾ ਲਾਇਆ ਕਿ ਤੁਹਾਡਾ ਹੱਕ ਨਹੀਂ ਬਣਦਾ ਸੀ ਕਿ ਤੁਸੀਂ ਸ਼ਿਵ ਸੈਨਾ ਵੱਲੋਂ ਜਾ ਕੇ ਬਰਾਬਰ ਬਹਿੰਦੇ ਵੀ ਆਹ ਦੇਖੋ ਜੀ ਸਿੱਖਾਂ ਤੇ ਹਿੰਦੂਆਂ ਦਾ 9 ਮਾਸ ਦਾ ਰਿਸ਼ਤਾ। ਉੱਥੇ ਮੈਂ ਖੁਦ ਹਾਜ਼ਰ ਸੀਗਾ ਜੀ, ਮੁਸਲਮਾਨ ਭਾਈਚਾਰਾ ਬੈਠਾ ਸੀ, ਉਹਦੇ ਵਿਰੋਧ ਕੀਤਾ, ਅਸੀਂ ਪੂਰਾ ਵਿਰੋਧ ਕੀਤਾ ਜੀ। ਸਰ ਮੈਂ ਕਹਿੰਦਾ ਜੀ ਪੂਰਾ ਵਿਰੋਧ ਉਸ ਚੀਜ਼ ਦਾ ਕੀਤਾ, ਤੁਹਾਡੀ ਨੌਲੇਜ 'ਚ ਨਹੀਂ ਹੁੰਦਾ, ਅਸੀਂ ਤਾਂ ਪੂਰਾ ਵਿਰੋਧ ਕੀਤਾ, ਅਸੀਂ ਤਾਂ ਉਹ ਚੀਜ਼ ਦਾ ਕਰਦੇ ਹਾਂ। ਤੁਹਾਨੂੰ ਲੱਗਦਾ ਨਹੀਂ ਉੱਥੇ ਨਾਲ ਜੇ ਤੁਹਾਨੂੰ ਲੱਗਦਾ ਸਿੱਖ ਸੰਗਤ ਦੇ ਨਾਲ ਬਹਿਣਾ ਚਾਹੀਦਾ ਸੀ? ਬਿਲਕੁਲ, ਅਸੀਂ ਵਿਰੋਧ ਅਸੀਂ ਕਰਦੇ ਹਾਂ, ਵਿਰੋਧ ਕੀਤਾ ਅਸੀਂ। ਉੱਥੇ ਮੈਂ ਖੁਦ ਮੌਜੂਦ ਸੀਗਾ ਜੀ 2015 ਦੇ ਵਿੱਚ, ਅਕਤੂਬਰ ਦੇ ਵਿੱਚ ਸਿੱਖਾਂ ਸੰਗਤ ਦੇ ਨਾਲ ਮੁਸਲਮਾਨ ਭਾਈਚਾਰਾ ਆ ਕੇ ਬੈਠਾ ਸੀਗਾ, ਪਰ ਇੱਕ ਵੀ ਕਿਸੇ ਸ਼ਿਵ ਸੈਨਾ ਆਗੂ ਦਾ ਉੱਥੇ ਪਹੁੰਚਣਾ, ਉੱਥੇ ਆ ਕੇ ਕਹਿਣਾ ਵੀ ਇਹ ਭਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣਾ ਘੋਰ ਪਾਪ ਹੈ, ਹੋਣੀ ਨਹੀਂ ਚਾਹੀਦੀ। ਅਸੀਂ ਉਸੇ ਵਿਰੋਧ ਕੀਤਾ ਸੀਗਾ, ਅਸੀਂ ਕੀਤਾ, ਅਸੀਂ ਵਿਰੋਧ ਹਰ ਪਾਸੇ। ਅਸੀਂ ਜਿਹੜੀ ਵੀ ਕੋਈ ਇਹੋ ਜਿਹੀ ਗੱਲ ਹੁੰਦੀ, ਜਿੱਥੇ ਮੇਰੀ ਜਦੋਂ ਮੈਂ ਆਪਣੀ ਤੁਹਾਨੂੰ ਗੱਲ ਕਰਦਾ, ਜਦੋਂ ਮੈਂ ਸਿੱਖ ਸੰਗਤ ਵਿੰਗ ਦਾ ਪ੍ਰਧਾਨ ਬਣਿਆ, ਮੇਰੀ ਕੋਈ ਇਹੋ ਜਿਹੀ ਨੌਲੇਜ 'ਚ ਕੋਈ ਵੀ ਇਹੋ ਜਿਹਾ ਕੋਈ ਵੀ ਗਲਤ ਮੈਨੂੰ ਨਜ਼ਰ ਆਉਂਦਾ, ਮੈਂ ਉੱਥੇ ਵਿਰੋਧ ਕਰਦਾ ਜੀ। ਮੈਂ ਆਪਣੀ ਗੱਲ ਕਰਦਾ, ਮੈਂ ਉੱਥੇ ਵਿਰੋਧ ਕਰਦਾ, ਮੈਂ ਉੱਥੇ ਪਹੁੰਚਦਾ ਜਿੱਥੇ ਕੋਈ ਮੇਰੀ ਨੌਲੇਜ 'ਚ ਕੋਈ ਇਹੋ ਜਿਹੀ ਗੱਲ ਗਲਤ ਹੁੰਦੀ ਹੈ। ਮੈਂ ਖੁਦ ਸਜ਼ਾ ਦੇਣ ਨੂੰ ਵੀ ਤਿਆਰ ਆ। ਮੈਂ ਇਹੋ ਜਿਹਾ ਡਰਨ ਵਾਲਾ ਬੰਦਾ, ਇਹਨਾਂ ਦੇ ਖੋਤੇਸਤਾਨੀਆਂ ਦੀ, ਮੈਂ ਕਿਸੇ ਦੀ ਧਮਕੀਆਂ ਤੋਂ ਡਰਨ ਵਾਲਾ ਬੰਦਾ ਨਹੀਂ, ਮੈਂ ਕਿਸੇ ਅੱਤਵਾਦ ਤੋਂ ਨਹੀਂ ਡਰਦਾ। ਮੈਂ ਉੱਥੇ ਖੁਦ ਉੱਥੇ ਆਪ ਕੱਲਾ ਵੀ ਖੜ ਜਾਣਾ, ਮੈਂ ਬਿਨਾਂ ਕਿਸੇ ਟੀਮ ਤੋਂ ਜਾ ਕੇ ਜਿੱਥੇ ਕੋਈ ਮੇਰੀ ਨਜ਼ਰ 'ਚ ਕੋਈ ਗਲਤ ਕੰਮ ਆ ਜਾਂਦਾ ਮੈਂ ਖੜਦਾ, ਮੈਂ ਉਸ ਕੰਮ ਨੂੰ ਸਹੀ, ਮੇਰਾ ਫਰਜ਼ ਹੈ ਕਰਾਉਣਾ। ਮੈਂ ਤੁਹਾਡੀ ਕੱਲਿਆਂ ਦੀ ਗੱਲ ਨਹੀਂ ਕਰਦਾ ਸਰ, ਮੈਂ ਤੁਹਾਡੀ ਪੂਰੀ ਪਾਰਟੀ ਦੀ ਗੱਲ ਕਰਦਾ ਕਿ ਜਦੋਂ ਗੁਰੂ ਤੁਸੀਂ ਕਿਹਾ ਕਿ 9 ਮਾਸ ਦਾ ਰਿਸ਼ਤਾ ਵਾ, ਬੜਾ ਪੂਰਾ ਰਿਸ਼ਤਾ ਵਾ,
ਇੱਥੇ ਗੱਲ ਕਰਦੇ ਆ ਕਿ ਜਦੋਂ ਇਦਾਂ ਹੁੰਦਾ ਵਾ ਕਿ ਉਦੋਂ ਪਾਰਟੀ ਦੇ ਸਟੈਂਡ ਦੇਖੋ ਮੈਂ ਸਿੱਖ ਸੰਗਤ ਵਿੰਗ ਦਾ ਮੈਂ ਨਿਸ਼ਾਂਤ ਸ਼ਰਮਾ ਜੀ ਦਾ ਇੱਕ ਬਿਆਨ ਨਹੀਂ ਮੈਂ ਪੜਿਆ ਮੇਰੀ ਗੱਲ ਕਿ ਸੁਣੋ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣਾ ਘੋਰ ਪਾਪ ਹੈ, ਦੇਖੋ ਸਜ਼ਾ ਮਿਲਣੀ ਚਾਹੀਦੀ ਨਿਸ਼ਾਂਤ ਸ਼ਰਮਾ ਜੀ ਤਾਂ ਹਰ ਵਾਰ ਕਹਿੰਦੇ ਆਏ ਨੇ, ਹਰ ਵਾਰ ਅੱਜ ਵੀ ਕਹਿ ਰਹੇ ਨੇ ਕੋਈ ਮੈਂ ਅੱਤਵਾਦ ਦੇ ਖਾਲਿਸਤਾਨ ਦੇ ਖਿਲਾਫ ਹਾਂ। ਮੈਂ ਕਦੀ ਵੀ ਕੋਈ ਸਿੱਖਾਂ ਦੇ ਖਿਲਾਫ ਬਿਆਨ ਨਹੀਂ ਦਿੱਤਾ। ਮੈਂ ਖਾਲਿਸਤਾਨ ਕਹਿਣ ਦਾ ਮਤਲਬ ਉਹਨਾਂ ਨੇ ਕਦੀ ਵੀ ਸਿੱਖਾਂ ਦੇ ਖਿਲਾਫ ਬਿਆਨ ਨਹੀਂ ਦਿੱਤਾ। ਔਰ ਜਿੰਨੀ ਉਹ ਕਹਿੰਦੇ ਮੈਨੂੰ ਭਗਵਦ ਗੀਤਾ 'ਚ ਵਿਸ਼ਵਾਸ ਹੈ ਨਾ, ਉਹਨਾਂ ਹੀ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਹੈ। ਔਰ ਉਹਨਾਂ ਨੇ ਹਰ ਵਾਰੀ ਉਹਨਾਂ ਦੇ ਨਿਸ਼ਾਂਤ ਸ਼ਰਮਾ ਜੀ ਕਹਿੰਦੇ ਮੇਰੀ ਗੱਲ ਸੁਣੋ, ਬਿਲਕੁਲ ਜੀ ਸਾਡੀ ਪਾਰਟੀ ਕਹਿੰਦੀ ਹੈ, ਸਾਡੀ ਪਾਰਟੀ ਕਹਿੰਦੀ ਹੈ, ਬਿਲਕੁਲ ਕਹਿੰਦੀ ਹੈ ਜੀ ਸਾਡੀ ਪਾਰਟੀ। ਹਾਂ, ਇਹ ਗੱਲ ਤਾਂ ਪਿੰਡਾਂ ਵਾਲੇ ਸੰਤ ਵੀ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ ਹੋ। ਇੱਕ ਕੁਰਾਨ ਸੜ ਗਈ ਸੀ ਆਪਣੇ, ਉਹਨਾਂ ਨੇ ਬਕਾਇਦਾ ਉੱਥੋਂ ਪੈਸੇ ਦੇ ਕੇ ਲੈ ਕੇ ਦਿੱਤੀ ਸੀ। ਉਹਨਾਂ ਨੇ ਉਹ ਕਹਿੰਦੇ ਸੀ ਜਿੰਨਾ ਮੈਂ ਆਪਦੇ ਧਰਮ ਦਾ ਸਤਿਕਾਰ ਕਰਦਾ ਉਹਨਾਂ ਮੈਂ ਹਿੰਦੂ ਧਰਮ ਦਾ ਸਤਿਕਾਰ ਕਰਦਾ, ਉਹਨਾਂ ਮੈਂ ਇੱਥੇ ਤੱਕ ਕਹਿੰਦੇ ਸੀ ਕਿ ਹਰੇਕ ਬੰਦੇ ਨੂੰ ਆਪਦੇ ਧਰਮ ਦੇ ਵਿੱਚ ਪੱਕਾ ਰਹਿਣਾ ਚਾਹੀਦਾ। ਉਹ ਚਾਹੇ ਆਪਦਾ ਸਿੱਖ ਆ, ਕੋਈ ਹਿੰਦੂ ਆ, ਕੋਈ ਮੁਸਲਮਾਨ ਆ, ਕੋਈ ਪਾਰਸੀ ਆ, ਕੋਈ ਈਸਾਈ ਆ, ਆਪਦੇ ਧਰਮ ਦੇ ਵਿੱਚ ਪੱਕਾ ਰਹਿਣਾ ਚਾਹੀਦਾ। ਜੀ ਮੈਂ ਤੁਹਾਨੂੰ ਉਹੀ ਗੱਲ ਦਾ ਜਵਾਬ ਦੇਣਾ, ਜਿਹੜੀ ਪਿੰਡਰਾਂ ਵਾਲੇ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਪਿੰਡਰਾਂ ਵਾਲੇ ਚਲੋ ਠੀਕ ਹੈ, ਕਈ ਗੱਲਾਂ ਠੀਕ ਵੀ ਹੋਣਗੀਆਂ, ਠੀਕ ਹੈ, ਪਰ ਜਿਹੜੇ ਨੌਜਵਾਨਾਂ ਨੂੰ ਉਦੋਂ ਉਸ ਵੇਲੇ ਵੀ ਉਸ ਸਮੇਂ 'ਚ ਵੀ ਨੌਜਵਾਨਾਂ ਨੂੰ ਮੰਗੀ ਨਹੀਂ ਜੀ, ਉਹਨਾਂ ਨੇ ਸਾਰੀ ਜ਼ਿੰਦਗੀ ਨੌਜਵਾਨਾਂ ਨੂੰ ਉਹਨਾਂ ਨੂੰ ਟ੍ਰੇਨਿੰਗਾਂ ਦਿੱਤੀਆਂ, ਅਸਲੇ ਚਲਾਣੇ ਸਿਖਾਏ, ਉਹਨਾਂ ਨੂੰ ਅੱਤਵਾਦ ਉਹਨਾਂ ਨੂੰ ਪ੍ਰੇਰਿਤ ਕਰਨਾ ਸਿਖਾਇਆ, ਉਹਨਾਂ ਨੂੰ ਸਿਖਲਾਈਆਂ ਦਿੱਤੀਆਂ, ਅਸਲੇ ਦੀਆਂ ਟ੍ਰੇਨਿੰਗਾਂ ਸਿਖਾਈਆਂ। ਉਹ ਅੱਤਵਾਦੀ ਆਪਾਂ ਕਵਾਂਗੇ? ਹੋਰ ਕੀ ਕਵਾਂਗੇ ਜੀ, ਦੱਸੋ ਦੇਖ ਲਓ। ਉਹ ਅੱਤਵਾਦੀ ਕਵਾਂਗੇ ਜਿਹੜੇ AK-47 ਚਲਾਣੀਆਂ ਸਿਖਾਣੀਆਂ, ਕਈ ਤਰ੍ਹਾਂ ਦੀਆਂ ਜਿਹੜੇ ਅਸਲੇ ਹੁੰਦੇ ਸੀ ਉਹ ਚਲਾਣੇ ਸਿਖਾਣੇ। ਮੈਂ ਤਾਂ ਉਸ ਚੀਜ਼ ਦੀ ਗੱਲ ਕਰ ਰਿਹਾ ਵੀ ਉਹ ਕੀ ਚੀਜ਼ ਸੀਗੀ। ਅੱਜ ਵੀ ਜਿਹੜੇ ਨੌਜਵਾਨ, ਅੱਜ ਦਾ ਪੰਜਾਬ 'ਚ ਕੋਈ ਅਸਲਾ ਨਹੀਂ, ਅੱਜ ਵੀ ਨੌਜਵਾਨ ਲੈ ਦੇਖੋ ਸਾਡੇ ਕਿੰਨੇ ਹਿੰਦੂ ਨੇਤਾਵਾਂ ਦੀ ਜਿਹੜੀਆਂ ਹੱਤਿਆਵਾਂ ਹੋਈਆਂ, ਸਾਡੇ ਅਮਿਤ ਸ਼ਰਮਾ ਜੀ ਦੀ ਦੇਖੋ ਦੁਰਗਾ ਮਾਤਾ ਮੰਦਿਰ ਕੋਲੋਂ ਦੇਖੋ ਉਹਨਾਂ ਦੀ ਡੈਥ ਹੋਈ। ਪਹਿਲਾਂ ਇਹ ਗੱਲ ਕਹਿ ਕੇ ਹਟੇ ਹੋ, ਫਿਰ ਦੇਖੋ ਤੁਸੀਂ ਇਹ ਗੱਲ ਪਹਿਲਾਂ ਕਹਿ ਕੇ ਹਟੇ ਹੋ ਕਿ ਜਿਹੜਾ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਉਹਨਾਂ ਬੰਦਿਆਂ ਦੀ ਪਛਾਣ ਨਹੀਂ ਹੋਈ। ਬੰਦੇ ਸ਼ਰਾਰਤੀ ਫਾਇਦਾ ਚੱਕ ਜਾਂਦੇ ਨੇ, ਚੱਕ ਜਾਂਦੇ ਆ ਜੀ, ਬਿਲਕੁਲ ਚੱਕ ਜਾਂਦੇ। ਇੱਥੇ ਵੀ ਤਾਂ ਹੋ ਸਕਦਾ ਕਿ ਸ਼ਰਾਰਤੀ ਬੰਦਿਆਂ ਨੇ ਫਾਇਦਾ ਚੱਕਿਆ ਕੌਮ ਨੂੰ ਬਦਨਾਮ ਕਰਨ ਲਈ। ਦੇਖੋ ਕੈਪਟਨ ਅਮਰਿੰਦਰ ਸਿੰਘ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਬੰਦੇ ਫੜੇ, ਜਿਹੜੇ ਬੰਦੇ ਨੂੰ ਚੱਕਿਆ ਸੀਗਾ ਫਿਰੋਜ਼ਪੁਰ ਦਾ ਹੋਣਾ, ਤੁਹਾਨੂੰ ਨੌਲੇਜ ਹੋਣਾ, ਬੰਦੇ ਅੱਜ ਵੀ ਜੇਲ੍ਹ 'ਚ ਨੇ, ਉਹ ਮੰਨੇ ਨੇ ਅਸੀਂ ਮਾਰਿਆ। ਹਾਂ ਨਹੀਂ ਸਰ, ਮੈਂ ਇਹ ਗੱਲ ਤਾਂ ਕਰਦਾ, ਤੁਸੀਂ ਦੱਸਿਆ ਕਿ ਜਿਹੜੇ ਸ਼ਿਵ ਸੈਨਾ ਦੇ ਆਗੂ ਮਾਰੇ ਨੇ, ਉਹ ਮੈਂ ਤੁਹਾਨੂੰ ਕਹਿੰਦਾ, ਮੈਂ ਤਾਂ ਇਹ ਗੱਲ ਪਹਿਲਾਂ ਕਹਿ ਕੇ ਹਟਿਆ ਕਿ ਧਰਮ ਨਹੀਂ ਕੋਈ ਮਾੜਾ ਹੁੰਦਾ, ਧਰਮ ਸਾਰੇ ਚੰਗੇ ਹੁੰਦੇ ਨੇ, ਮਾੜੇ ਉਹਦੇ ਵਿੱਚ ਅਨਸਰ ਸ਼ਾਮਲ ਹੋ ਜਾਂਦੇ ਨੇ। ਪਰ ਇੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਕੁਝ ਅਨਸਰਾਂ ਕਰਕੇ ਸਾਰੇ ਬੰਦੇ ਮਾੜੇ ਨੇ। ਮੈਂ ਤੁਹਾਨੂੰ ਪੁੱਛ ਰਿਹਾ ਸੀਗਾ ਕਿ ਇਸ ਤਰ੍ਹਾਂ ਕਰਕੇ ਤੁਸੀਂ ਕਹਿੰਦੇ ਹੋ ਕਿ ਉਹ ਬੰਦੇ ਮਰੇ, ਪਰ ਮੈਂ ਕਹਿੰਦਾ ਕਿ ਤੁਸੀਂ ਇਹ ਦੱਸੋ ਕਿ ਪੰਜਾਬ ਦੇ ਵਿੱਚ ਕਿੱਥੇ ਕੋਈ ਰਫਲਾਂ ਚੱਕੀ ਫਿਰਦਾ, ਕਿੱਥੇ ਕੋਈ ਕਿਰਪਾਨਾਂ ਤਲਵਾਰਾਂ ਚੱਕੀ ਫਿਰਦਾ, ਜਿਹੜਾ ਤੁਹਾਨੂੰ ਬੋਲਣਾ ਪੈ ਗਿਆ ਇੰਨਾ। ਦੇਖੋ ਸਮਾਂ ਆ ਰਿਹਾ ਹੈ, ਉਹ ਸਮਾਂ ਆ ਰਿਹਾ ਹੈ, ਜੇ ਨਹੀਂ ਠੱਲ ਪਾਏਗੀ, ਜੇ ਅਸੀਂ ਨਹੀਂ ਸ਼ਿਵ ਸੈਨਾ ਵਿਰੋਧ ਕਰੇਗੀ, ਉਹ ਸਮਾਂ ਆ ਜਾਏਗਾ। ਸਾਡੇ ਤੁਹਾਨੂੰ ਪਤਾ ਹੋਣਾ ਅਮਿਤ ਸ਼ਰਮਾ ਜੀ ਦੀ ਸ਼ਹਾਦਤ ਹੋਈ ਹੈ, ਉਹ ਕਿੰਨੇ ਮਾਰਿਆ ਬੰਦੇ ਫੜੇ ਗਏ, ਉਹਨਾਂ ਨੇ ਕਿਹਾ ਵੀ ਅਸੀਂ ਮਾਰਿਆ ਸੀ, ਇਹ ਖਾਲਿਸਤਾਨ ਦੇ ਵਿਰੁੱਧ ਬੋਲਦਾ ਸੀਗਾ। ਜਿਹੜੇ ਬੰਦੇ ਅੰਦਰ ਫੜੇ ਗਏ, ਜੇ RSS ਦੇ ਗਗਨੇਜਾ ਜੀ ਮਾਰੇ ਗਏ, ਔਰ ਰਵਿੰਦਰ ਗੋਸਾਈ ਜੀ ਜਿਹੜੇ ਲੁਧਿਆਣੇ 'ਚ ਮਾਰੇ ਗਏ। ਉਹਨਾਂ ਨੇ ਇਹ ਕਿਹੜੇ ਬੰਦੇ ਨੇ ਜਿਹੜੇ ਫੜੇ, ਪੁਲਿਸ ਨੇ ਉਹਨਾਂ ਨੂੰ ਕੀਤਾ ਹੋਇਆ ਅੰਦਰ, ਔਰ ਉਹ ਕਹਿ ਰਹੇ ਨੇ ਵੀ ਇਹ ਸਾਡੇ ਖਿਲਾਫ ਬੋਲਦੇ, ਖਾਲਿਸਤਾਨ ਦੇ ਖਿਲਾਫ ਬੋਲਦੇ ਸੀ, ਸਾਡੇ ਧਰਮ ਦੇ ਖਿਲਾਫ ਬੋਲਦੇ ਸੀ। ਤਾਂ ਮੈਂ ਤਾਂ ਸਾਰੇ ਪਹਿਲਾਂ ਕਹਿ ਕੇ ਹਟਿਆ ਕਿ ਦੇਖੋ ਜਾਨ ਕਿਸੇ ਜਾਨਵਰ ਦੀ ਵੀ ਜਾਣੀ ਗਲਤ ਆ। ਅਸੀਂ ਤਾਂ ਇੱਥੇ ਤੱਕ ਕਹਿੰਦੇ ਆ ਮੀਡੀਆ ਇੱਕ ਨਿਰਪੱਖ ਸੰਸਥਾ ਹੁੰਦੀ ਆ। ਅਸੀਂ ਤੁਹਾਡੇ ਸਵਾਲ ਜਿਹੜੇ ਨੇ ਉਹ ਲੋਕਾਂ 'ਚ ਲੈ ਕੇ ਗਏ ਆ, ਹੁਣ ਲੋਕਾਂ ਦੇ ਜਿਹੜੇ ਸਵਾਲ ਨੇ ਉਹ ਅਗਲੀ ਵਾਰੀ ਤੁਹਾਡੇ ਕੋਲ ਲੈ ਕੇ ਆਉਣੇ ਆ। ਮੈਂ ਤੁਹਾਡੇ ਇਹ ਲੋਕਾਂ ਦੀ ਚਰਚਾ ਵਾ, ਲੋਕਾਂ ਦੇ ਵਿੱਚ ਚਰਚਾ ਕਿ ਜਿਹੜੇ ਤੁਸੀਂ 8 ਜਾਂ 10 ਜਿਹੜੇ ਆਗੂ ਨੇ ਉਹੀ ਪੰਜਾਬ ਦੇ ਵਿੱਚ ਇੰਨਾ ਵਿਰੋਧ ਕਰਦੇ ਨੇ ਜਾਂ ਇੰਨਾ ਬੋਲਦੇ ਨੇ, ਜਿਹੜੇ ਪੌਣੇ 3 ਕਰੋੜ ਦੀ ਆਬਾਦੀ ਦੇ ਵਿੱਚੋਂ ਹੋਰ ਹਿੰਦੂ ਨਹੀਂ ਬੋਲਦੇ, ਹੋਰ ਸਿੱਖ ਨਹੀਂ ਬੋਲਦੇ। ਤੁਹਾਨੂੰ ਹੀ ਕਿਉਂ ਲੱਗਦਾ ਕਿ ਇਹ ਬੋਲਣਾ ਜ਼ਰੂਰੀ ਆ ਜਾਂ ਸਿੱਖ ਹੀ ਦੋਸ਼ੀ ਨੇ? ਦੇਖੋ ਸਾਡੀ ਫਿਤਰਤ 'ਚ, ਮੇਰੀ ਫਿਤਰਤ 'ਚ ਸ਼ੁਰੂ ਤੋਂ ਹੀ ਮੇਰਾ ਜਿਹੜਾ ਖੂਨ ਹੈ, ਮੈਂ ਅੱਤਵਾਦ ਦੇ ਖਿਲਾਫ, ਮੈਂ ਖਾਲਿਸਤਾਨ ਦੇ ਖਿਲਾਫ, ਮੈਂ ਜਿਹੜਾ ਤੁਹਾਨੂੰ ਪਹਿਲਾਂ ਵੀ ਮੈਂ ਕਿਹਾ, ਜਿਹੜਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਜਿਹੜਾ ਬੰਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੋਵੇ, ਉਹ ਮੇਰੇ ਪਿਤਾ ਜੀ ਉਹ ਵੀ ਖਾਲਿਸਤਾਨ ਤੇ ਅੱਤਵਾਦ ਦੇ ਖਿਲਾਫ ਸੀਗੇ। ਮੇਰੇ ਪਿਤਾ ਜੀ ਵੀ, ਅੱਗੇ ਮੈਂ ਵੀ ਉਸੇ ਤਰ੍ਹਾਂ ਹੀ ਅੱਤਵਾਦ ਦੇ ਖਾਲਿਸਤਾਨ ਦੇ ਖਿਲਾਫ ਆ। ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਖਤਰਾ ਜਿੱਥੇ ਹੋਵੇ, ਅਸੀਂ ਉਹਨਾਂ ਦੇ ਖਿਲਾਫ ਬੋਲਦੇ ਹਾਂ। ਹੁਣ ਤੁਸੀਂ ਪੰਨੂ ਦੀ ਗੱਲ ਕੀਤੀ ਆ, ਤੁਸੀਂ ਗੁਰਪਤਵੰਤ ਪੰਨੂ ਦੀ ਗੱਲ ਕੀਤੀ ਜੀ, ਉਹ ਬੋਲਦਾ, ਤੁਸੀਂ ਗੱਲ ਕੀਤੀ ਖਾਲਿਸਤਾਨੀਆਂ ਦੀ ਗੱਲ ਕੀਤੀ। ਸਰ ਉਹ ਤਾਂ ਪੰਨੂ ਤਾਂ ਬਾਹਰ ਬੈਠਾ, ਜਿੱਦ ਤੱਕ ਕੋਈ ਸਾਨੂੰ ਅਪਰੋਚ ਕਰਨੀ ਪਊ, ਲਿਆਉਣਾ ਪਊ। ਤੁਸੀਂ ਵੀ ਇੱਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੁਣਿਆ ਵੀ ਆ ਕਿ ਮੈਂ ਇਕੱਲਾ ਖਰਚਾ ਕਰੂੰਗਾ ਲਿਆਉਣ ਦਾ, ਤੁਸੀਂ ਕਿਹਾ ਸ਼ਾਇਦ ਇੱਕ ਵੀਡੀਓ ਦੇ ਵਿੱਚ ਕਿਹਾ ਵਾ। ਪਰ ਮੈਂ ਇੱਥੇ ਇਹ ਕਹਿਣਾ ਕਿ ਉਹ ਉੱਥੇ ਬੈਠਾ ਕੁਝ ਮੁੰਡਿਆਂ ਨੂੰ ਭੜਕਾ ਰਿਹਾ ਵਾ ਪੰਜਾਬ ਦੇ ਵਿੱਚ।
ਬਹੁਤ ਜ਼ਿਆਦਾ ਚਲੋ ਬਹੁਤ ਜ਼ਿਆਦਾ ਮੁੰਡਿਆਂ ਨੂੰ ਭੜਕਾ ਲਿਆ। ਮੈਂ ਕਿਹਾ ਜੀ ਬਹੁਤ ਜ਼ਿਆਦਾ ਨੂੰ ਭੜਕਾ ਲਿਆ, ਖਰਾਬ ਕਰਨ ਲਈ ਕੋਸ਼ਿਸ਼ ਕਰ ਰਿਹਾ ਹੈ। ਮੈਂ ਕਿਹਾ ਜੀ ਬਹੁਤ ਜਣਿਆਂ ਨੂੰ ਭੜਕਾ ਲਿਆ। ਸਰਕਾਰ ਨੇ ਹੀ ਉਹਨਾਂ ਨੂੰ ਉਹਦੇ ਨਾਲ ਹੋਰ 10 ਬੰਦਿਆਂ ਨੂੰ ਵੀ ਨਾਲ ਅੱਤਵਾਦੀ ਗਰੁੱਪਾਂ ਵਿੱਚ ਲਿਸਟ ਵਿੱਚ ਸ਼ਾਮਲ ਕਰਤਾ ਉਹਦਾ ਨਾਮ। ਜੀ ਤੁਹਾਨੂੰ ਪਤਾ ਹੀ ਹੋਣਾ। ਮੈਂ ਕਿਹਾ ਜੀ ਕਰ ਲਿਆ। ਸਰਕਾਰ ਵੀ ਕਹਿ ਰਹੀ, ਉੱਥੋਂ ਦੀ ਸਰਕਾਰ ਵੀ ਹੁਣ ਤਾਂ ਮੰਨਣਾ। ਤੁਸੀਂ ਸਰਕਾਰ ਨੂੰ ਇਹ ਕਿਉਂ ਨਹੀਂ ਕਹਿੰਦੇ ਜੀ, ਤੁਸੀਂ ਸਰਕਾਰ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਜਿਹੜੇ ਤੁਸੀਂ ਨੌਜਵਾਨਾਂ ਨੂੰ ਚੱਕ ਰਹੇ ਹੋ, ਉਹ ਖਾਲਿਸਤਾਨ ਦੀ ਕੋਈ ਪੋਸਟ ਸ਼ੇਅਰ ਕਰ ਦਿੰਦਾ, ਉਹ ਚੱਕਿਆ ਗਿਆ। ਤੁਸੀਂ ਮੇਰੀ ਬੇਨਤੀ ਪੂਰੀ ਹੋ ਜਾਣ ਦਿਓ ਕਿ ਉਹ ਚੱਕ ਲੈਂਦੀ ਆ, ਪ੍ਰਸ਼ਾਸਨ ਚੱਕਦਾ, ਚੰਗੀ ਗੱਲ ਵੀ ਆ, ਸਾਡੇ ਦੇਸ਼ ਦੀ ਅਖੰਡਤਾ ਕਾਇਮ ਰਹਿਣੀ ਚਾਹੀਦੀ ਆ। ਪਰ ਸਿਮਰਨਜੀਤ ਮਾਨ ਤੇ ਉਹ ਤਾਂ ਪੰਜਾਬ 'ਚ ਬੈਠਾ ਜੀ, ਪਰਚੇ ਦਰਜ ਨੇ ਜੀ ਉਹਦੇ ਤੇ, ਪਰਚੇ ਇੱਕ ਵੀ ਪਰਚਾ ਨਹੀਂ ਦਰਜ ਜੀ ਉੱਤੇ। ਤੁਸੀਂ ਕਿੱਥੇ ਗੱਲ, ਕਿਹੜੀ ਗੱਲ ਸਰ ਉਹਨੇ ਸੁਪਰੀਮ ਕੋਰਟ ਦੇ ਵਿੱਚੋਂ ਲੜ ਕੇ ਹੱਕ ਲੈ ਕੇ ਆਇਆ ਕਿ ਸੁਪਰੀਮ ਕੋਰਟ ਦੀ ਤੁਸੀਂ ਕਦਰ ਕਰਦੇ ਹੋ ਸੁਪਰੀਮ ਕੋਰਟ ਦੀ? ਬਿਲਕੁਲ ਕਰਦੇ ਆ ਜੀ। ਸੁਪਰੀਮ ਕੋਰਟ ਨੇ ਇੱਥੇ ਤੱਕ ਆਰਡਰ ਮੇਰੇ ਕੋਲੇ ਆ ਜੀ, ਆ ਲਓ, ਸੁਪਰੀਮ ਕੋਰਟ ਨੇ ਇੱਥੇ ਤੱਕ ਆਰਡਰ ਕੀਤਾ ਕਿ ਤੁਸੀਂ ਖਾਲਿਸਤਾਨ ਦੀ ਗੱਲ ਕਰ ਸਕਦੇ ਹੋ, ਖਾਲਿਸਤਾਨ ਦੀ ਮੰਗ ਕਰ ਸਕਦੇ ਹੋ ਸ਼ਾਂਤਮਈ ਤਰੀਕੇ ਦੇ ਨਾਲ। ਉੱਥੇ ਕੋਈ ਅਸਲਾ ਨਹੀਂ ਚੱਲਣਾ ਚਾਹੀਦਾ, ਉੱਥੇ ਕੋਈ ਕਿਸੇ ਤਰੀਕੇ ਦੀ ਦੰਗੇ ਨਹੀਂ ਭੜਕਣੇ ਚਾਹੀਦੇ, ਜਾਂ ਤੁਸੀਂ ਕੋਈ ਹਥਿਆਰ ਨਹੀਂ ਚੱਲਣਾ ਚਾਹੀਦਾ, ਪਰ ਤੁਸੀਂ ਮੰਗ ਕਰ ਸਕਦੇ ਹੋ। ਦੇਖੋ ਮੰਗ ਕਰ ਸਕਦੇ ਤੁਸੀਂ ਵਿੱਚ, ਜੇ ਹੁਣ ਇਹ ਮੰਗ ਹੀ ਮੁੰਡੇ ਮੰਗ ਹੀ ਕਰਦੇ ਨੇ। ਸੁਪਰੀਮ ਕੋਰਟ ਕਹਿ ਰਹੀ ਹੈ ਵੀ ਮੰਗ ਕਰ ਸਕਦੇ ਹੋ, ਠੀਕ ਹੈ, ਮੰਗ ਕਰ ਸਕਦੇ ਹੋ। ਜੀ। ਹੁਣ ਜਿਹੜੇ ਨੌਜਵਾਨ ਨੇ ਉਹ ਹੋਰ ਮੁੱਦਾ ਛੇੜੀ ਜਾਂਦੇ ਨੇ, ਉਹ ਅੱਤਵਾਦ ਪੈਦਾ ਕਰਾਈ ਜਾਂਦੇ ਖਾਲਿਸਤਾਨ ਦੇ ਨਾਮ ਤੇ, ਉਹ ਗੈਂਗਸਟਰ ਬਣਾਈ ਜਾਂਦੇ। ਉਹ ਗਲਤ ਆ ਜੀ, ਅਸੀਂ ਕਹਿੰਦੇ ਆ ਗੈਂਗਸਟਰ ਗਾਣਾ ਗਲਤ ਆ, ਉਹਨਾਂ ਦੇ ਖਿਲਾਫ। ਪਰ ਜੇ ਕੋਈ ਖਾਲਿਸਤਾਨ ਦੀ, ਅਸੀਂ ਕਹਿੰਦੇ ਆ ਜੀ ਖਾਲਿਸਤਾਨ ਦੀ ਮੰਗ ਕਰਨਾ ਤਾਂ ਨਾਮ ਤੇ ਅੱਤਵਾਦ ਬਣਾ ਰਹੇ ਨੇ ਮੁੰਡੇ। ਉਹ ਅੱਤਵਾਦ ਕਰਨਾ ਗਲਤ ਆ। ਮੈਂ ਅਸੀਂ ਕਹਿੰਦੇ ਆ ਜੀ ਅੱਤਵਾਦ ਕਿਸੇ ਤਰੀਕੇ ਦਾ ਵੀ ਉਹਨਾਂ ਚੀਜ਼ਾਂ ਦੇ ਖਿਲਾਫ ਆ। ਮੁੰਡੇ ਗੈਂਗਸਟਰ ਬਣਨਗੇ ਇੱਥੇ, ਮੁੰਡੇ ਫਿਰ 92-93 ਵਾਲਾ ਮਾਹੌਲ ਪੈਦਾ ਹੋਏਗਾ। ਅਸੀਂ ਉਹ ਚੀਜ਼ ਹਰ ਕਿਸ ਨਹੀਂ ਹੋਣ ਦੇਾਂਗੇ। ਜਿਗਰੇ ਨਾਲ ਇਹ ਗੱਲਾਂ ਹੁੰਦੀਆਂ। ਆ ਕੋਰਟ ਦਾ ਆਰਡਰ ਆ ਜੀ। ਮੈਂ ਮੰਨ ਰਿਹਾ ਤੁਹਾਡੀ ਚੀਜ਼ ਨੂੰ, ਮੈਂ ਤਾਂ ਉਹੀ ਗੱਲ ਕਰ ਰਿਹਾ ਵੀ ਜਿਹੜੇ ਨੌਜਵਾਨ ਨੇ, ਜਿਹੜੇ ਨੌਜਵਾਨਾਂ ਨੂੰ ਕੀ ਭੜਕਾਇਆ ਜਾ ਰਿਹਾ, ਨੌਜਵਾਨਾਂ ਨੂੰ ਇਹ ਭੜਕਾਇਆ ਜਾ ਰਿਹਾ ਹੈ ਤੁਹਾਨੂੰ ਅਸੀਂ ਫੰਡ ਦਿੰਨੇ ਆ, ਹਰ ਚੀਜ਼ ਮੁਹੱਈਆ ਕਰਾਉਂਦੇ ਆ, ਤੁਹਾਨੂੰ ਅਸੀਂ ਜੇਲ੍ਹਾਂ 'ਚ ਵੀ ਮੁਹੱਈਆ ਕਰਾਵਾਂਗੇ ਫੰਡ, ਤੁਹਾਨੂੰ ਵਧੀਆ ਥਾਂ ਤੇ ਰੱਖਿਆ ਜਾਏਗਾ। ਤੁਸੀਂ ਇਹ ਜਿਹੜੇ ਖਾਲਿਸਤਾਨ ਦੇ ਖਿਲਾਫ ਬੰਦੇ ਬੋਲਦੇ ਆ, ਇਹਨਾਂ ਨੂੰ ਮਾਰੋ, ਉਹਨਾਂ ਨੂੰ ਅਸਲਾ ਪ੍ਰੋਵਾਈਡ ਕਰਾਇਆ ਜਾਂਦਾ ਹੈ, ਤੁਸੀਂ 15 ਸਭ ਕੁਝ ਪ੍ਰੋਵਾਈਡ ਕਰਾਇਆ ਜਾਂਦਾ ਹੈ। ਤੁਸੀਂ 15 ਦਿਨ ਨਾ ਪਹਿਲਾਂ, ਤੁਸੀਂ ਸਰ 15 ਦਿਨ ਦੀ ਨਾ ਪਹਿਲਾਂ ਮੇਰੀ ਫੇਸਬੁੱਕ ਆਈਡੀ ਖੋਲ ਕੇ ਦੇਖੋ। ਅੱਜ ਤੋਂ 15 ਤੋਂ 20 ਦਿਨ ਪਹਿਲਾਂ ਮੈਂ ਖੁਦ ਇਸ ਵਿਸ਼ੇ ਤੇ ਬੋਲਿਆ। ਮੈਂ ਖੁਦ ਇਹ ਗੱਲ ਕਹੀ ਆ ਕਿ ਸਾਡੇ ਪੰਜਾਬ ਦੇ ਵਿੱਚ ਆ ਕੇ ਹਾਲਾਤ ਦੇਖੋ, ਕੱਲਾ ਖਾਲਿਸਤਾਨ ਮੁੱਦਾ ਨਹੀਂ ਹੈਗਾ। ਅੱਜ ਮੁੰਡੇ ਬੇਰੁਜ਼ਗਾਰ ਨੇ ਵਿਚਾਰੇ, ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿਆ, ਆਮ ਗਰੀਬ ਪਰਿਵਾਰਾਂ ਦੇ, ਉਹਨਾਂ ਨੂੰ ਰੁਜ਼ਗਾਰ ਪੈਦਾ ਕਰਕੇ ਦੇਖੋ। ਇਹ ਮੈਂ ਉਹਨਾਂ ਨੂੰ ਕਿਹਾ ਜਿਹੜੇ ਸਾਡੇ ਮੁੰਡਿਆਂ ਨੂੰ ਭੜਕਾਉਂਦੇ ਨੇ। ਮੈਂ ਇੱਥੇ ਤੱਕ ਵੀ ਉਹਨਾਂ ਨੂੰ ਕਿਹਾ ਕਿ ਪਹਿਲਾਂ ਗਰਾਊਂਡ ਜ਼ੀਰੋ ਤੇ ਆ ਕੇ ਹਾਲਤ ਦੇਖੋ ਸਾਡੇ ਪੰਜਾਬ ਦੀ। ਤੁਸੀਂ ਕਹੀ ਤਾਂ ਜਾਂਦੇ ਹੋ ਖਾਲਿਸਤਾਨ, ਪਰ ਗੱਲ ਇੱਥੇ ਆ ਵੀ ਕੱਲਾ ਖਾਲਿਸਤਾਨ ਦਾ ਮੁੱਦਾ ਨਹੀਂ ਹੈਗਾ। ਮੁੱਦੇ ਤੁਸੀਂ ਹੋਰ ਵੀ ਚੱਕੋ ਸਰ, ਮੁੱਦੇ ਹੋਰ ਵੀ ਬਹੁਤ ਨੇ। ਬੇਰੁਜ਼ਗਾਰੀ ਹੋ ਰਹੀ ਆ, ਰੇਪ ਹੋ ਰਹੇ ਨੇ। ਜਿਹੜੀ ਮੈਂ ਉਹੀ ਤੁਹਾਨੂੰ ਗੱਲ ਕਰਨ ਲੱਗਾ, ਜਿਹੜੇ ਸਾਨੂੰ ਵਿਦੇਸ਼ਾਂ ਚੋਂ ਕਾਲਾਂ ਆਉਂਦੀਆਂ, ਅਸੀਂ ਪਹਿਲ ਉਹਨਾਂ ਨੂੰ ਉਹੀ ਕਰਦੇ ਆ ਵੀ ਜੇ ਤੁਸੀਂ ਖਾਲਿਸਤਾਨ ਦਾ ਮੁੱਦਾ ਤੁਸੀਂ ਚੱਕੀ ਜਾਂਦੇ ਹੋ, ਜਿਹੜੇ ਨੌਜਵਾਨ ਪਿੰਡਾਂ ਵਿੱਚ ਜਿਹੜੇ ਹਸਪੀਟਲ ਨਹੀਂ, ਅੱਖਾਂ ਦਾ ਹਸਪਤਾਲ ਨਹੀਂ, ਕਈ ਇਹੋ ਜਿਹੇ ਪਿੰਡਾਂ ਵਿੱਚ ਜਿਹੜੇ ਅਦਾਰੇ ਨੇ ਆਪਣੇ, ਨਹੀਂ ਕਈ ਵਾਰੀ ਫੈਸਿਲਿਟੀਆਂ ਨਹੀਂ ਉੱਥੇ, ਵੀ ਉਹਦੀ ਫੈਸਿਲਿਟੀਆਂ ਕਰਾਓ, ਹਸਪਤਾਲ ਬਣਾਓ, ਅੱਖਾਂ ਦੇ ਹਸਪਤਾਲ ਬਣਾਓ। ਜੇ ਫੰਡਿੰਗ ਭੇਜਣੀ ਹੈ ਪਿੰਡਾਂ 'ਚ ਗ੍ਰਾਂਟ ਦਿਓ, ਸਰਕਾਰ ਨਾਲ ਮਿਲ ਕੇ ਟਾਈ ਅਪ ਕਰੋ, ਵਿਕਾਸ ਕਰਾਓ। ਇਹ ਤੁਸੀਂ ਅੱਤਵਾਦ ਦਾ ਮੁੱਦਾ ਕਿਉਂ ਪ੍ਰੇਰਿਤ ਕਰੀ ਜਾਂਦੇ ਹੋ? ਜੇ ਕਿਸੇ ਦੀ ਮਨਸ਼ਾ ਨੂੰ ਤੁਸੀਂ ਖਰਾਬ ਕਰੀ ਜਾਂਦੇ ਸਰ, ਜੇ ਕਿਸੇ ਦੀ ਮਨਸ਼ਾ ਕਾਲਾ ਦੌਰਨ ਪੰਜਾਬ ਦਾ ਮਾਹੌਲ ਦੁਬਾਰਾ ਲਿਆਈ ਜਾਂਦੇ, ਜੇ ਕਿਸੇ ਦੀ ਸਰ ਮਨਸ਼ਾ ਉਹ ਆ ਮਾਨਯੋਗ ਗਿੱਲ ਸਾਹਿਬ, ਬੇਅੰਤ ਸਿੰਘ ਜੀ, ਇਹ ਤਾਂ ਉਹਨਾਂ ਦੀ ਬਦੌਲਤ ਸਾਰਾ ਇਹ ਉਹ ਆਪਣੀਆਂ ਵਿਚਾਰੇ ਜਾਨਾਂ ਦੇ ਗਏ ਅੱਤਵਾਦ ਨੂੰ ਖਤਮ ਕਰਨ ਲਈ। ਹੁਣ ਦੁਬਾਰਾ ਥੋੜਾ ਅੱਤਵਾਦ ਪੈਦਾ ਕਰਾਉਣਾ ਉਹਨਾਂ ਨੂੰ, ਤਾਂ ਅਸੀਂ ਤਾਂ ਸਗੋਂ ਇਹ ਕਹਿ ਰਹੇ ਹਾਂ ਉਹ ਤਾਂ ਵੀ ਐਸੇ ਗਲਤ ISI ਦੀ ਏਜੰਸੀਆਂ ਦੇ ਪਾਲਰ ਮੈਂ ਗਦਾਰ ਇੰਨਾ ਉਹਨਾਂ ਦਾ ਮਾਈਂਡ ਖਰਾਬ ਕੀਤਾ ਹੋਇਆ। ਤੁਸੀਂ ਇਹ ਗੱਲ ਕਹਿੰਦੇ ਹੋ ਫੰਡਿੰਗਾਂ ਹੁੰਦੀਆਂ, ਉਹਨਾਂ ਨੂੰ ਫੰਡਿੰਗਾਂ ਭੇਜ ਕੇ ਤੁਸੀਂ ਅੱਤਵਾਦ ਕਰੋ, ਤੁਸੀਂ ਇਹ ਫਲਾਣੇ ਬੰਦੇ ਨੂੰ ਮਾਰੋ, ਖਾਲਿਸਤਾਨ ਜਿਹੜਾ ਵਿਰੁੱਧ ਬੋਲਦਾ ਉਹਦੇ ਮਾਰੋ, ਰੈਫਰੈਂਡਮ ਦਾ ਜ਼ੋਰ ਦਿਓ, ਤੁਸੀਂ ਉਹਨਾਂ ਨੂੰ ਕਹਿੰਦੇ ਹੋ ਭੇਜੋ, ਮੋਬਾਈਲਾਂ ਤੇ ਮੈਸੇਜ ਭੇਜੋ, ਰੈਫਰੈਂਡਮ ਦਾ ਉਹਨਾਂ ਨੂੰ ਵੋਟਾਂ ਪਾਣੀਆਂ ਸਿਖਾਓ। ਇਹ ਕੀ ਗੱਲ ਹੈ ਜੀ? ਮੈਂ ਉਹੀ ਕਹਿੰਦਾ ਨਾ, ਤੁਸੀਂ ਕਿਹਾ ਵੀ ਪਿੰਡਾਂ ਦੇ ਵਿੱਚ ਹਸਪਤਾਲ ਬਣਾਓ, ਜਿੱਥੇ ਲੋੜਾਂ ਪੈਂਦੀਆਂ ਨੇ ਉੱਥੇ ਬਣਾਓ। ਸਰ ਤੁਸੀਂ ਉਹਨਾਂ ਨੂੰ ਕਹਿੰਦੇ ਹੋ, ਤੁਸੀਂ ਆਪ ਕਿਉਂ ਨਹੀਂ ਬਣਾਉਂਦੇ? ਅਸੀਂ ਜਿੱਥੇ ਸਾਡੀ ਸੇਵਾ ਦੀ ਲੋੜ ਆ ਅਸੀਂ ਕਰਦੇ ਆ ਜੀ। ਸਰ ਤੁਸੀਂ ਕਰੋ ਨਾ, ਕਰੋ। ਸਾਡੇ ਪੰਜਾਬ 'ਚ ਮੈਂ ਉਹੀ ਕਹਿੰਦਾ ਹਾਲਾਤ ਬੜੇ ਮਾੜੇ ਨੇ, ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਸਰ। ਮੈਨੂੰ ਕਈ ਵਾਰੀ ਮਿਲ ਲੈਂਦੇ ਆ ਨਾ ਵੀ ਸਾਡਾ ਮੁੰਡਾ ਨਸ਼ਾ ਨਹੀਂ ਛੱਡਦਾ, ਨਸ਼ਾ ਛੱਡ ਰਿਹਾ, ਦਵਾਈਆਂ ਦੀ ਲੋੜ ਹੈ, ਕਿਤੇ ਉਹਨੂੰ ਪੈਸੇ ਦੀ ਲੋੜ ਹੈ, ਅਸੀਂ ਤਾਂ ਆਪਣੀ ਪਾਰਟੀ ਵੱਲੋਂ ਪੈਸੇ ਦੀ ਸੇਵਾ ਵੀ ਕਰੀਦੀ ਹੈ। ਸਰ ਤੁਸੀਂ ਪਿੱਛੇ ਜੇ ਇੱਕ ਰਣਜੀਤ ਬਾਵੇ ਨੇ ਗਾਣਾ ਗਾਇਆ, ਉਹਦੇ ਉੱਤੇ ਗਾਣੇ ਦੇ ਉੱਤੇ ਜੀ ਤੁਹਾਡੇ ਪਾਰਟੀ ਦੇ ਬੰਦਿਆਂ ਨੇ ਕਈਆਂ ਨੇ ਲੱਖਾਂ ਕਰੋੜਾਂ ਦਾ ਇਨਾਮ ਵੀ ਰੱਖਿਆ ਕਿ ਉਹਦਾ ਮੂੰਹ ਕਾਲਾ ਕਰੋ, ਇੰਨੇ ਲੱਖ ਦੇਵਾਂਗੇ, ਉਹਦਾ ਐ ਕਰਕੇ ਉਹਦਾ ਕਰੋੜਾਂ ਲੈ ਕੇ ਆਓ। ਕੋਈ ਕਹਿੰਦਾ ਜੀ ਪੰਨੂ ਦਾ ਗਲਾ ਵੱਢ ਕੇ ਲਿਆਓ, ਮੈਂ 10 ਕਰੋੜ ਦਊਂ, ਕੋਈ 11 ਕਰੋੜ ਦਊਂ। ਮੈਂ ਕਹਿੰਦਾ ਜੀ ਉਹਦਾ ਗਲਾ ਵੱਢਣ ਨਾਲੋਂ ਇੱਕ ਤੁਸੀਂ ਆਪਣੇ ਸ਼ਿਵ ਸੈਨਾ, ਮੇਰੀ ਬੇਨਤੀ ਗੱਲ ਤਾਂ ਸੁਣ ਲਓ ਮੇਰੀ। ਮੈਂ ਤਾਂ ਇਹੀ ਗੱਲ ਕਹਿਣਾ ਨਾ ਵੀ ਚੰਗੀ ਗੱਲ ਆ ਜਿਹੜੇ ਜਦੋਂ ਸਾਡੇ ਸਮਾਜ ਦੇ ਬੱਚੇ ਨੇ, ਜਿਹੜੀ ਨਵੀਂ ਜਨਰੇਸ਼ਨ ਆ,
ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਭੜਕਾਉਂਦੇ ਨੇ ਜੀ। ਜਦੋਂ ਬੱਚੇ ਸਾਡੇ ਐਜੂਕੇਟ ਹੋ ਗਏ ਨਾ ਜੀ, ਇਸ ਚੀਜ਼ ਨੂੰ ਮੰਨਦੇ ਹੋ ਨਾ, ਬੱਚਾ ਪੜ੍ਹਿਆ ਲਿਖਿਆ, ਤੁਸੀਂ ਪੜ੍ਹੇ ਲਿਖੇ ਪਰਿਵਾਰ ਚੋਂ, ਤੁਸੀਂ ਕਿਸੇ ਦੇ ਗੱਲਾਂ 'ਚ ਭੜਕੋਗੇ ਨਹੀਂ, ਤੁਸੀਂ ਗੱਲਾਂ ਦੇ ਕਿਸੇ ਵੜੇਵੇਂ ਦੇ ਵਿੱਚ ਨਹੀਂ ਆਓਗੇ। ਮੇਰਾ ਕਹਿਣ ਦਾ ਮਤਲਬ ਇੰਨਾ ਕਾ ਕਿ ਜਦੋਂ ਆਪਾਂ ਕੋਈ ਕਾਲਜ ਸਕੂਲ ਵਧੀਆ ਬਣਾ ਲਾਂਗੇ ਨਾ ਜੀ, ਉਦੋਂ ਬੱਚੇ ਸਾਡੇ ਐਜੂਕੇਟ ਹੋ ਜਾਣਗੇ, ਇਹਨਾਂ ਦੇ ਵੜੇਵਿਆਂ ਦੇ ਵਿੱਚ ਆਉਣਗੇ ਨਹੀਂ, ਸਾਡੇ ਸਮਾਜ ਦੇ ਵਿੱਚ ਇਦਾਂ ਦੀਆਂ ਗੱਲਾਂ ਹੋਣਗੀਆਂ ਨਹੀਂ। ਮੇਰੀ ਤਾਂ ਇੰਨੀ ਕੁ ਬੇਨਤੀ ਹੈ ਤੁਹਾਨੂੰ ਕਹਿਣ ਦਾ। ਚਲੋ ਲਾਸਟ ਦੇ ਵਿੱਚ ਮੈਂ ਇੱਕ ਤੁਹਾਨੂੰ ਇਹ ਕੁਐਸਚਨ ਕਰਨ ਲੱਗਿਆ ਕਿ ਕੀ ਅਸੀਂ ਆਸ ਰੱਖੀਏ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਸੀਂ 9 ਮਾਸ ਦਾ ਰਿਸ਼ਤਾ ਦਿਖਾਉਂਦੇ ਹੋ, ਤੁਸੀਂ ਕਹਿੰਦੇ ਹੋ ਕਿ 9 ਮਾਸ ਦਾ ਸਿੱਖਾਂ ਦਾ ਤੇ ਹਿੰਦੂਆਂ ਦਾ ਰਿਸ਼ਤਾ ਵਾ, ਉਸ 9 ਮਾਸ ਦੇ ਰਿਸ਼ਤੇ ਦੇ ਵਿੱਚ ਦੇ ਫਿਕਰਮੰਦ ਹੋ ਕੇ ਤੁਸੀਂ ਜੇ ਕੋਈ ਸਿੱਖਾਂ ਦੇ ਨਾਲ ਵੀ ਵਧੀਕੀ ਆਉਂਦੀ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੋਈ ਵਧੀਕੀ ਹੁੰਦੀ ਆ, ਉਹਦੇ ਲਈ ਤੁਸੀਂ ਖੁੱਲ ਕੇ ਪਹਿਲਾਂ ਆਓ। ਅਸੀਂ ਖੁੱਲ ਕੇ ਪਹਿਲਾਂ ਆਵਾਂਗੇ ਜੀ, ਸਭ ਤੋਂ ਪਹਿਲੇ ਸਾਡੀ ਪਾਰਟੀ ਖੁੱਲ ਕੇ ਆਏਗੀ ਜੀ। ਬਿਲਕੁਲ ਬਿਲਕੁਲ ਆਸ ਰੱਖੀਏ ਨਾ ਜੀ, ਆਸ ਰੱਖੋ, ਬਿਲਕੁਲ ਅਸੀਂ ਖੁੱਲ ਕੇ ਆਵਾਂਗੇ। ਹੁਣ ਮੈਨੂੰ ਇੱਕ ਆਖਰ ਦੇ ਵਿੱਚ ਇਹ ਗੱਲ ਦੱਸੋ, ਤੁਸੀਂ ਮੈਂ ਗੱਲ ਕੀਤੀ 84 ਦੀ, ਤੁਸੀਂ ਕਹਿੰਦੇ ਉਹਨਾਂ ਨੇ ਦੋਸ਼ੀਆਂ ਨੂੰ ਸਜ਼ਾ ਮਿਲ ਗਈ। ਮੈਂ ਗੱਲ ਕੀਤੀ ਸਰਸੇ ਵਾਲੇ ਦੀ, ਤੁਸੀਂ ਕਹਿੰਦਾ ਜੀ ਉਹਨੂੰ ਦੋਸ਼ੀਆਂ ਨੂੰ ਸਜ਼ਾ ਮਿਲ ਗਈ। ਇੱਥੇ ਗੱਲ ਹੋ ਰਹੀ ਆ ਜੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ ਅੱਤਵਾਦੀ ਹੈ, ਜਥੇਦਾਰ ਨਾ ਕਹੋ, ਅੱਤਵਾਦੀ ਹੈ ਉਹ ਅੱਤਵਾਦੀ ਕਹੋ, ਤੁਸੀਂ ਅੱਤਵਾਦੀ ਕਹੋ, ਸਾਡੇ ਨਜ਼ਰ ਚੋਂ ਅੱਤਵਾਦੀ ਹੈ, ਅੱਤਵਾਦੀ ਕਹੋ ਤੁਸੀਂ। ਹਾਂ ਤੁਸੀਂ ਪ੍ਰਧਾਨ ਜਥੇਦਾਰ ਨਾ ਹੁਣ ਤੁਸੀਂ ਕਹਿਤਾ ਨਾ ਕਿ ਹੁਣ ਮੇਰੀ ਗੱਲ ਅਗਲੀ ਸੁਣ ਲਓ, ਤਾਂ ਤੁਸੀਂ ਪੰਜਾਬ ਦੇ ਪ੍ਰਧਾਨ ਹੋ। ਮੈਂ ਰਾਸ਼ਟਰੀ ਪ੍ਰਧਾਨ ਹਾਂ ਜੀ। ਰਾਸ਼ਟਰੀ ਪ੍ਰਧਾਨ, ਤੁਹਾਨੂੰ ਕਿੰਨੇ ਬੰਦਿਆਂ ਨੇ ਚੁਣਿਆ? ਸਾਡੀ 11 ਸਟੇਟਾਂ 'ਚ ਟੀਮ ਚੱਲ ਰਹੀ ਹੈ ਜੀ। 7 ਸ਼ਹਿਰਾਂ 'ਚ ਸਾਡੀ ਨੀਅਰ ਅਬਾਊਟ ਗਿਣਤੀ ਕਿੰਨੀ ਹੋ? ਸਾਡੀ 40-50 ਹਜ਼ਾਰ ਬੰਦਾ ਹੈਗਾ ਜੀ। 40-50 ਹਜ਼ਾਰ ਬੰਦੇ ਨੇ ਤੁਹਾਨੂੰ ਪ੍ਰਧਾਨ ਚੁਣਿਆ, ਜਿਹਦੇ ਕਰਕੇ ਅਸੀਂ ਤੁਹਾਨੂੰ ਅਹੁਦਾ ਪ੍ਰਧਾਨ ਕਹਿੰਦੇ ਆ। ਅਸੀਂ ਸੇਵਾਦਾਰ ਹਾਂ ਜੀ, ਪ੍ਰਧਾਨ ਨਾ ਕਹੋ। ਅਸੀਂ ਮੈਂ ਸੇਵਾਦਾਰ ਅਹੁਦਾ ਤਾਂ ਹੁੰਦਾ ਨਹੀਂ, ਨਹੀਂ ਮੈਂ ਸੇਵਾਦਾਰ ਹਾਂ, ਪ੍ਰਧਾਨ ਨਹੀਂ ਹੈਗਾ। ਅਸੀਂ ਸੇਵਾਦਾਰ ਮੰਨ ਲਿਆ ਜੀ, ਅਸੀਂ ਸੇਵਾਦਾਰ ਮੰਨ ਲਿਆ। ਤੁਹਾਨੂੰ 40-50 ਹਜ਼ਾਰ ਬੰਦੇ ਨੇ ਸੇਵਾਦਾਰ ਲਾਇਆ। ਤੁਹਾਨੂੰ ਯਾਦ ਹੋਣਾ ਚੱਬੇ ਦੀ ਧਰਤੀ ਦੇ ਉੱਤੇ ਸਰਬੱਤ ਖਾਲਸਾ ਹੋਇਆ ਸੀ, ਉੱਥੇ 7 ਲੱਖ ਬੰਦੇ ਦਾ ਇਕੱਠ ਸੀਗਾ। ਉਸ 7 ਲੱਖ ਬੰਦੇ ਨੇ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਕਹੇ। ਅਸੀਂ ਸ਼ਬਦ ਤਾਂ ਵਰਤਿਆ ਕਿ 7 ਲੱਖ ਬੰਦੇ ਨੇ ਉੱਥੇ, ਮੇਰੀ ਬੇਨਤੀ ਤਾਂ ਪੂਰੀ ਹੋ ਜਾਣ ਦਿਓ ਸਰ, 7 ਲੱਖ ਬੰਦੇ ਨੇ ਇੱਕ ਬੰਦੇ ਨੂੰ ਅਹੁਦਾ ਦੇਤਾ, ਤੇ ਉਸ ਅਹੁਦੇ ਦਾ ਅਹੁਦਾ ਹੀ ਬੋਲਿਆ ਮੈਂ, ਜਥੇਦਾਰ ਨੂੰ ਅਹੁਦਾ ਉਹਨਾਂ ਨੇ ਦਿੱਤਾ ਤਾਂ ਮੈਂ ਜਥੇਦਾਰ ਬੋਲਤਾ। ਮੈਂ ਮੰਨਣਾ ਜਾਂ ਨਾ ਮੰਨਣਾ ਉਹ ਸਾਡੀ ਕਿਸ ਬੇਸ ਤੇ ਇਕੱਠੇ ਕੀਤੇ ਗਏ ਸੀ ਬੰਦੇ? ਸਰ ਕਿਸੇ ਵੀ ਬੇਸ ਤੇ ਇਕੱਠੇ ਕੀਤੇ। ਇਹ ਥੋੜਾ ਕਿਹਾ ਗਿਆ ਸੀ ਵੀ ਅੱਤਵਾਦੀ ਨੂੰ ਅਸੀਂ ਇਹ ਵਿਸ਼ਾ ਕਿਸ ਬੇਸ ਤੇ ਇਕੱਠੇ ਕੀਤੇ ਗਏ ਤੁਹਾਨੂੰ ਪਤਾ? ਦੇਖੋ ਇਕੱਠੇ ਕਰਨ ਨੂੰ ਪਬਲਿਕ ਜਿਵੇਂ ਮਰਜ਼ੀ ਇਕੱਠੀ ਕਰ ਲਓ ਤੁਸੀਂ। ਸਰ ਪਬਲਿਕ ਭੇਡਾਂ ਥੋੜੀ ਨੇ, ਦੇਖੋ ਜਿੱਥੇ ਮਰਜ਼ੀ ਤੁਸੀਂ ਕਹਿਣ ਗਲਤ ਪਬਲਿਕ ਕਈ ਜਿਹੜੇ ਬੰਦੇ ਨੇ ਇਹੋ ਜਿਹੇ ਜਿਹੜੇ ਗਲਤ ਅਨਸਰ ਨੇ ਉਹ ਜਾਣ ਕੇ ਪਬਲਿਕ ਨੂੰ ਭੋਲੇ ਭਾਲੇ ਪਬਲਿਕ ਨੂੰ ਭੜਕਾਉਣ ਲਈ ਗਲਤ ਵੀ ਕਰਦੇ ਨੇ। ਇੱਕ ਗੱਲ ਕੁਝ ਹੋਰ ਹੁੰਦਾ, ਮੁੱਦਾ ਕੁਝ ਹੋਰ ਹੁੰਦਾ, ਤੁਹਾਡੇ ਗੱਲ ਉੱਥੇ ਕੁਝ ਹੋਰ ਹੁੰਦੀ ਆ। ਮੀਡੀਆ ਨੂੰ ਆਪਾਂ ਹੋਰ ਦਿਖਾਤਾ, ਇਹ ਗੱਲ ਗਲਤ ਹੈ। ਉਹ ਅੱਤਵਾਦੀ ਹੈ, ਅੱਤਵਾਦੀ ਰਹੇਗਾ। ਉਹਦੇ ਤੇ ਤੁਹਾਨੂੰ ਪਤਾ ਕਿੰਨੇ ਪਰਚੇ ਚੱਲ ਰਹੇ, ਕਿੰਨੇ ਉਹਦੇ ਤੇ ਕਤਲ। ਮੈਂ ਉਹੀ ਗੱਲ ਉਹ ਅੱਤਵਾਦੀ ਹੈ, ਅੱਤਵਾਦੀ ਕਹੋ ਤੁਸੀਂ। ਸਰ ਮੈਂ ਅੱਤਵਾਦੀ ਹੈ, ਉਹ ਤੁਸੀਂ ਸ਼ਬਦ ਵਰਤ ਸਾਡੀ ਨਜ਼ਰ ਤੋਂ ਅੱਤਵਾਦੀ ਹੈ। ਅਸੀਂ ਮੀਡੀਆ ਦੇ ਲੋਕ ਨਹੀਂ ਵਰਤ ਸਕਦੇ ਸ਼ਬਦ, ਅਸੀਂ ਅੱਤਵਾਦੀ ਤੁਸੀਂ ਵਰਤਦੇ ਹੋ, ਤੁਹਾਨੂੰ ਮੁਬਾਰਕ। ਮੈਂ ਜਿਹੜੀ ਗੱਲ ਕਰਨ ਲੱਗਿਆ ਸੀ ਕਿ ਤੁਸੀਂ ਕਹਤਾ ਦਿੱਲੀ ਦੇ ਵਿੱਚ ਕਤਲੇਆਮ ਹੋਇਆ, ਉਹਨਾਂ ਨੂੰ ਵੀ ਸਜ਼ਾ ਮਿਲ ਗਈ। ਸਰਸੇਵਾਂ ਨੇ ਗਲਤੀ ਕੀਤੀ, ਉਹਨੂੰ ਵੀ ਸਜ਼ਾ ਮਿਲ ਗਈ। ਜੇ ਜਗਤਾਰ ਸਿੰਘ ਜਥੇਦਾਰ ਨੇ ਗਲਤੀ ਕਰਤੀ, ਜੇ ਉਹਨਾਂ ਨੇ ਕੋਈ ਗਲਤੀ ਕੀਤੀ, ਉਹਨਾਂ ਨੂੰ ਸਜ਼ਾ ਮਿਲੀ ਆ ਨਾ ਜੀ, ਜੇਲ੍ਹ 'ਚ ਨੇ ਨਾ ਜੀ। ਜਦੋਂ ਉਹਨਾਂ ਨੂੰ ਸਜ਼ਾ ਮਿਲ ਗਈ, ਫਿਰ ਨਿਸ਼ਾਂਤ ਸ਼ਰਮਾ ਜੀ ਨੂੰ ਕੀ ਲੋੜ ਪੈ ਗਈ ਜਾ ਕੇ ਉਹਨਾਂ ਤੇ ਅਟੈਕ ਕਰਨ ਦੀ? ਅਟੈਕ ਕਦਾ ਕੀਤਾ ਜੀ? ਅਟੈਕ ਥੋੜਾ ਉਹਨਾਂ ਨੇ ਕੀਤਾ। ਜਦੋਂ ਥੱਪੜ ਮਾਰਦੀ ਅਟੈਕ ਉਹਨਾਂ ਨੇ ਅਟੈਕ ਕਿੱਥੋਂ ਕੀਤਾ ਜੀ? ਅਟੈਕ ਥੋੜਾ ਕੀਤਾ ਜੀ। ਤੁਹਾਨੂੰ ਨੌਲੇਜ ਨਹੀਂ, ਸਾਰੀ ਦੁਨੀਆ ਨੇ ਕਹਿੰਦੇ ਆ ਅਟੈਕ। ਉਹ ਅੱਤਵਾਦੀ ਹੈ, ਉਹ ਉਹਦੀਆਂ ਭਾਵਨਾਵਾਂ ਜਾਗੀਆਂ। ਮੇਰੀ ਗੱਲ ਸੁਣੋ, ਅਟੈਕ ਭਾਵਨਾਵਾਂ ਹੁੰਦੀਆਂ, ਉਹ ਭਾਵਨਾ ਜਾਗੀ ਸੀ। ਅੱਤਵਾਦੀ ਆ ਰਿਹਾ ਸਾਹਮਣੇ, ਅੱਤਵਾਦੀ ਉਹਨਾਂ ਦਾ ਮੁਕਾਬਲਾ ਹੋ ਗਿਆ। ਉਹ ਅਟੈਕ ਨਹੀਂ ਆਪਾਂ ਕਹਿ ਸਕਦੇ, ਉਹ ਇੱਕ ਭਾਵਨਾ ਜਾਗੀ ਸੀ। ਅੱਤਵਾਦੀ ਸਾਹਮਣੇ ਆਇਆ, ਅੱਤਵਾਦੀ ਜਦੋਂ ਅਸੀਂ ਇਹਨੂੰ ਕਰਦੀ ਹੈ। ਜਿਵੇਂ ਮੈਂ ਤੁਹਾਨੂੰ ਕਹਿਣਾ ਵੀ ਮੈਂ ਖੁਦ ਸਜ਼ਾ ਦੇਣ ਨੂੰ ਤਿਆਰ ਹਾਂ। ਜਿਹੜੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਜਿਹੜੇ ਖਤਰਾ ਪਹੁੰਚਾਉਣਾ ਚਾਹੁੰਦੇ ਹੋਣ, ਜਿਹੜੇ ਇੱਥੇ ਨੌਜਵਾਨਾਂ ਨੂੰ ਭੜਕਾ ਰਹੇ ਹਨ, ਗਲਤ ਤੌਰ ਪੈਦਾ ਕਰਾਉਣਾ ਚਾਹ ਰਹੇ, ਪੰਜਾਬ ਦੀਆਂ ਗਲਤ ਪੈਦਾ ਕਰਾਉਣ ਵਾਲੇ ਨੌਜਵਾਨਾਂ ਨੂੰ ਗਲਤ ਰਾਹ ਲਾ ਰਹੇ ਹਨ, ਅਸੀਂ ਉਹਨਾਂ ਨੂੰ ਖੁਦ ਵੀ ਸਜ਼ਾ ਦੇਣ ਨੂੰ, ਮੈਂ ਉਹ ਭਾਵਨਾ ਸਾਡੀ ਸਜ਼ਾ ਦੇਣ ਨੂੰ ਸ਼ਾਸਨ ਬੈਠਾ ਵਾ, ਉਹ ਲੋਕਾਂ ਦਾ ਸਵਾਲ ਆ, ਉਹ ਦੇਸ਼ ਭਗਤੀ ਦੀਆਂ ਭਾਵਨਾਵਾਂ ਨੇ, ਉਹ ਸਾਡੀਆਂ ਭਾਵਨਾਵਾਂ ਨੇ। ਅੱਤਵਾਦੀ ਸਾਹਮਣੇ ਆਉਂਦਾ ਦੇਖ ਕੇ ਮੇਰੀ ਗੱਲ ਸੁਣੋ, ਮੈਂ ਆਪਣੀ ਗੱਲ ਕਰ ਰਿਹਾ। ਅੱਤਵਾਦੀ ਮੇਰੇ ਸਾਹਮਣੇ ਆ ਜਾਏ, ਮੈਂ ਪਹਿਲਾਂ ਮੈਂ ਆਪਣੀ ਜਾਨ ਦੀ ਪਰਵਾਹ ਨਹੀਂ ਕਰੂੰਗਾ। ਮੈਂ ਵੀ ਮਾਰਨ ਨੂੰ ਜਾਊਂਗਾ, ਮੈਂ ਮਾਰਨ ਨੂੰ ਜਾਵਾਂਗਾ। ਮੇਰੀ ਚਾਹੇ ਜਾਨ ਚਲੀ ਜਾਵੇ, ਮੇਰੀ ਉਹ ਭਾਵਨਾ ਹੈ, ਮੇਰੀ ਉਹ ਭਾਵਨਾ ਹੈ। ਫਿਰ ਤੁਸੀਂ ਕਾਨੂੰਨੀ ਪ੍ਰਣਾਲੀ ਤੇ ਵਿਸ਼ਵਾਸ ਨਹੀਂ ਕਰਦੇ। ਪ੍ਰਣਾਲੀ ਤੇ ਸਾਨੂੰ ਵਿਸ਼ਵਾਸ ਹੈ, ਅਸੀਂ ਤਾਂ ਇੱਕ ਆਪਣੀ ਭਾਵਨਾ ਦੀ ਉਹ ਅੱਤਵਾਦੀ ਹੈ। ਉਹਦੇ ਤੇ ਤੁਹਾਨੂੰ ਪਤਾ ਕਿੰਨੇ ਕਤਲ ਦੇ ਕੇਸ ਹੈ, ਤੁਹਾਨੂੰ ਪਤਾ ਉਹਨੇ ਕਿੰਨੇ ਉਹਦੇ ਕਤਲ ਦੇ ਕੇਸ ਹੈ। ਇਹੀ ਗੱਲ ਕੋਈ ਸਿੱਖ ਉਹ ਕਹਿੰਦੇ ਨੇ ਵੀ ਸਾਡੀਆਂ ਵੀ ਭਾਵਨਾਵਾਂ ਨੇ ਜੀ।
ਕੌਣ ਕਹਦੇ ਆ ਅਸੀਂ ਮੈਂ ਅੱਤਵਾਦੀ ਦੀ ਗੱਲ ਕਰ ਰਿਹਾ ਇੱਥੇ ਦੋ ਚਿਹਰੇ ਨਾ ਦਿਖਾਓ। ਅੱਤਵਾਦੀ ਜੇ ਤੁਹਾਡੀ ਗੱਲ ਦੀ ਗੱਲ ਕਰ ਤੁਹਾਡੀ ਗੱਲ ਹੈ ਜਾਂ ਤੁਹਾਡੀ ਭਾਵਨਾਵਾਂ, ਅਸੀਂ ਜੇ ਨਿਸ਼ਾਨ ਸ਼ਰਮਾ ਥੱਪੜ ਮਾਰਨ ਜਾਂਦਾ ਅਟੈਕ ਉਹਦੇ ਭਾਵਨਾਵਾਂ, ਉਹ ਦੇਖੋ ਮੈਂ ਉਹੀ ਗੱਲ ਕਰ ਰਿਹਾ ਅਟੈਕ ਥੋੜਾ ਕਹਿ ਜੇ ਸਕਦੇ ਕੋਈ ਤੁਸੀਂ ਅਟੈਕ ਕਹਿ ਰਹੇ ਹੋ, ਅਟੈਕ ਥੋੜੀ ਹੈ ਸਰ ਅਟੈਕ ਭਾਵਨਾਵਾਂ ਹੈ ਨਾ ਮੀਡੀਆ ਦੇ ਵਿੱਚ ਸ਼ਰੇਆਮ ਦਿਖਾਇਆ ਮੈਂ ਗੱਲ ਤੁਹਾਡੀ ਮੰਨ ਰਿਹਾ ਪਰ ਬੱਟੋ ਤੁਸੀਂ ਗੱਲ ਕਹਿ ਰਹੇ ਹੋ ਅਟੈਕ ਨਾ ਕਹੀ ਜਾਓ, ਅਟੈਕ ਥੋੜੀ ਹੈ ਉਹ ਤਾਂ ਭਾਵਨਾਵਾਂ ਨੈਸ਼ਨਲ ਮੀਡੀਆ ਨੇ ਅੱਤਵਾਦ ਸ਼ਬਦ ਵਰਤਿਆ। ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਉਹ ਅੱਤਵਾਦੀ ਨੂੰ ਆਪਾਂ ਸਾਹਮਣੇ ਆਉਂਦਾ ਨਹੀਂ ਦੇਖ ਸਕਦੇ, ਸਾਡੀਆਂ ਭਾਵਨਾਵਾਂ ਉਹ ਸਾਡਾ ਖੂਨ ਫੌਲ ਜਾਂਦਾ ਉਹਨਾਂ ਨੂੰ ਦੇਖ ਜਾ ਕੇ ਹਮਲਾ ਕਰਨਾ ਤਾਂ ਇੱਕ ਧੱਕਾ ਮਾਰਨਾ ਜਾਂ ਹੱਥੋਂ ਪਾਈ ਹੋਣਾ ਇੱਕ ਹਮਲਾ ਤਾਂ ਹੈਗਾ ਨਾ। ਦੇਖੋ ਹਮਲਾ ਥੋੜਾ ਕਰਾਂਗੇ, ਤੁਸੀਂ ਹਮਲਾ ਕਹਿ ਰਹੇ ਤੁਸੀਂ ਤਾਂ ਅੱਤਵਾਦੀ ਨੂੰ ਜਥੇਦਾਰ ਕਹੀ ਜਾਂਦੇ ਹੋ। ਨਹੀਂ ਮੈਂ ਨਹੀਂ ਕਿਹਾ, ਜਿਹੜਾ ਸਮਾਜ ਜਿਹੜਾ ਸੰਗਤ ਨੇ ਉਹ ਸ਼ਬਦ ਦਿੱਤਾ ਹੈ। ਦੇਖੋ ਮੈਂ ਤੁਹਾਨੂੰ ਅਹੁਦੇ ਦਾ ਤੁਹਾਡੇ ਅਹੁਦੇ ਦਾ ਪ੍ਰਧਾਨ ਕਹਿ ਕੇ ਬੁਲਾਇਆ ਤਾਂ ਪ੍ਰਧਾਨ ਕਹਿ ਕੇ ਬੁਲਾਇਆ। ਦੇਖੋ ਮੈਂ ਸੇਵਾਦਾਰ ਹਾਂ, ਮੈਂ ਪ੍ਰਧਾਨ ਹੈ ਹੀ ਤੁਸੀਂ ਨਹੀਂ, ਮੈਂ ਸੇਵਾਦਾਰ ਹਾਂ, ਮੈਂ ਪ੍ਰਧਾਨ ਨਹੀਂ ਹੈਗਾ। ਅਕਾਲ ਤਖਤ ਆ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਦਾ ਸੰਗਤ ਨੇ ਉਹ ਜਥੇਦਾਰ ਲਾਇਆ। ਬਿਲਕੁਲ ਜੀ ਬਿਲਕੁਲ ਠੀਕ ਹੈ, ਜਥੇਦਾਰੀ ਕਹਾਂਗੇ। ਬਿਲਕੁਲ ਜੀ ਬਿਲਕੁਲ ਮੈਂ ਕਹਾਂ ਮੰਨਿਆ ਜਥੇਦਾਰ, ਫਿਰ ਆਪਾਂ ਉਹਨਾਂ ਨੂੰ ਕਹਾਂਗੇ। ਮੈਂ ਉਹੀ ਤਾਂ ਗੱਲ ਕਹਿ ਰਿਹਾ, ਹੁਣ ਆਪਾਂ ਅੱਤਵਾਦੀ ਨੂੰ ਕਿੱਥੋਂ ਜਥੇਦਾਰ ਕਹਿ ਦਈਏ? ਜਿਹੜੀ ਖਾਲਿਸਤਾਨ ਦੀ ਗੱਲ ਕਰਦੇ ਹੋ ਤੁਸੀਂ ਜਥੇਦਾਰ ਹਰਪ੍ਰੀਤ ਸਿੰਘ ਜਥੇਦਾਰ ਮੰਨਦੇ ਹੋ? ਬਿਲਕੁਲ ਜੀ ਬਿਲਕੁਲ, ਜਿਹੜਾ ਜਥੇਦਾਰ ਜਿਹੜਾ ਸੰਗਤ ਨੇ ਜਿਹੜਾ ਲਾਇਆ ਜੀ ਆਪਾਂ ਉਹਨੂੰ ਮੰਨਾਂਗੇ ਜਥੇਦਾਰ। ਜੇ ਸੰਗਤ ਨੇ ਲਾਇਆ ਆਪਾਂ ਉਹ ਮੰਨਾਂਗੇ ਨਾ, ਸਾਰੇ ਮੰਨਦੇ ਨੇ ਜਥੇਦਾਰ ਸੰਗਤ ਨੇ ਲਾਇਆ ਮੰਨਾਂਗੇ ਅਸੀਂ। ਖਾਲਿਸਤਾਨ ਦੀ ਸੰਗਤ ਉਹ ਵੀ ਕਹਿੰਦੀ ਹੈ। ਦੇਖੋ ਗੱਲ ਫਿਰ ਗਲਤ ਗੱਲ ਵਿਰੋਧ ਕੀਤਾ, ਅਸੀਂ ਉੱਚੀ ਦਾ ਵੀ ਵਿਰੋਧ ਕੀਤਾ। ਮੈਂ ਤਾਂ ਜਥੇਦਾਰ ਦੀ ਗੱਲ ਕਰ ਰਿਹਾ। ਦੇਖੋ ਸੰਗਤ ਨੇ ਲਾਇਆ ਅਸੀਂ ਉਹਨੂੰ ਮੰਨਾਂਗੇ, ਪਰ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਅਸੀਂ ਉਹਨਾਂ ਦਾ ਵਿਰੋਧ ਕੀਤਾ। ਸਾਡੀ ਸ਼ਿਵ ਸੈਨਾ ਹਿੰਦ ਨੇ ਉਹਨਾਂ ਦਾ ਵਿਰੋਧ ਕੀਤਾ ਵੀ ਇਹ ਗਲਤ ਤੁਸੀਂ ਸ਼ਬਦ ਬੋਲਦੇ ਆ। ਸਾਰਿਆਂ ਦਾ ਹੱਕ ਅਸੀਂ ਉਹੀ ਗੱਲ ਕਹਿ ਰਹੇ ਵਿਰੋਧ ਕਰਨਾ ਅਸੀਂ ਵਿਰੋਧ ਕੀਤਾ, ਸਾਡੇ ਤੋਂ ਬਿਆਨ ਪੜੇ ਹੋਣੇ, ਮੈਂ ਖੁਦ ਵਿਰੋਧ ਕੀਤਾ, ਮੇਰਾ ਵੀ ਬਿਆਨ ਆਇਆ ਮੀਡੀਆ ਤੇ ਵੀ ਇਹ ਗਲਤ ਹੈ, ਇਹ ਸ਼ਬਦ ਤੁਸੀਂ ਗਲਤ ਵਰਤੇ ਨੇ। ਅਸੀਂ ਕਿਹਾ ਸੀ ਪਰ ਜਿਹੜੀ ਸੰਗਤ ਨੇ ਜਿਹੜੀ ਚੀਜ਼ ਲਾਈ ਹੈ ਉਹ ਅਸੀਂ ਕਵਾਂਗੇ ਠੀਕ ਹੈ। ਜਿਹੜੀ ਸੰਗਤ ਨੇ ਜਿਹੜੀ ਚੀਜ਼ ਜਥੇਦਾਰ ਲਾਈ ਹੈ, ਹੁਣ ਆਪਾਂ ਅੱਤਵਾਦੀ ਨੂੰ ਜਥੇਦਾਰ ਕਿਹਾ ਸੀ, ਉਹ ਅਸੀਂ ਕਿੱਥੋਂ ਮੰਨ ਲਈਏ? ਅਸੀਂ ਉਹ ਨਹੀਂ ਕਦੀ ਮੰਨ ਸਕਦੇ ਜੀ, ਕਦੀ ਵੀ। ਉਹ ਵੀ ਤਾਂ ਸੰਗਤ ਨਹੀਂ ਲਾਇਆ ਸੀ। ਉਹ ਕੀ ਕਹਿ ਸਕਦੇ ਆ ਆਪਾਂ ਕਿਨਾਂ ਨੇ? ਉਹ ਤੁਹਾਨੂੰ ਮੈਂ ਪਹਿਲਾਂ ਵੀ ਉਹ ਗੱਲ ਕੀਤੀ ਹੈ, ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਕਿਸ ਬੇਸ ਤੇ ਵੀ ਇਕੱਠਾ ਕੀਤਾ ਜਾ ਸਕਦਾ ਹੈ। ਆਪਾਂ ਬਾਜੋ ਮਰਜ਼ੀ ਕਹਿ ਦਈਏ ਤਾਂ ਇਹ ਹੋ ਗਿਆ ਜੀ, ਇਹ ਹੋ ਗਿਆ, ਉਹ ਆਪਾਂ ਉਹ ਚੀਜ਼ ਨੂੰ ਅਸੀਂ ਨਹੀਂ ਮੰਨਦੇ ਉਹ ਚੀਜ਼। ਚਲੋ ਸਾਡਾ ਇਹ ਵਿਸ਼ਾ ਨਹੀਂ ਸੀ। ਮੈਂ ਤਾਂ ਤੁਹਾਨੂੰ ਜਿਹੜੀ ਗੱਲ ਕਰਨ ਲੱਗਿਆ ਸੀਗਾ ਵੀ ਜਦੋਂ ਇਦਾਂ ਕਰਕੇ ਹੁੰਦਾ ਵਾ ਤਾਂ ਸਾਡੇ ਕੁਝ ਲੋਕਾਂ ਦੀਆਂ ਭਾਵਨਾਵਾਂ, ਤੁਸੀਂ ਕਹਿੰਦੇ ਹੋ ਕਿ ਸਾਡੀਆਂ ਭਾਵਨਾਵਾਂ ਭੜਕ ਜਾਂਦੀਆਂ ਨੇ। ਇਹ ਗੱਲ ਉਧਰ ਦੂਸਰੀ ਤਰਫ ਤੋਂ ਵੀ ਹੋ ਸਕਦੀ ਹੈ। ਉਹ ਕਹਿੰਦੇ ਨੇ ਸਾਡੀਆਂ ਭਾਵਨਾਵਾਂ, ਇਹਨਾਂ ਭਾਵਨਾਵਾਂ ਦੇ ਵਿੱਚ ਕਿਤੇ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਜਾਵੇ, ਸਾਡੀ ਤਾਂ ਬੇਨਤੀ ਕਰਨ ਦਾ ਇੰਨਾ ਕਿ ਸਾਡਾ ਫਰਜ਼ ਆ ਕਿ ਤੁਹਾਡੇ ਵੀ ਦੇਖੋ ਪਰਿਵਾਰ ਨੇ, ਸਾਰਿਆਂ ਦੇ ਪਰਿਵਾਰ ਨੇ। ਚੰਗਾ ਜੇ ਕਿਸੇ ਦਾ ਜੀ ਚਲੇ ਜਾਂਦਾ ਉਹਨੂੰ ਪਤਾ ਹੁੰਦਾ ਵੀ ਉਹਦੇ ਤੇ ਕੀ ਬੀਤਦੀ ਆ। ਜਦੋਂ ਇੱਕ ਸਾਡਾ ਮੈਂਬਰ ਜਾਂਦਾ, ਤੁਸੀਂ 3 ਜਾਂ 4 ਵਾਰੀ ਇਹ ਸ਼ਬਦ ਵਰਤਿਆ ਕਿ ਮੈਂ ਆਪਦੀ ਜਾਨ ਦੇਣ ਨੂੰ ਵੀ ਤਿਆਰ ਹਾਂ, ਪਰ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਜਾਨ ਜਾਵੇ। ਹਰ ਇਨਸਾਨ ਦੀ ਜਾਨ ਆ ਜਿਹੜੀ ਉਹ ਬਹੁਤ ਜ਼ਿਆਦਾ ਕੀਮਤੀ ਆ। ਇਹ ਜਿਹੜਾ ਇਨਸਾਨੀ ਸਰੀਰ ਮਿਲਦਾ, ਇਹ ਪਤਾ ਨਹੀਂ ਕਿੰਨਾ ਕੁ ਸਾਨੂੰ ਜੂਨਾ ਭੁਗਤ ਕੇ, ਸਾਨੂੰ ਕਿੰਨਾ ਕਰਕੇ ਪ੍ਰਮਾਤਮਾ ਸਾਨੂੰ ਬਖਸ਼ਦਾ ਵਾ। ਇਹ ਅਜਾਈ ਨਹੀਂ ਜਾਣਾ ਚਾਹੀਦਾ, ਉਹ ਕਿਸੇ ਦਾ ਵੀ ਨਹੀਂ ਜਾਣਾ ਚਾਹੀਦਾ, ਚਾਹੇ ਸਾਡਾ ਕੋਈ ਦੁਸ਼ਮਣ ਵੀ ਆ। ਅਸੀਂ ਤਾਂ ਇੰਨੀ ਕੁ ਬੇਨਤੀ ਕਰਦੇ ਹਾਂ। ਸੋ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੁਹਾਡੀਆਂ ਆਪਦੇ ਦਿਲ ਦੇ ਜਿਹੜੀਆਂ ਗੱਲਾਂ ਨੇ, ਤੁਹਾਡੇ ਆਪਦੇ ਜਿਹੜੇ ਵਲਵਲੇ ਨੇ ਉਹ ਤੁਸੀਂ ਸਾਂਝੇ ਕੀਤੇ। ਜੇ ਮੇਰੇ ਕੰਨਿਓ ਕੋਈ ਘਾਟ ਵਾਧ ਕੋਈ ਗੱਲ ਹੋਵੇ ਤਾਂ ਤੁਸੀਂ ਸਮਝਦਾਰ ਹੋ। ਅਸੀਂ ਮੀਡੀਆ ਵਾਂ, ਅਸੀਂ ਨਿਰਪੱਖ ਹੋ ਕੇ ਦੋਨਾਂ ਪੱਖਾਂ ਦੀ ਗੱਲ। ਜਿਹੜੇ ਤੁਹਾਨੂੰ ਮੈਂ ਹੁਣ ਤੱਕ ਸਾਰੇ ਸਵਾਲ ਕੀਤੇ ਨੇ, ਇਹ ਲੋਕਾਂ ਦੇ ਸਵਾਲ ਨੇ ਜੀ। ਅਸੀਂ ਆਪਣੇ ਕੋਲੋਂ ਨਹੀਂ ਕੁਝ ਕਹਿੰਦੇ ਹੁੰਦੇ, ਕਿਉਂਕਿ ਅਸੀਂ ਮੀਡੀਆ ਉਹਨਾਂ ਕੋਲੇ ਵੀ ਜਾਣਾ ਤੇ ਤੁਹਾਡੇ ਕੋਲੇ ਵੀ ਆਉਣਾ, ਉਹਨਾਂ ਕੋਲ ਵੀ ਜਾਣਾ, ਸਾਰੇ ਧਿਰਾਂ ਕੋਲੇ ਜਾਣਾ ਹੁੰਦਾ। ਉਹਨਾਂ ਦੇ ਲੋਕਾਂ ਦੇ ਜਿਹੜੇ ਸਵਾਲ ਨੇ, ਅਸੀਂ ਤੁਹਾਡੇ ਵੀਡੀਓ ਥੱਲੇ ਕਮੈਂਟ ਪੜ੍ਹਦੇ ਹਾਂ। ਜੋ ਤੁਸੀਂ ਕੋਈ ਇੰਟਰਵਿਊ ਦਿੰਦੇ ਹੋ ਥੱਲੇ ਕਮੈਂਟ ਪੜ੍ਹਦਾ ਮੈਂ, ਤਾਂ ਉਹਨਾਂ ਕਮੈਂਟਾਂ ਦੇ ਵਿੱਚੋਂ ਸਵਾਲ ਕੀਤੇ ਹੁੰਦੇ ਨੇ ਜਿਹੜੇ ਮੈਂ ਤੁਹਾਨੂੰ ਪੁੱਛੇ ਨੇ। ਅਸੀਂ ਆਪਦੇ ਦਿਲ ਚੋਂ ਜਾਂ ਆਪਦੇ ਗੱਲ ਚੋਂ ਕੁਝ ਵੀ ਨਹੀਂ ਕਹਿੰਦੇ, ਕਿਉਂਕਿ ਸਾਡੇ ਲਈ ਹਰੇਕ ਬੰਦਾ ਸਨਮਾਨਜਨਕ ਆ। ਅਸੀਂ ਹਰੇਕ ਬੰਦੇ ਦਾ ਸਨਮਾਨਿਤ ਕਰਦੇ ਹਾਂ, ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ। ਸੋ ਬਹੁਤ ਚੰਗਾ ਲੱਗਿਆ, ਬਹੁਤ ਬਹੁਤ ਤੁਹਾਡਾ ਧੰਨਵਾਦ। ਇੱਥੇ ਦੱਸਣਾ ਚਾਹਾਂਗੇ ਦਰਸ਼ਕਾਂ ਨੂੰ ਕਿ ਹਰਕੀਰਤ ਸਿੰਘ ਖੁਰਾਣਾ ਜੀ ਜਿਹੜੇ ਨੇ, ਇਹਨਾਂ ਨੇ ਆਪਦੇ ਦਿਲ ਦੀਆਂ ਗੱਲਾਂ ਜਿਹੜੀਆਂ ਨੇ ਉਹ ਬਹੁਤ ਚੰਗੇ ਤਰੀਕੇ ਨਾਲ ਸਾਂਝੇ ਕੀਤੀਆਂ। ਕੁਝ ਦੇਖਿਆ ਕਿ ਤੁਸੀਂ ਗਰਮਾ ਗਰਮੀ ਵੀ ਹੋਈ, ਪਰ ਉਹ ਕਿਸੇ ਤਰੀਕੇ ਦੀ ਸਾਡੀ ਤਕਰਾਰਬਾਜ਼ੀ ਨਹੀਂ। ਇਹ ਸਾਡੇ ਦਿਲ ਦੇ ਵਲਵਲੇ ਸੀ ਜਿਹੜੇ ਸਾਂਝੇ ਕੀਤੇ ਗਏ, ਜਾਂ ਲੋਕਾਂ ਦੇ ਸਵਾਲ ਸੀ ਜਿਹੜੇ ਲੋਕਾਂ ਡਾਇਰੈਕਟ ਨਹੀਂ ਪੁੱਛ ਸਕਦੇ। ਹਰੇਕ ਬੰਦਾ ਇੱਕ ਬੰਦੇ ਨੂੰ 5000 10,000 ਬੰਦਾ ਆ ਕੇ ਨਹੀਂ ਗੱਲ ਕਰ ਸਕਦਾ ਕਿ ਸਾਡੇ ਵੀ ਸਵਾਲ ਦਾ ਜਵਾਬ ਦਿਓ। ਉਹ ਇੱਕ ਸਾਂਝੇ ਤੌਰ ਤੇ ਦੇਣਾ ਪੈਂਦਾ ਹੁੰਦਾ, ਜਿਸ ਦੀ ਕੜੀ ਅਸੀਂ ਇੱਕ ਬਣਦੇ ਹਾਂ। ਅਸੀਂ ਮੀਡੀਆ ਇੱਕ ਨਿਰਪੱਖ ਸੰਸਥਾਵਾਂ, ਅਸੀਂ ਕਿਸੇ ਦੇ ਹੱਕ 'ਚ ਨਹੀਂ, ਅਸੀਂ ਕਿਸੇ ਦੇ ਵਿਰੋਧ 'ਚ ਨਹੀਂ, ਸਾਡਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ। ਅਸੀਂ ਤਾਂ ਜੋ ਲੋਕਾਂ ਦੇ ਸਵਾਲ ਨੇ ਉਹ ਇਹਨਾਂ ਤੱਕ ਪਹੁੰਚਾਉਣੇ ਆ, ਜੋ ਇਹਨਾਂ ਦੇ ਵਿਚਾਰ ਨੇ ਉਹ ਲੋਕਾਂ ਦੇ ਸਾਹਮਣੇ ਰੱਖ ਦੇਣੇ ਆ। ਸੰਗਤ ਆ ਜਿਹੜੀ ਜਾਂ ਦਰਸ਼ਕ ਨੇ, ਉਹਨਾਂ ਨੇ ਇਹਨਾਂ ਦੇ ਵਿਚਾਰ ਸੁਣ ਕੇ ਆਪੀ ਹੀ ਫੈਸਲਾ ਕਰ ਲੈਣਾ ਕੌਣ ਗਲਤ ਆ ਤੇ ਕੌਣ ਸਹੀ ਆ, ਕੌਣ ਵਾਕਈ ਚੰਗੇ ਕੰਮ ਕਰ ਰਿਹਾ ਤੇ ਕੌਣ ਦਿਖਾਵਾ ਕਰ ਰਿਹਾ ਵਾ। ਇੰਨਾ ਹੀ ਮੈਂ ਇੱਥੇ ਲਾਸਟ ਦੇ ਵਿੱਚ, ਆਖਰ ਦੇ ਵਿੱਚ ਕਹਿਣਾ ਚਾਹਾਂਗਾ ਕਿ ਧਰਮ ਜਿਹੜਾ ਕੋਈ ਵੀ ਮਾੜਾ ਨਹੀਂ ਹੁੰਦਾ। ਹਰੇਕ ਧਰਮ ਆ ਜਿਹੜਾ ਉਹ ਸਨਮਾਨਜਨਕ ਆ। ਜਿਹੜੇ ਆਮ ਲੋਕ ਨੇ
ਉਹਨਾਂ ਨੂੰ ਅੱਜ ਇੰਨਾ ਕੁ ਫਿਕਰ ਆਪਦੇ ਕੰਮਾਂ ਕਾਰਾਂ ਦਾ, ਲੋਕ ਬੇਰੁਜ਼ਗਾਰ ਹੋ ਚੁੱਕੇ ਨੇ। ਉਹ ਸਿਰਫ ਆਪਣਾ ਰੋਜ਼ੀ ਰੋਟੀ ਕਮਾ ਕੇ ਚੰਗੀ ਜ਼ਿੰਦਗੀ ਬਸਰ ਕਰਨਾ ਚਾਹੁੰਦੇ ਨੇ। ਸਾਰੇ ਧਰਮਾਂ ਦੇ ਲੋਕ ਸਾਡੇ ਸਮਾਜ 'ਚ ਇਕੱਠੇ ਬਹਿ ਕੇ ਰਹਿਣਾ ਚਾਹੁੰਦੇ ਨੇ, ਖਾਣਾ ਚਾਹੁੰਦੇ ਨੇ, ਕਿਸੇ ਨਾਲ ਸਾਰਿਆਂ ਨਾਲ ਮਿਲ ਵਰਤਣਾ ਚਾਹੁੰਦੇ ਨੇ। ਪਰ ਹਰੇਕ ਧਰਮ ਦੇ ਵਿੱਚ, ਇੱਥੇ ਮੈਂ ਹਰੇਕ ਸ਼ਬਦ ਵਰਤ ਰਿਹਾ, ਹਰੇਕ ਧਰਮ ਦੇ ਵਿੱਚ ਗਲਤ ਅਨਸਰ ਹੁੰਦੇ ਨੇ ਜਿਹੜੇ ਉਸ ਧਰਮ ਦਾ ਨਾਮ ਬਦਨਾਮ ਕਰਦੇ ਨੇ। ਉਹ ਕਿਸੇ 'ਚ ਵੀ ਹੋ ਸਕਦੇ ਨੇ। ਅਸੀਂ ਉਹਨਾਂ ਦੇ ਬਿਲਕੁਲ ਹੱਕ ਦੇ ਵਿੱਚ ਨਹੀਂ ਹੈਗੇ ਜਿਹੜੇ ਕਿਸੇ ਸਾਡੇ ਦੇਸ਼ ਦੀ, ਸਾਡੇ ਸੂਬੇ ਦੀ ਅਖੰਡਤਾ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਇੰਨਾ ਹੀ ਕਹਿੰਦਾ ਹੋਇਆ ਇਜਾਜ਼ਤ ਲੈਣਾ। ਕੈਮਰਾਮੈਨ ਹੈਰੀ ਤੇ ਵਿੱਕੀ ਜਰਖੜ ਦੇ ਨਾਲ ਤਰਲੋਚਨ ਸਿੰਘ ਦੀ ਰਿਪੋਰਟ, ਪ੍ਰਾਈਮ ਉਹਦੇ ਲੁਧਿਆਣਾ।